ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਸੀਂ ਦੇਖਦੇ ਹੋ ਸਾਡੇ ਪੁਰਾਣੇ ਮੈਂਬਰ ਬੈਠੇ ਨੇ। ਸਭ ਤੋਂ ਪਹਿਲਾ ਮੈਂਬਰ ਸਾਡਾ ਅਰੁਣ ਕੁਮਾਰ ਸ਼ੁਕਲਾ, ਜਿਹੜਾ ਢਾਬੇ ਦੇ ਉੱਪਰ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਸਾਨੂੰ 2016 ਦੇ ਵਿੱਚ ਅੱਜ ਦੇ ਦਿਨ ਸਾਡੀ ਸੇਵਾ ਸ਼ੁਰੂ ਹੋਈ ਸੀ। ਅਸੀਂ ਕਹਿ ਸਕਦੇ ਹਾਂ 24 ਮਈ ਨੂੰ, ਜੋ ਕੱਲ੍ਹ ਦਿਨ ਨਿਕਲ ਗਿਆ 24 ਮਈ ਨੂੰ ਵੀਰਾ ਸਾਡਾ ਇਹ ਅਰੁਣ ਕੁਮਾਰ ਸ਼ੁਕਲਾ ਬਹੁਤ ਮਾੜੇ ਹਾਲਾਤਾਂ 'ਚ ਅਧਰੰਗ ਹੋਇਆ ਸੀ। ਰੁੜਦਾ ਸਾਡੇ ਢਾਬੇ ਤੇ ਪਹੁੰਚਿਆ। ਢਾਬੇ ਤੇ ਪਹੁੰਚ ਕੇ ਅਰੁਣ ਕੁਮਾਰ ਸ਼ੁਕਲਾ ਉੱਥੇ ਅਖੀਰ ਨੂੰ ਡਿੱਗ ਪਿਆ। ਇਹਦੀ ਹਾਲਤ ਇੰਨੀ ਮਾੜੀ ਸੀ ਵਿਚਾਰੇ ਦੀ। ਸੱਚੇ ਪਾਤਸ਼ਾਹ ਨੇ ਸਾਡੇ ਕਰਕੇ ਕਰ ਚੁੱਕੇ ਨੇ। ਉਸ ਟਾਈਮ ਮੈਂ ਉੱਥੇ ਬੈਠਾ ਸੀਗਾ ਕਿਉਂਕਿ ਦੁਪਹਿਰ ਦਾ ਟਾਈਮ ਸੀ, 2 ਵਜੇ ਸੀ। ਗਰਮੀਆਂ ਬਹੁਤ ਸੀਗੀਆਂ, ਜਿਵੇਂ ਗਰਮੀ ਦਾ ਟਾਈਮ ਚੱਲਦਾ, ਮੌਸਮ ਇਸ ਟਾਈਮ ਗਰਮੀ ਦਾ ਵਾ। ਤੇ ਉੱਥੇ ਆ ਕੇ ਜਦੋਂ ਇਹ ਡਿੱਗਿਆ ਤੇ ਮੈਂ ਇਹਨੂੰ ਜਾ ਕੇ ਭੱਜ ਕੇ ਚੱਕਿਆ ਤੇ ਆਪਣੇ ਕੋਲੇ ਚੇਅਰ ਤੇ ਬਿਠਾ ਲਿਆ। ਇਹਨੂੰ ਪਾਣੀ ਵਗੈਰਾ ਪਿਲਾਇਆ ਤੇ ਪਾਣੀ ਪਿਲਾ ਕੇ ਤੇ ਇਹਨੂੰ ਪੁੱਛਿਆ ਵੀ ਚਾਹ ਚੂਹ ਪੀ। ਇਹਦੇ ਤੋਂ ਬੋਲ ਨਹੀਂ ਹੋ ਰਿਹਾ ਸੀ, ਹਾਲਤ ਇੰਨੀ ਮਾੜੀ ਸੀ। ਅੱਜ ਦੀ ਵੀਡੀਓ ਪਾਉਣ ਦਾ ਸਭ ਤੋਂ ਪਹਿਲਾਂ ਕਾਰਨ ਤੁਹਾਨੂੰ ਦੱਸਦੇ ਆ ਵੀ ਸਾਡੇ ਸਭ ਤੋਂ ਪੁਰਾਣੇ ਮੈਂਬਰ ਬੈਠੇ ਨੇ। ਪਹਿਲਾਂ ਸਭ ਤੋਂ ਸ਼ੁਕਲਾ ਵੀਰ ਆਇਆ ਸੀ ਸਾਡੇ ਕੋਲ ਢਾਬੇ ਤੇ। ਉਸ ਤੋਂ ਬਾਅਦ ਬਾਪੂ ਕੇਸਰ ਸਿੰਘ ਜੀ, ਉਸ ਤੋਂ ਬਾਅਦ ਬਾਪੂ ਬੱਬੂ ਸਿੰਘ ਜੀ, ਜਿਨ੍ਹਾਂ ਨੂੰ ਲੈ ਕੇ ਆਏ ਸੀ ਅਸੀਂ ਗੁਰਦੁਆਰਾ ਸਾਹਿਬ ਤੋਂ, ਇੱਥੋਂ ਜੋਧਾ ਕੋਲੋਂ। ਫਿਰ ਨੀਰਜ ਦਰਾਹੇ ਤੋਂ ਮਿਲ ਗਏ ਸਾਨੂੰ। ਇਹਦੀ ਹਾਲਤ ਵੀ ਬਹੁਤ ਮਾੜੀ ਸੀਗੀ। ਤਾਂ ਫਿਰ ਨੀਰਜ ਨੂੰ ਯਾਨੀ ਕਿ ਇਹਦੇ ਨਾਲ ਬਹੁਤ ਹਾਲਾਤ ਮਾੜੇ ਕੀਤੇ ਹੋਏ ਸੀ ਕਿਸੇ ਨੇ। ਫਿਰ ਉਸ ਤੋਂ ਬਾਅਦ ਸਾਡੇ ਕੋਲ ਧੀਰੂ ਵੀਰ ਆਇਆ, ਇਹਦੀ ਵੀ ਹਾਲਤ ਬਹੁਤ ਮਾੜੀ ਸੀਗੀ ਵੀਰ ਦੀ। ਤੇ ਫਿਰ ਉਸ ਤੋਂ ਬਾਅਦ ਬਾਪੂ ਨਿਸ਼ਾਨ ਸਿੰਘ ਜੀ ਆਏ। ਇਹ ਸਿਰਫ ਢਾਬੇ ਤੇ ਇੱਕ ਦਿਨ ਹੀ ਰਹੇ ਸੀਗੇ, ਮੁੜ ਕੇ ਰਾਤ ਨੂੰ ਹਸਪੀਟਲ 'ਚ ਦਾਖਲ ਕਰਾਤਾ। ਫਿਰ 2-2.5 ਮਹੀਨੇ ਹਸਪਤਾਲ 'ਚ ਰਹੇ, ਜਦ ਨੂੰ ਅਸੀਂ ਬਾਹਰ ਸਾਡੇ ਸ਼ਿਫਟ ਹੋ ਗਏ ਜੀ। ਤਾਂ ਫਿਰ ਉਸ ਤੋਂ ਬਾਅਦ ਅਖੀਰ ਤੇ ਜੀ ਆਏ ਸਾਡੇ ਬਾਪੂ ਗੁਜਰਾਜ ਸਿੰਘ ਜੀ। ਬਾਪੂ ਗੁਜਰਾਜ ਸਿੰਘ ਜੀ ਦਾ ਵੀ ਚਿਹਰਾ ਤੁਹਾਨੂੰ ਦਿਖਾ ਦਿੰਦੇ ਹਾਂ, ਕਿਉਂਕਿ ਅਸੀਂ ਮਾਸਕ ਲਾਏ ਹੋਏ ਆ ਤੇ ਸਾਰਿਆਂ ਦੇ ਮਾਸਕ ਅਸੀਂ ਇੱਕ ਵਾਰੀ ਥੱਲੇ ਕਰਕੇ ਚਿਹਰਾ। ਇਹ ਬਾਪੂ ਗੁਜਰਾਜ ਸਿੰਘ ਜੀ ਸਾਨੂੰ ਲੁਧਿਆਣੇ ਪ੍ਰਤਾਪ ਸਿੰਘ ਵਾਲਾ ਮੰਡੀ ਹੈਬੋਵਾਲ ਦੇ ਵਿੱਚ ਮਿਲੇ ਸੀ ਪਏ। ਬਹੁਤ ਹਾਲਾਤ ਮਾੜੇ ਸੀ ਉਸ ਟਾਈਮ। ਅਸੀਂ ਤਰਤੀਬਵਾਰ ਤੁਹਾਨੂੰ ਸਾਰਿਆਂ ਨੂੰ ਅਸੀਂ ਦਿਖਾਵਾਂਗੇ ਅੱਜ। ਤੇ ਇੱਕ ਤੁਹਾਨੂੰ ਪਲੀਜ਼ ਬੇਨਤੀ ਆ, ਇਸ ਵੀਡੀਓ ਨੂੰ ਸਾਡੀ ਨੂੰ ਸ਼ੇਅਰ ਕਰ ਦਿਓ। ਇਸ ਟਾਈਮ ਸਿਰਫ 250 ਬੰਦਾ ਦੇਖ ਰਿਹਾ ਵਾ। ਜੇ 250 ਮੈਂਬਰ ਜਿਹੜੇ ਦੇਖ ਰਹੇ ਨੇ ਵੀਡੀਓ ਨੂੰ, ਜੇ ਸਾਰੇ ਸ਼ੇਅਰ ਕਰ ਦੇਣ ਤਾਂ ਹੋਰ 250 ਮੈਂਬਰ ਤੱਕ ਆਪਣੀ ਵੀਡੀਓ ਪਹੁੰਚ ਜੂ। ਤੇ ਇੱਦਾਂ ਕਰਦੇ ਆਪਾਂ ਹਰ ਇੱਕ ਬੰਦੇ ਤੱਕ ਪਲੀਜ਼ ਪਹੁੰਚ ਜਾਗੇ। ਅੱਜ ਸਾਡਾ ਯਾਦਾਂ ਦਾ ਦਿਨ ਹੈ, ਜਿਵੇਂ ਅਸੀਂ ਉੱਪਰ ਵੀ ਲਿਖਿਆ ਜੀ, ਪੁਰਾਣੀਆਂ ਯਾਦਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ। ਕਿੱਦਾਂ ਇਹ ਅੱਜ ਪਰਿਵਾਰ ਸਾਡਾ ਇੱਥੇ ਤੱਕ ਪਹੁੰਚ ਗਿਆ ਵਾ ਤੇ ਸਾਡੀ ਜਿਹੜੀ ਸੋਚ ਸੀਗੀ ਉਹ ਕਿੱਦਾਂ ਦੀ ਸੀ ਤੇ ਅੱਜ ਅਸੀਂ ਕਿੱਦਾਂ ਦੀ ਸੋਚ ਨੂੰ ਲੈ ਕੇ ਚੱਲੇ ਹੋਏ ਹਾਂ। ਕਦੇ ਸੋਚਿਆ ਹੀ ਨਹੀਂ ਸੀਗਾ ਵੀ ਐਡੀ ਵੱਡੀ ਸੇਵਾ ਕਰਾਂਗੇ। ਦਿੱਲੀ ਰੋਡ ਦਰਾਹਾ, ਇੱਕ ਕਸਬਾ ਵਾ ਛੋਟਾ ਜਿਹਾ, ਸ਼ਹਿਰ ਲੁਧਿਆਣਾ ਤੋਂ ਬਾਹਰ ਨਿਕਲ ਕੇ ਦਰਾਹੇ ਇੱਕ ਢਾਬਾ ਸੀਗਾ ਜਿਹੜਾ ਲੀਜ਼ ਤੇ ਲਿਆ ਸੀ, ਜਿਹੜੀ ਮੰਨ ਲਓ ਕੰਡੀਸ਼ਨ ਬਹੁਤ ਮਾੜੀ ਸੀ, ਚੱਲ ਨਹੀਂ ਸੀ ਰਿਹਾ ਪ੍ਰੋਪਰ। ਸਾਡਾ ਛੋਟਾ ਭਰਾ ਅੱਜ ਇਸ ਦੁਨੀਆ ਤੇ ਨਹੀਂ ਰਿਹਾ, ਸਰਬਜੀਤ ਸਿੰਘ ਗਰੇਵਾਲ ਕੂਮ ਕਲਾਂ ਵਾਲਾ, ਉਹਦੀ ਡੈਥ ਹੋ ਗਈ ਵੀਰ ਦੀ ਮੇਰੇ ਦੀ। ਤੇ ਉਹਨੇ ਢਾਬਾ ਉਹ ਲੀਜ਼ ਤੇ ਲਿਆ ਹੋਇਆ ਸੀ ਤੇ ਢਾਬਾ ਬੰਦ ਪਿਆ ਸੀ ਕਿਸੇ ਕਾਰਨ ਕਰਕੇ। ਤੇ ਉਹਨੇ ਮੈਨੂੰ ਕਿਹਾ ਵੀ ਵੀਰੇ ਵੀ ਢਾਬਾ ਬੰਦ ਆ, ਵੀ ਦਫ਼ਤਰ 'ਚ ਹੁੰਦੇ ਆ ਬੈਠੇ, ਤੁਸੀਂ ਥੋੜ੍ਹੇ ਦਿਨ ਢਾਬਾ ਚਲਾ ਕੇ ਦੇਖ ਲਓ। ਤੇ ਵਿਹਲੇ ਸੀਗੇ, ਢਾਬਾ ਚਲਾਉਣ ਵੱਲ ਨੂੰ ਰੁਚੀ ਬਣ ਗਈ। ਅਸੀਂ ਢਾਬੇ ਤੇ ਜਾ ਪਹੁੰਚੇ ਤੇ ਮੇਰੇ ਨਾਲ ਹੀ ਛੋਟਾ ਭਰਾ ਮੇਰਾ ਵੀਰਿੰਦਰ ਗਰੇਵਾਲ, ਜੋ ਅੱਜ ਉਹ ਵੀ ਸਾਨੂੰ ਦੁਨੀਆ ਤੋਂ ਵਿਛੋੜਾ ਦੇ ਗਿਆ। ਐਕਸੀਡੈਂਟ ਹੋ ਗਿਆ ਸੀ 2017 ਦੇ ਵਿੱਚ ਉਹਦਾ। ਤੇ ਉਹਨੂੰ ਵੀ ਨਾਲ ਲੈ ਕੇ ਅਸੀਂ ਢਾਬਾ ਰੀਐਨੋਵੇਟ ਕਰਕੇ ਠੀਕ ਕਰਕੇ ਉਹਨੂੰ ਚਲਾਉਣਾ ਸ਼ੁਰੂ ਕੀਤਾ। ਢਾਬਾ ਲਏ ਨੂੰ ਹਜੇ 6 ਮਹੀਨੇ ਹੋਏ ਸੀ, 5-6 ਮਹੀਨੇ। ਤੇ ਸੇਵਾ ਦੀ ਰੁਚੀ ਸ਼ੁਰੂ ਤੋਂ ਸੀਗੀ, ਬਚਪਨ ਤੋਂ ਹੀ। ਮਾਂ ਬਾਪ ਨੇ, ਜਿਹੜੇ ਨਾਨੀਆਂ ਦਾਦੀਆਂ ਨੇ, ਮਾਮੇ ਮਾਮੀਆਂ ਨੇ, ਮੈਂ ਨਾਨਕੀ ਪੜਿਆ ਸੀਗਾ ਤੇ ਉਹ ਸੋਚ ਦਿੱਤੀ ਹੋਈ ਸੀ ਸੇਵਾ ਦੀ ਭਾਵਨਾ ਵਾਲੀ। ਕਿਸੇ ਲੋੜਵੰਦ ਨੂੰ ਮਿਲਣਾ ਤੇ ਉਹਦੀ ਮਦਦ ਕਰਨੀ ਮੂਹਰੇ ਹੋ ਕੇ। ਤੇ ਉਸ ਢਾਬੇ ਦੇ ਉੱਤੇ ਅੱਜ ਦੇ ਦਿਨ ਸਾਨੂੰ ਬਾਪੂ ਵੀਰ ਸਾਡਾ ਸ਼ੁਕਲਾ ਵੀਰ ਅਰੁਣ ਕੁਮਾਰ ਸ਼ੁਕਲੇ ਦੀ ਸੇਵਾ ਦਾ ਮੌਕਾ ਮਿਲਿਆ ਸੀ। ਕੱਲ੍ਹ ਦਾ ਦਿਨ ਜੋ ਨਿਕਲ ਕੇ ਗਿਆ 24 ਮਈ ਦਾ, ਸ਼ੁਕਲਾ ਵੀਰ ਢਾਬੇ ਤੇ ਆ ਕੇ ਸਾਡੇ ਤੇ ਉੱਥੇ ਡਿੱਗ ਪਿਆ। ਜਿੱਦਾਂ ਤੁਹਾਨੂੰ ਦੱਸਿਆ ਵੀ ਹਾਲਾਤ ਬਹੁਤ ਮਾੜੇ ਸੀ ਵੀਰ ਦੇ ਉਸ ਟਾਈਮ। ਉਸ ਟਾਈਮ ਦੀ ਫੋਟੋ ਹੈ ਸ਼ੁਕਲੇ ਦੀ, ਵੀਰ ਦੀ। ਦੇਖੋ ਕਿੱਦਾਂ ਦੀ ਕੰਡੀਸ਼ਨ ਸੀਗੀ ਉਸ ਟਾਈਮ। ਇੱਦਾਂ ਗਰਮੀ ਦੇ ਵਿੱਚ ਸਰਦੀਆਂ ਵਾਲੇ ਮੋਟੇ ਕੱਪੜੇ ਪਾਏ ਹੋਏ ਸੀਗੇ ਤੇ ਸਿਰ 'ਚ ਜਟਾਵਾਂ ਗੋਹਾ ਨਾਲ ਲਿਬੜਿਆ ਹੋਇਆ। ਦਸਤਾਰ ਦੇਖੋ ਕਿੱਦਾਂ ਸਾਰੀ ਗੋਹੇ ਨਾਲ ਭਰੀ ਪਈ ਸੀ ਉਸ ਟਾਈਮ। ਤੁਹਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ, ਥੋੜ੍ਹੀ ਲਾਈਟ ਪੈ ਰਹੀ ਹੈ। ਤੇ ਆਹ ਹਾਲਾਤ ਸੀਗੇ, ਕੱਪੜਿਆਂ ਦੇ ਹਾਲਾਤ ਤੁਸੀਂ ਦੇਖੋ ਕਿੱਦਾਂ ਦੇ ਸੀਗੇ ਉਸ ਟਾਈਮ। ਤੇ ਇਹਨੂੰ ਜਿੱਦਾਂ ਵਾਹਿਗੁਰੂ ਨੇ ਸ਼ਾਇਦ ਉੱਥੇ ਸੱਚੇ ਪਾਤਸ਼ਾਹ ਨੇ ਭੇਜਿਆ ਸਾਡੀ ਜ਼ਿੰਦਗੀ ਦੇ ਵਿੱਚ ਤਬਦੀਲੀ ਲਿਆਉਣ ਦੇ ਲਈ। ਤੇ ਇੰਨੇ ਬੰਦਿਆਂ ਦੀ ਜ਼ਿੰਦਗੀ ਤਬਦੀਲੀ ਲਿਆਉਣ ਲਈ, ਜਿਹੜੀ ਹੁਣ ਪਿਛਲੇ 4 ਸਾਲਾਂ ਤੋਂ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਨਾਲ ਜਿਹੜੇ ਲਿੰਕਡ ਰਹੇ ਨੇ, ਜਿਹੜੇ ਠੀਕ ਹੋ ਗਏ ਨੇ, ਜਿਹੜੇ ਘਰਾਂ ਨੂੰ ਚਲੇ ਗਏ, ਜਿਹੜੇ ਇੱਥੇ ਰਹਿ ਰਹੇ ਨੇ, ਜਿਹੜੇ ਉਸ ਵਾਹਿਗੁਰੂ ਦੇ ਘਰ ਜਾ ਪਹੁੰਚੇ ਨੇ, ਜਿਹੜੇ ਆਉਣ ਵਾਲੇ ਸਮੇਂ 'ਚ ਠੀਕ ਹੋਣੇ ਆ ਜਾਂ ਜਿਨ੍ਹਾਂ ਦਾ ਇਲਾਜ ਹੋਣਾ, ਸਾਰਿਆਂ ਦਾ ਇੱਕ ਤਾਣਾ ਬਾਣਾ ਸੀ, ਕਿਸਮਤ ਸੀ ਇੱਥੇ ਆਉਣਾ। ਇਹ ਜਿਹੜੀ ਸ਼ੁਰੂਆਤ ਹੋਈ, ਇਹ ਹੋਈ ਸਾਡੇ ਸ਼ੁਕਲੇ ਵੀਰ ਤੋਂ।
ਤੇ ਸ਼ੁਕਲੇ ਵੀਰ ਦੇ ਹਾਲਾਤ ਤੁਹਾਨੂੰ ਜਿਵੇਂ ਦੱਸਿਆ ਇਦਾਂ ਦੇ ਸੀਗੇ, ਤੇ ਜਿੱਦਾਂ ਦੇ ਤੁਹਾਨੂੰ ਅਸੀਂ ਦਿਖਾ ਰਹੇ ਆ। ਥੋੜਾ ਨੇੜੇ ਕਰ ਲੈਣਾ ਆਪਦੀ ਇੱਥੇ। ਹਾਂਜੀ, ਤੇ ਆਹ ਦੇਖੋ ਇਹ ਸ਼ੁਕਲੇ ਵੀਰ ਦੀਆਂ ਤਸਵੀਰਾਂ ਉਸ ਟਾਈਮ ਦੀਆਂ। ਆਹ ਵੀਰ ਦੇ ਹੱਥ ਦੇਖੋ ਕਿੱਦਾਂ ਕਿੱਡੇ ਕਿੱਡੇ ਲੰਬੇ ਨਹੁੰ ਗੋਹੇ ਨਾਲ ਲਿਬੜੇ ਹੋਏ। ਇਹਨੂੰ ਕਿਸੇ ਨੇ ਆਪਣੇ ਘਰ ਦੇ ਵਿੱਚ ਗੁਲਾਮ ਬਣਾ ਕੇ ਰੱਖਿਆ ਸੀ, ਗੁੱਜਰਾਂ ਨੇ ਗੋਹਾ ਚਕਾਉਂਦੇ ਸੀ। ਤੇ ਜਦੋਂ ਇਹਨੂੰ ਧਰੰਗ ਹੋ ਗਿਆ, ਇੱਕ ਸਾਈਡ ਇਹਦੀ ਮਰ ਗਈ, ਤਾਂ ਹੁਣ ਵੀ ਇਹ ਤੋਂ ਇੱਕ ਸਾਈਡ ਤੋਂ ਸ਼ੁਕਲੇ ਵੀਰੇ ਤੁਰੀ ਮਾੜਾ ਉੱਠ ਖੜਾ ਹੋਏ। ਤੁਰੇ ਇੱਧਰ ਨੂੰ ਆ ਜਾ ਬਈ। ਆ ਦੇਖੋ ਆਹ ਸਾਈਡ ਇਹਦੀ ਹੁਣ ਮਰੀ ਹੋਈ ਹੈ ਹਜੇ ਵੀ, ਪਰ ਮਾਲਸ਼ਾਂ ਕਰ ਕਰਕੇ ਦਵਾਈ ਦਵਾ ਕੇ ਵਾਹਿਗੁਰੂ ਦੀ ਕਿਰਪਾ ਨਾਲ ਸਾਡਾ ਵੀਰਾ ਹੁਣ ਤੁਰਨ ਲੱਗ ਗਿਆ, ਆਪਣੀ ਕਿਰਿਆ ਸੁੱਧਾ ਵਧੀਆ ਜ਼ਿੰਦਗੀ ਬਤੀਤ ਕਰਦਾ। ਤੇ ਜਦੋਂ ਇਹ ਵੀਰ ਮਿਲਿਆ ਸੀ ਉਦੋਂ ਇਹ ਰੁੜ ਕੇ ਉੱਥੇ ਤੱਕ ਪਹੁੰਚਿਆ ਸੀ। ਆ ਇਹਦੇ ਹੱਥ ਦੇ ਵਿੱਚ ਹਰੇ ਰੰਗ ਦੀ ਜਿਹੜੀ ਬੋਤਲ ਸੀ, ਜਿਹੜੀ ਪਾਣੀ ਵਾਲੀ, ਜਿਹਨੂੰ ਇਹ ਪਾਣੀ ਭਰਨ ਆਇਆ ਸੀਗਾ। ਇਹ ਪਿਛਲੇ 3 ਦਿਨਾਂ ਤੋਂ ਇਹ ਕਹਿੰਦਾ ਮੈਂ ਪਾਣੀ ਚੱਲ ਪਿਆ। ਸੌਰੀ ਜੀ, ਥੋੜਾ ਕਨੈਕਸ਼ਨ ਵੀਕ ਹੋ ਗਿਆ ਸੀਗਾ, ਕਨੈਕਸ਼ਨ ਕੱਟਿਆ ਗਿਆ ਸੀ ਸਾਡਾ ਸਾਰਾ। ਤੇ ਉਸ ਟਾਈਮ ਜਾਨੀ ਕਿ ਪਾਣੀ ਦੀ ਬੋਤਲ ਲਈ ਇਹ ਵੀਰ ਉੱਥੇ ਪਹੁੰਚਿਆ ਸੀ ਸਾਡੇ ਕੋਲੇ, ਆ ਪਾਣੀ ਦੀ ਬੋਤਲ ਭਰਨ ਦੇ ਲਈ। ਤੇ ਉਸ ਤੋਂ ਬਾਅਦ ਸੱਚੇ ਪਾਤਸ਼ਾਹ ਨੇ ਕਿਰਪਾ ਕਰੀ, ਸਾਨੂੰ ਇੰਨੀ ਸਮੱਤ ਬੁੱਧੀ ਬਖਸ਼ੀ। ਪਤਾ ਨਹੀਂ ਕਿੱਦਾਂ ਮਨ ਦੇ ਵਿੱਚ ਖਿਆਲ ਆਇਆ ਵੀ ਇਹਨੂੰ ਨਵਾ ਦਿੱਤਾ ਜਾਵੇ। ਨਵਾ ਕੇ ਇਹਦੀਆਂ ਫੋਟੋਆਂ ਖਿੱਚ ਕੇ ਫੇਸਬੁੱਕ ਤੇ ਪਾਤੀਆਂ। ਉੱਥੋਂ ਇਹਦਾ ਘਰ ਲੱਭ ਗਿਆ। ਤੇ ਇਹ ਵੀਰ ਦੇ ਉਸ ਟਾਈਮ ਜਿਵੇਂ ਤੁਹਾਨੂੰ ਦੱਸਿਆ ਹਾਲਾਤ ਸੀ, ਐਡੇ ਐਡੇ ਨਹੁੰ ਸੀ, ਤੇ ਇਹਨੂੰ ਆ ਨਵਾਇਆ ਸੀ ਉੱਥੇ। ਨਵਾ ਕੇ ਇਹਦੀਆਂ ਆ ਫੋਟੋਆਂ ਜਿਹੜੀਆਂ ਖਿੱਚੀਆਂ ਨਵਾਉਂਦੇ ਸਮੇਂ, ਤੇ ਉਸ ਆਹ ਕੱਪੜੇ ਪਾ ਕੇ ਇਹਦੀਆਂ ਤਸਵੀਰਾਂ ਖਿੱਚ ਕੇ ਫੇਸਬੁੱਕ ਤੇ ਅਸੀਂ ਪਾ ਦਿੱਤੀਆਂ ਉਸ ਟਾਈਮ। ਤੇ ਤਸਵੀਰਾਂ ਇਹ ਫੇਸਬੁੱਕ ਤੇ ਜਦੋਂ ਪਾਈਆਂ ਤਾਂ ਬਹੁਤ ਜਾਣੀ ਕਿ ਤਸਵੀਰਾਂ ਵਾਇਰਲ ਹੋਈਆਂ। ਵੀਰਾਂ ਭੈਣਾਂ ਨੇ ਫੋਟੋਆਂ ਅੱਗੇ ਸ਼ੇਅਰ ਕਰਤੀਆਂ। ਤਾਂ ਸ਼ੇਅਰ ਕੀਤੀਆਂ ਹੋਈਆਂ ਫੋਟੋਆਂ ਤਾਂ ਫਿਰ ਇਹਦਾ ਪਰਿਵਾਰ ਲੱਭ ਗਿਆ, ਸਾਨੂੰ ਪਤਾ ਲੱਗ ਗਿਆ। ਕਿਉਂਕਿ ਕਿਸੇ ਨੇ ਸਾਨੂੰ ਦੱਸਿਆ ਵੀ ਤੁਸੀਂ ਬਾਂਹ ਚੈੱਕ ਕਰੋ, ਬਾਂਹ ਦੇ ਉੱਤੇ ਇਹਦੇ ਨੰਬਰ ਲਿਖਿਆ ਹੋਇਆ। ਅੱਜ ਵੀ ਇਹ ਸ਼ੁਕਲੇ ਵੀਰ ਦੀ ਸਾਡੇ ਆ ਦੇਖੋ ਬਾਂਹ ਦੇ ਉੱਪਰ ਮੋਬਾਈਲ ਨੰਬਰ ਲਿਖਿਆ ਹੋਇਆ, ਸ਼ੁਕਲਾ ਲਿਖ ਕੇ ਆ ਨੰਬਰ ਲਿਖਿਆ ਹੋਇਆ। ਇਹਦੇ ਭਰਾ ਦਾ ਨੰਬਰ ਆ ਰਿੰਕੂ ਦਾ। ਤੇ ਜਦੋਂ ਅਸੀਂ ਇਹ ਨੰਬਰ ਤੇ ਕਾਲ ਕੀਤੀ ਤਾਂ ਉਹਨੇ ਫੋਨ ਚੱਕਿਆ। ਉਹਨੂੰ ਅਸੀਂ ਦੱਸਿਆ ਇਸ ਵੇਲੇ ਦਾ ਟਾਈਮ ਸੀ 5-6 ਵਜੇ ਸੀ ਸ਼ਾਮ ਦੇ। ਅਸੀਂ ਕਿਹਾ ਵੀਰੇ ਤੇਰਾ ਭਰਾ ਕੋ ਗੁੰਮਿਆ? ਕਹਿੰਦਾ ਹਾਂ ਬਾਈ ਮੈਂ 1.5 ਸਾਲ ਹੋ ਗਿਆ ਲੱਭਦਾ ਫਿਰਦਾ। ਤੇ ਅਸੀਂ ਉਹਨੂੰ ਦੱਸਿਆ ਵੀ ਉਹ ਸਾਡੇ ਕੋਲੇ ਆ, ਇੱਥੇ ਸਾਨੂੰ ਮਿਲਿਆ ਬਹੁਤ ਮਾੜੀ ਹਾਲਤ 'ਚ, ਵੀ ਤੂੰ ਆ ਜਾ। ਕਹਿੰਦਾ ਮੈਂ ਆਪਣੇ ਲੁਧਿਆਣੇ ਦੁੱਗਰੀ ਤੋਂ ਬੋਲਦਾ, ਮੈਂ PWD ਡਿਪਾਰਟਮੈਂਟ 'ਚ ਜੌਬ ਕਰਦਾ, ਮੇਰੀ ਦੁੱਗਰੀ ਕੋਠੀ ਹੈ ਫੇਸ 1 'ਚ, ਵੀ ਮੈਂ ਸਵੇਰੇ ਆਊਂ। ਮੈਂ ਕਿਹਾ ਯਾਰ ਵੀਰੇ ਹੁਣੇ ਹੀ ਆ ਜਾ, ਵੀ ਅੱਧਾ ਘੰਟਾ ਲੱਗਣਾ ਤੈਨੂੰ ਦਰਾਹੇ ਤੇ ਦੁੱਗਰੀ ਦੇ ਵਿੱਚ, ਘੰਟੇ ਦੀ ਵਾਟ ਵੀ ਹੈ ਨਹੀਂ। ਕਹਿੰਦਾ ਨਹੀਂ ਮੈਂ ਸਵੇਰੇ ਆਉਂ। ਦੂਏ ਦਿਨ ਸਵੇਰੇ ਅੱਜ ਦੇ ਦਿਨ 25 ਮਈ 2016 ਨੂੰ ਸਵੇਰੇ 11 ਕੁ ਵਜੇ ਉਹ ਸਾਡੇ ਕੋਲੇ ਪਹੁੰਚਿਆ। ਦੋਨੇ ਭਰਾਵਾਂ ਨੂੰ ਮਿਲਾਇਆ। ਦੋਨੇ ਭਰਾ ਜਦੋਂ ਮਿਲੇ, ਬੈਠ ਕੇ ਦੋਨਾਂ ਨੇ ਗੱਲਾਂ ਬਾਤਾਂ ਕੀਤੀਆਂ। ਮਨ ਨੂੰ ਇੰਨੀ ਖੁਸ਼ੀ ਹੋਈ, ਇੰਨਾ ਚੰਗਾ ਲੱਗਿਆ ਵੀ ਜ਼ਿੰਦਗੀ ਦੇ ਵਿੱਚ ਜਿਵੇਂ ਕੋਈ ਪਹਿਲੀ ਵਾਰ ਕੋਈ ਚੰਗਾ ਕੰਮ ਕੀਤਾ ਹੋਵੇ। ਜ਼ਿੰਦਗੀ 'ਚ ਪਹਿਲੀ ਵਾਰ ਇੱਦਾਂ ਦਾ ਕੋਈ ਕਾਰਜ ਕੀਤਾ ਵੀ ਜਿਹਦੇ ਵਿੱਚ ਇੱਕ ਭਰਾ ਆਪਣੇ ਭਰਾ ਨੂੰ, ਜਿਹੜਾ ਪਤਾ ਨਹੀਂ ਕਿੰਨੇ ਸਮੇਂ ਤੋਂ ਵਿਛੜੇ ਹੋਏ ਸੀਗੇ, ਦੋਨੇ ਮਿਲ ਗਏ। ਤੇ ਮਨ ਦੇ ਵਿੱਚ ਆ ਫੋਨ ਤੇ ਹੀ ਮਿਲਿਆ ਕਾਕਾ, ਮਨ ਦੇ ਵਿੱਚ ਇੰਨੀ ਜ਼ਿਆਦਾ ਖੁਸ਼ੀ ਪ੍ਰਗਟ ਹੋਈ ਵੀ ਇੱਕ ਜ਼ਿੰਦਗੀ ਦਾ ਜਿਵੇਂ ਕਹਿ ਦਈਏ ਮਨੋਰਥ ਸੀ ਜਿਹੜਾ ਉਹ ਜਿਵੇਂ ਪੂਰਾ ਹੋ ਗਿਆ ਹੋਵੇ। ਤਾਂ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਫਿਰ ਦੋਨੇ ਭਰਾ ਇਹ ਬੈਠੇ ਰਹੇ, ਘੰਟਾ 2 ਘੰਟੇ ਗੱਲਾਂ ਗੁੱਲਾਂ ਮਾਰੀ ਗਏ। ਤੇ ਮੈਂ ਦੋਨਾਂ ਭਰਾਵਾਂ ਦੀ ਇੱਕ ਫੋਟੋ ਖਿੱਚ ਕੇ ਇਹਨਾਂ ਦੀ ਤੇ ਫੇਸਬੁੱਕ ਤੇ ਸ਼ੇਅਰ ਕਰਤੀ ਵੀ ਅੱਜ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਕੋਈ ਪੁੰਨ ਦਾ ਅਸੀਂ ਕੰਮ ਕੀਤਾ। ਵੀ ਸ਼ੁਕਲੇ ਵੀਰ ਦਾ ਪਰਿਵਾਰ ਆ ਜਿਹੜਾ ਉਹ ਲੱਭ ਗਿਆ। ਇਹਦਾ ਭਰਾ ਵਾ ਜਿਹੜਾ ਸ਼ੁਕਲੇ ਵੀਰ ਦਾ, ਉਹ ਉਹਨੂੰ ਮਿਲਣ ਲਈ ਆਇਆ ਹੋਇਆ ਵਾ। ਦੋਨਾਂ ਭਰਾਵਾਂ ਦੀ ਇਦਾਂ ਫੋਟੋ ਖਿੱਚੀ ਤੇ ਖਿੱਚ ਕੇ ਵੀਡੀਓ ਸ਼ੇਅਰ ਉਹਦੇ ਤੇ ਪਾਤੀ ਫੇਸਬੁੱਕ ਤੇ। ਤੇ ਇਦਾਂ ਹੀ ਇਹ ਬੈਠੇ ਰਹੇ ਘੰਟਾ 2 ਘੰਟੇ ਆਪਦੀਆਂ ਗੱਲਾਂ ਬਾਤਾਂ ਮਾਰੀ ਗਏ। ਤੇ ਅਸੀਂ ਵੀ ਉੱਥੇ ਢਾਬੇ ਦੇ ਉੱਤੇ ਕੰਮ ਸੀਗਾ ਉਸ ਟਾਈਮ, ਜਾਣੀ ਕਿ ਆਉਂਦੇ ਰਹਿੰਦੇ ਸੀ ਲੋਕ ਪ੍ਰਸ਼ਾਦਾ ਛਕਣ ਜਾਂ ਹਨਾ ਕਿੱਦਾਂ। ਤੇ ਇਹ ਦੋਨੇ ਬੈਠੇ ਗੱਲਾਂ ਗੁੱਲਾਂ ਮਾਰੀ ਗਏ, ਪਰ ਮਨ ਦੇ ਵਿੱਚ ਖੁਸ਼ੀ ਬਹੁਤ ਸੀ ਇਸ ਗੱਲ ਦੀ ਵੀ ਅੱਜ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਇੱਕ ਏਡੀ ਵੱਡੀ ਸੇਵਾ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਸਾਤੋਂ ਲਈ ਆ। ਤੇ ਪਰ ਦੁੱਖ ਦੀ ਗੱਲ ਇਹ ਹੋਈ ਜਦੋਂ ਉਹ 2-3 ਘੰਟੇ ਬੈਠਣ ਤੋਂ ਬਾਅਦ ਇਹਦਾ ਭਰਾ ਜਾਣ ਲੱਗਿਆ ਤਾਂ ਉਹਨੇ ਮੈਨੂੰ ਕਿਹਾ ਵੀ ਵੀਰੇ ਮੈਂ ਇਹਨੂੰ ਲੈ ਕੇ ਨਹੀਂ ਜਾ ਸਕਦਾ। ਤੇ ਮੈਂ ਕਿਹਾ ਯਾਰ ਕਿਉਂ ਨਹੀਂ ਲੈ ਕੇ ਜਾ ਸਕਦਾ, ਕੀ ਗੱਲ ਹੋ ਗਈ? ਵੀ ਐਡਾ ਕਿਹੜਾ ਇਹਨੇ ਗਲਤੀ ਕਰ ਲਈ? ਵਿਚਾਰਾ ਤੇਰਾ ਭਰਾ ਵਾ, ਵੀ ਤੂੰ ਇਹਨੂੰ ਨਾਲ ਲੈ ਜਾ। ਤੇ ਕਹਿੰਦਾ ਨਹੀਂ ਵੀਰੇ ਮੈਂ ਇਹਨੂੰ ਸਾਂਭ ਨਹੀਂ ਸਕਦਾ, ਵੀ ਮੇਰੇ ਘਰ ਦੇ ਵਿੱਚ ਜਿਹੜੀ ਮੇਰੀ ਵਾਈਫ ਆ ਤੇ ਇੱਕ ਮੇਰੀ ਬੇਟੀ ਆ, ਤੇ ਅਸੀਂ 3 ਜਾਣੇ ਰਹਿੰਦੇ, ਅਸੀਂ ਇਹਨੂੰ ਸੰਭਾਲ ਨਹੀਂ ਸਕਦੇ। ਤੇ ਇਸ ਗੱਲ ਦਾ ਦੁੱਖ ਵੀ ਬੜਾ ਲੱਗਿਆ। ਉਹਨੇ ਸਾਨੂੰ ਆਹ ਫੋਟੋਆਂ ਦਿਖਾਈਆਂ ਸੀਗੀਆਂ, ਆਹ ਸ਼ੁਕਲੇ ਦੀਆਂ ਪਹਿਲਾਂ ਫੋਟੋਆਂ ਸੀ ਜਿਹੜੀਆਂ ਮਿਸਿੰਗ ਵਾਲੀਆਂ ਸੀ। ਅਰੁਣ ਕੁਮਾਰ ਸ਼ੁਕਲਾ ਇਹਦਾ ਨਾਂ ਸੀ, ਸਨ ਆਫ ਸਾਰਾ ਕੁਝ ਲਿਖਿਆ ਹੋਇਆ, ਅਲੋਕ ਕੁਮਾਰ ਸ਼ੁਕਲਾ ਫੋਨ ਨੰਬਰ ਲਿਖੇ ਹੋਏ ਸੀਗੇ, ਗੁੰਮ ਹੋ ਗਿਆ ਸੀ ਵੀਰ ਇਹ। ਤੇ ਆਹ ਫੋਟੋ ਦੋਨੇ ਭਰਾਵਾਂ ਦੀ ਜਿਹੜੀ ਖਿੱਚ ਕੇ ਪਾਈ ਸੀ, ਆਹ ਸਕਾ ਭਰਾ ਵਾ ਇਹਦਾ ਰਿੰਕੂ ਸ਼ੁਕਲਾ ਵੀਰ,
ਆੜੀ ਪਿੱਛੇ ਗੱਡੀ ਖੜੀ ਹੈ ਕਰੂਜ਼, ਉਹ ਗੱਡੀ 'ਚ ਆਇਆ ਸੀ ਉਹ ਸਾਡੇ ਕੋਲੇ। ਤੇ ਯਾਨੀ ਕਿ ਦੋਨੋਂ ਭਰਾਵਾਂ ਦੀ ਫੋਟੋ ਉਹ ਸੀ ਜਿਹੜੀ ਅਸੀਂ ਖਿੱਚ ਕੇ ਫੇਸਬੁੱਕ ਤੇ ਪਾਈ ਸੀਗੀ। ਤੇ ਉਹ ਬੰਦਾ ਉਸ ਤੋਂ ਬਾਅਦ ਅੱਜ ਤੱਕ 4 ਸਾਲਾਂ ਦੇ ਵਿੱਚ ਮਸਾਂ 4 ਵਾਰੀ ਇੱਥੇ ਆਇਆ ਉਹ ਮਸਾਂ, ਉਹ ਵੀ 4 ਮਿੰਟ ਖੜ ਕੇ ਭੱਜ ਜਾਂਦਾ, ਉਹ ਆਇਆ ਨਹੀਂ, ਮੁੜ ਕੇ ਨਹੀਂ ਮਿਲਿਆ ਸਾਨੂੰ। ਤੇ ਪਰ ਇਸ ਗੱਲ ਦਾ ਜੇ ਆਪਾਂ ਦੂਜਾ ਪਾਸਾ, ਦੂਜਾ ਪਹਿਲੂ ਦੇਖੀਏ, ਜੇ ਇਹਦਾ ਭਰਾ ਸ਼ੁਕਲੇ ਨੂੰ ਲੈ ਜਾਂਦਾ ਬਾਈ ਨੂੰ ਉਦਣ ਆ ਕੇ ਉੱਥੋਂ ਸਾਡੇ ਕੋਲੋਂ, ਸ਼ਾਇਦ ਅੱਜ ਆਪਾਂ ਗੱਲਾਂ ਨਾ ਕਰਦੇ ਹੁੰਦੇ, ਸ਼ਾਇਦ ਆ ਸੇਵਾ ਹੀ ਸਟਾਰਟ ਨਾ ਹੁੰਦੀ। ਉਹ ਲੈ ਕੇ ਨਹੀਂ ਗਿਆ, ਇਹ ਵੀਰ ਸਾਡੇ ਕੋਲੇ ਰਹਿਣ ਲੱਗ ਗਿਆ। ਅਸੀਂ ਇੱਕ ਦਿਨ ਦੇਖਿਆ ਇਹ ਤੋਂ ਤੁਰ ਨਹੀਂ ਹੁੰਦਾ ਸੀ, ਵੀਕ ਬਹੁਤ ਸੀ ਵਿਚਾਰਾ। ਮਨ ਚ ਆਇਆ ਇਹਨੂੰ ਦਵਾਈ ਦਵਾ ਦਈਏ, ਡਾਕਟਰ ਸੱਦਿਆ, ਦਵਾਈ ਦਵਾਤੀ। ਦਵਾਈ ਦਵਾਉਣ ਨਾਲ ਥੋੜਾ ਜਿਹੇ 2 ਟੀਕੇ ਲਾਤੇ, ਤਾਕਤ ਵਾਲੇ, ਥੋੜਾ ਠੀਕ ਹੋ ਗਿਆ, ਮਾਲਸ਼ਾਂ ਕਰਤੀਆਂ 2-4 ਦਿਨ, ਇਹ ਤੁਰਨ ਲੱਗ ਗਿਆ। ਉੱਥੋਂ ਐਪਰੀਸ਼ੀਏਸ਼ਨ ਮਿਲੀ, ਮਨ ਦੇ ਵਿੱਚ ਇੱਕ ਚਿਣਕ ਲੱਗ ਗਈ ਕਹਿ ਦਈਏ। ਤੇ ਉਸ ਤੋਂ ਬਾਅਦ ਫਿਰ ਜਿਹੜੀ ਸਾਡੀ ਜਰਨੀ ਆ, ਇਹ ਸਾਡੀ ਜਿਹੜਾ ਸਫ਼ਰ ਆ ਇਹ ਸੇਵਾ ਦਾ, ਫਿਰ ਤੁਹਾਨੂੰ ਉਹ ਦੱਸਦੇ ਆ ਵੀ ਕਿੱਦਾਂ ਸ਼ੁਰੂ ਹੋਇਆ ਤੇ ਕਿੱਦਾਂ ਸਾਡੇ ਵੀਰ ਸਾਡੇ ਨਾਲ ਜੁੜਦੇ ਗਏ, ਕਿੱਥੇ ਤੱਕ ਅੱਜ ਅਸੀਂ ਪਹੁੰਚ ਗਏ ਆ। ਇਹ ਸਫ਼ਰ ਸੱਚੇ ਪਾਤਸ਼ਾਹ ਅੱਗੇ ਹੋਰ ਪਤਾ ਨਹੀਂ ਕਿੱਥੇ ਤੱਕ ਲੈ ਕੇ ਜਾਣਗੇ, ਇਹ ਉਹਨੂੰ ਪਤਾ, ਉੱਪਰ ਵਾਲੇ ਨੂੰ, ਜਿਹਨੇ ਇਹ ਸਫ਼ਰ ਤੈਅ ਕਰਾਇਆ ਉਹ ਅਗਲਾ ਵੀ ਤੈਅ ਕਰਾਊਗਾ, ਹੈ ਨਾ। ਇਹ ਫਿਰ ਇਹਦੀ ਸ਼ੁਕਲੇ ਵੀਰ ਨੂੰ ਨਮਾਉਂਦਿਆਂ ਦੀ ਸਾਡੀ ਫੋਟੋ ਆ ਉਸ ਟਾਈਮ ਦੀ, ਤੇ ਇਸ਼ਨਾਨ ਕਰਾਇਆ ਸ਼ੁਕਲੇ ਵੀਰ ਨੂੰ। ਤੇ ਫਿਰ ਉਸ ਤੋਂ 2-3 ਦਿਨਾਂ ਬਾਅਦ ਇਹ ਯਾਨੀ ਕਿ ਸ਼ੁਕਲੇ ਵੀਰ ਦੀ ਜਿਹੜੀ ਸੇਵਾ ਕੀਤੀ, ਉਸ ਤੋਂ 2-3 ਦਿਨ ਬਾਅਦ ਇੱਕ ਆਹ ਬੰਦਾ ਸਾਡੇ ਢਾਬੇ ਤੇ ਆ ਗਿਆ। ਦੇਖੋ ਇਹਦੇ ਹਾਲਾਤ ਇਹਦੇ ਵੀ ਉਸ ਤੋਂ ਮਾੜੇ ਸੀ। ਢਾਬੇ ਤੇ ਅੱਗੇ ਵੀ ਪਹਿਲਾਂ ਇਦਾਂ ਦੇ ਬੰਦੇ ਆਉਂਦੇ, ਅੱਜ ਕੱਲ੍ਹ ਆਮ ਜਿਹੜਾ ਢਾਬਾ, ਕੋਈ ਰੈਸਟੋਰੈਂਟ, ਕੋਈ ਚਾਹ ਦੀ ਦੁਕਾਨ ਆ, ਕੋਈ ਗੋਲ ਗੱਪਿਆਂ ਵਾਲਾ, ਉਹਨਾਂ ਕੋਲੇ ਜਿਹੜੇ ਸ਼ਹਿਰਾਂ 'ਚ ਮੰਗ ਤੇ ਤੁਰੇ ਫਿਰਦੇ ਆ, ਮੈਂਟਲੀ ਅਪਸੈਟ ਲੋਕ ਤੁਰੇ ਫਿਰਦੇ ਆ, ਉਹ ਬਸ ਜਾ ਕੇ ਖੜ ਜਾਂਦੇ ਆ ਤੇ ਉਹ ਕੋਈ ਉਹਨਾਂ ਨੂੰ ਕੋਈ ਖਾਣ ਵਾਲੀ ਚੀਜ਼ ਜਿਹੜੀ ਵੀ ਉਹ ਹੁੰਦੀ ਆ ਉਹਦੇ ਕੋਲੇ ਉਹ ਦੇ ਦਿੰਦੇ ਆ ਉਹਨਾਂ ਨੂੰ। ਤੇ ਉੱਦਾਂ ਹੀ ਸਾਡੇ ਕੋਲੇ ਵੀ ਆਉਂਦੇ ਹੁੰਦੇ ਸੀ, ਸਾਡੇ ਜਿਹੜੇ ਵਰਕਰ ਸੀ ਉਹ ਚਾਹ ਪਾਣੀ ਪਿਲਾ ਦਿੰਦੇ ਸੀ। ਮੈਂ ਉਹਨਾਂ ਨੂੰ ਕਿਹਾ ਹੋਇਆ ਸੀ ਵੀ ਇਹਨਾਂ ਨੂੰ ਕਿਸੇ ਨੂੰ ਵੀ ਜਿਹੜਾ ਲੋੜਵੰਦ ਆ ਉਹਨੂੰ ਮਨਾ ਨਹੀਂ ਕਰਨਾ, ਰੋਟੀ ਪਾਣੀ ਛਕਾ ਦਿਆ ਕਰੋ। ਤੇ ਪਰ ਸ਼ੁਕਲੇ ਵੀਰ ਦੀ ਪੋਸਟ ਪਾਉਣ ਤੋਂ ਬਾਅਦ, ਸ਼ੁਕਲੇ ਵੀਰ ਦੇ ਜਦੋਂ ਸਾਡੇ ਕੋਲੇ ਰਹਿਣਾ ਸ਼ੁਰੂ ਹੋ ਗਿਆ, ਇਹਦਾ ਭਰਾ ਨਹੀਂ ਲੈ ਕੇ ਗਿਆ, ਤਾਂ ਮਨ 'ਚ ਚਿਣਗ ਲੱਗ ਗਈ ਤੇ ਫਿਰ ਥੋੜਾ ਧਿਆਨ ਦੇਣਾ ਸ਼ੁਰੂ ਕਰਤਾ। ਫਿਰ ਇਹ ਬੰਦਾ ਸਾਨੂੰ ਮਿਲਿਆ। ਇਹ ਬੰਦੇ ਦੀ ਹਾਲਤ ਸ਼ੁਕਲੇ ਬਾਈ ਤੋਂ ਵੀ ਬਹੁਤ ਮਾੜੇ ਸੀ, ਸਰੀਰ ਪੂਰਾ ਗਲਿਆ ਪਿਆ ਸੀ ਇਹਦਾ। ਇਹਨੂੰ ਅਸੀਂ ਅੰਦਰ ਲੈ ਕੇ ਗਿਆ, ਮੈਂ ਲਿਜਾ ਕੇ ਤੇ ਇਹਨੂੰ ਆ ਪ੍ਰਸ਼ਾਦਾ ਛਕਾਇਆ। ਪ੍ਰਸ਼ਾਦਾ ਛਕਾ ਕੇ ਇਹਨੂੰ ਪਿੱਛੇ ਲਿਜਾ ਕੇ ਇਹਨੂੰ ਪਾਣੀ ਦੇਤਾ ਗਰਮ, ਕੱਢ ਕੇ ਤੇ ਸਾਬਣ ਦੇਤਾ, ਟੂਟੀ ਦੇ ਉੱਤੇ ਬਿਠਾਤਾ, ਕੱਪੜੇ ਇਹਦੇ ਲਾ ਤੇ ਮੰਨੇ ਨਾ ਪਹਿਲਾਂ ਤਾਂ ਵੀ ਮੈਂ ਨਹੀਂ ਨਹਾਉਣਾ। ਬੜੀ ਮੁਸ਼ਕਿਲ ਨਾਲ ਇਹਨੂੰ ਮਨਾਇਆ ਤੇ ਪਿੱਛੇ ਲਿਜਾ ਕੇ ਅਸੀਂ ਇਹਨੂੰ ਨਹਾਉਣ ਲੱਗੇ। ਤੇ ਆ ਦੇਖੋ ਇਹਦਾ ਪੂਰਾ ਸਰੀਰ ਇਹਦਾ ਗਲਿਆ ਪਿਆ। ਜਦੋਂ ਕੱਪੜੇ ਉਤਾਰੇ ਪੂਰੇ ਸਰੀਰ ਦੇ ਉੱਤੇ ਜਿਵੇਂ ਬਰਨ ਹੋਇਆ ਹੁੰਦਾ, ਜਾਣੀ ਕਿ ਕੋਈ ਜ਼ਖਮ ਹੋਏ ਸੀ ਬਹੁਤ ਜ਼ਿਆਦਾ ਪੂਰੇ ਬਾਡੀ ਦੇ ਉੱਪਰ। ਤੇ ਫਿਰ ਆ ਦੇਖੋ ਇਹਦੇ ਵਾਲ ਕੱਟੇ, ਜਟਾਵਾਂ ਸੀ ਸਿਰ ਦੇ ਵਿੱਚ, ਉਹਦੇ ਮਸ਼ੀਨ ਲਾਈ, ਮਸ਼ੀਨ ਲਾ ਕੇ ਤੇ ਉਹਨੂੰ ਸਾਫ਼ ਕਰਕੇ ਨਵਾ ਧਵਾ ਕੇ ਤੇ ਇਹਦੇ ਕੱਪੜੇ ਸੋਹਣੇ ਪਵਾਤੇ। ਆ ਦੇਖੋ 9 ਕੱਟੇ ਉਹਦੇ ਕਿੱਡੇ ਆ। ਮੇਰੀ ਉਸ ਟਾਈਮ ਦੀ ਸ਼ਕਲ ਆ ਜੀ ਇਹ। ਮੈਂ ਉਸ ਟਾਈਮ ਇਦਾਂ ਦਾ ਸੀ, ਕਲਯੁਗੀ ਬੰਦਾ, ਤੇ ਅੱਜ ਸੱਚੇ ਪਾਤਸ਼ਾਹ ਨੇ ਕੇਸ ਦਾੜਾ ਵੀ ਬਖਸ਼ਤਾ। ਤੇ ਇਦਾਂ ਕਰਦੇ ਕਰਦੇ ਫਿਰ ਥੋੜੇ ਦਿਨਾਂ ਬਾਅਦ ਇੱਕ ਆਹ ਬਜ਼ੁਰਗ ਮਿਲਿਆ ਸਾਨੂੰ। ਉਸ ਤੋਂ ਇਹ ਬਾਪੂ ਉੱਥੇ ਨੇੜੇ ਦੇ ਪਿੰਡ ਦਾ ਸੀ, 5 ਝੱਗੇ ਪਾਏ ਹੁੰਦੇ ਸੀ, ਇਹਦੇ ਗੰਦੇ ਕੱਪੜੇ ਪਾਏ ਹੁੰਦੇ ਸੀ, ਉਵੇਂ ਹੀ ਗਰਮੀਆਂ ਦੇ ਵਿੱਚ ਤੁਰਿਆ ਫਿਰਦਾ ਹੁੰਦਾ ਸੀ ਬਾਪੂ ਇਹ। ਤੇ ਇਹਨੂੰ ਵੀ ਬਾਪੂ ਨੂੰ ਮੈਂ ਇਦਾਂ ਹੀ ਫੜ ਕੇ, ਆ ਦੇਖੋ ਤੁਸੀਂ, ਆ ਫੜ ਕੇ ਮੈਂ ਲਈ ਜਾ ਰਿਹਾ ਤੇ ਢਾਬੇ ਦੇ ਮਗਰ ਲਿਜਾ ਕੇ ਪਿਛਲੇ ਪਾਸੇ ਜਿੱਥੇ ਸਣੇ ਕੱਪੜੇ ਨੂੰ ਉਹਦੇ ਪਾਣੀ ਪਾਤਾ ਸਿਰ ਦੇ ਵਿੱਚ 2 ਬਾਲਟੀਆਂ। ਉਹ ਭੱਜਦਾ ਸੀ ਵੀ ਮੈਂ ਨਹੀਂ ਨਹਾਉਣਾ। ਤੇ ਮੈਨੂੰ ਐ ਸੀ ਵੀ ਭੱਜ ਨਾ ਜਾਵੇ, ਤੇ ਫੜ ਕੇ ਉਹਦੇ ਤੇ ਸਿਰ 'ਚ 2 ਬਾਲਟੀਆਂ ਪਾਣੀ ਦੀਆਂ ਪਾਤੀਆਂ। ਚਲੋ ਫਿਰ ਉਹਨੇ ਕੱਪੜੇ ਲਾ ਲਏ। ਫਿਰ ਉਹਦੇ ਦੇਖੋ ਤੁਸੀਂ ਪੂਰਾ ਮਲ ਕੇ ਸਾਰੇ ਸਰੀਰ ਦੇ ਉੱਤੋਂ ਮੈਲ ਲਾਈ, ਨਮਾਇਆ ਬਾਪੂ ਨੂੰ। ਉਹਦੇ ਸਿਰ ਦੇ ਵਿੱਚ ਕੇਸ ਸੀ, ਜਟਾਂ ਬਣੀਆਂ ਪਈਆਂ ਸੀਗੀਆਂ, ਉਹਨਾਂ ਨੂੰ ਕੰਘਾ ਕੀਤਾ। ਕੰਘਾ ਕਰਕੇ ਆ ਦੇਖੋ ਜੂੜਾ ਕਰਕੇ ਉਹਨਾਂ ਦੇ ਪੱਗ ਬੰਨੀ, ਦਸਤਾਰ ਬੰਨ੍ਹਤੀ। ਦਸਤਾਰ ਬੰਨਣ ਤੋਂ ਬਾਅਦ ਉਹੀ ਬੰਦਾ ਇਦਾਂ ਦਾ ਹੋ ਗਿਆ। ਤੇ ਉਸ ਦਿਨ ਛੋਟਾ ਭਰਾ ਸਾਡਾ ਵੀਰਿੰਦਰ ਗਰੇ ਵਾਲਾ ਪਿੱਛੇ ਖੜਾ, ਜਦ ਤੱਕ 3 ਬੰਦਿਆਂ ਦਾ ਇਸ਼ਨਾਨ ਕਰਾਤਾ ਸੀਗਾ। ਸ਼ੁਕਲਾ ਵੀਰ ਸਾਡੇ ਕੋਲ ਰਹਿੰਦਾ ਸੀਗਾ। ਤੇ ਆ ਮੇਰੀ ਤਸਵੀਰ ਆ ਉਸ ਟਾਈਮ ਦੀ ਜੀ। ਤੇ ਆ ਸਾਡਾ ਛੋਟਾ ਭਰਾ ਜਿਹੜਾ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕਿਆ, ਉਹਦੀ ਤਸਵੀਰ ਆ। ਤੇ ਉਦੋਂ ਫਿਰ ਇਹ ਵੀਰ ਸਾਡੇ ਕੋਲ ਆਇਆ ਹੋਇਆ ਸੀਗਾ ਵੀਰਿੰਦਰ, ਤੇ ਇਹਨੇ ਵੀ ਬੜਾ ਐਪਰੀਸ਼ੀਏਟ ਕੀਤਾ ਵੀ ਬਾਈ ਬਹੁਤ ਚੰਗੀ ਗੱਲ ਕੀਤੀ ਯਾਰ, ਆ ਤਾਂ ਵੀ ਬੰਦੇ ਦਾ ਇਸ਼ਨਾਨ ਕਰਾਇਆ ਨਾ, ਪ੍ਰਸ਼ਾਦਾ ਪਾਣੀ ਛਕਾਤਾ। ਫਿਰ ਥੋੜੇ ਦਿਨਾਂ ਬਾਅਦ ਇੱਕ ਆਹ ਬੰਦਾ ਮਿਲਿਆ ਜੀ, ਇਹਦੇ ਵੀ ਹਾਲਾਤ ਉਦਾਂ ਦੇ ਸੀ। 10 ਦਿਨਾਂ ਬਾਅਦ ਇਹ ਜਾਣੀ ਕਿ ਸਾਡੀ ਸ਼ੁਰੂਆਤੀ ਜਰਨੀ ਆ, ਇਹਨੂੰ ਵੀ ਇਦਾਂ ਹੀ ਅਸੀਂ ਪ੍ਰਸ਼ਾਦਾ ਛਕਾਇਆ। ਇਹਦੇ ਵੀ ਸਿਰ 'ਚ ਜੂਆਂ ਚਿੱਚੜ ਪਏ ਹੋਏ ਸੀਗੇ, ਹਾਲਤ ਬਹੁਤ ਨਹੀਂ ਬਾਪੂ। ਤੇ
ਇਹਦੇ ਵੀ ਇਦਾਂ ਹੀ ਬਾਲ ਸਿਰ ਦੇ ਵਿੱਚੋਂ ਕੱਟੇ, ਮਸ਼ੀਨ ਅਸੀਂ ਮੁੱਲ ਲੈ ਆਏ ਸੀ 1100-1200 ਦੀ, ਤੇ ਬਾਲਾਂ ਦੇ ਵਿੱਚ ਮਸ਼ੀਨ ਲਾਈ ਸਾਫ਼ ਕਰਕੇ ਬਾਲ। ਤੇ ਇਹਦੇ ਵੀ ਪੈਰ ਪੂਰ ਬਹੁਤ ਗਲੇ ਪਏ ਸੀ ਵਿਚਾਰੇ ਦੇ, ਪਤਾ ਨਹੀਂ ਕਿੰਨੇ ਸਾਲਾਂ ਤੋਂ ਸੜਕ ਤੇ ਹੀ ਘੁੰਮਦਾ ਸੀ ਇਹ ਬੰਦਾ। ਤੇ ਇਹਨੂੰ ਵੀ ਪ੍ਰਸ਼ਾਦਾ ਪਾਣੀ ਛਕਾਇਆ, ਨਮਾ ਕੇ ਅਸੀਂ ਤੇ ਕੱਪੜੇ ਪਵਾ ਕੇ, ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹਦੀ ਵੀ ਥੋੜੀ ਜਾਨੀ ਕਿ ਸੁਰਤ ਸੰਭਲ ਗਿਆ ਇਹ। ਆਹ ਦੇਖੋ, ਆ ਇਹਦੀ ਵੀਰ ਦੀ ਤਸਵੀਰ ਆ, ਤੇ ਆਹ ਉਸ ਟਾਈਮ ਦੀ ਮੇਰੀ ਤਸਵੀਰ ਆ। ਤੇ ਇਦਾਂ ਕਰਦੇ ਕਰਦੇ ਜੀ ਅਸੀਂ ਇਸ ਸਫ਼ਰ ਨੂੰ ਹੋਰ ਅੱਗੇ ਲਈ ਗਏ। ਜਿਹੜਾ ਵੀ ਕੋਈ ਇਦਾਂ ਦਾ ਵੀਰ ਮਿਲਣਾ, ਉੱਥੇ ਉਹਨੂੰ ਇਸ਼ਨਾਨ ਕਰਾਉਣਾ, ਕੱਪੜੇ ਬਦਲਾਉਣੇ, ਪ੍ਰਸ਼ਾਦਾ ਪਾਣੀ ਛਕਾ ਦੇਣਾ। ਫਿਰ ਸਾਨੂੰ ਫੋਨ ਆਉਣ ਸ਼ੁਰੂ ਹੋ ਗਏ WhatsApp Facebook ਦੇ ਉੱਪਰ, ਕਮੈਂਟਾਂ ਦੇ ਵਿੱਚ ਲੋਕ ਆਪਣਾ ਨੰਬਰ ਮੰਗਣ ਲੱਗ ਗਏ ਸਾਡਾ। ਫਿਰ ਨੰਬਰ ਦੇਤਾ। ਫਿਰ ਸਾਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਵੀ ਚੌਂਕੀ ਮਾਨਾ ਪਿੰਡ ਦੇ ਵਿੱਚ, ਲੁਧਿਆਣਾ ਸ਼ਹਿਰ ਦੇ ਬਾਹਰਲੇ ਪਾਸੇ ਪਿੰਡ ਹੈ, ਇੱਕ ਬਜ਼ੁਰਗ ਬੈਠਾ, ਉਹਦੇ ਲੱਤ 'ਚ ਕੀੜੇ ਪਏ ਹੋਏ ਆ, ਵੀ 6 ਮਹੀਨੇ ਹੋ ਗਏ ਉਹ ਆਪਦੇ ਪਿੰਡ 'ਚ ਘੁੰਮਦਾ। ਜ਼ਿਮੀਂਦਾਰ ਬੰਦਾ, 8 ਭਰਾ ਵਾ, ਢਾਲੀ ਵਾਲਾ ਕੇਸਰ ਸਿੰਘ ਢਾਲੀ ਵਾਲਾ ਉਹਦਾ ਨਾਮ ਆ। 2 ਉਹਦੇ ਪੁੱਤ ਆ, ਇੱਕ ਬਾਹਰ ਗਿਆ ਹੋਇਆ, ਇੱਕ ਇੱਥੇ ਆ। ਜਿਹੜਾ ਇੱਥੇ ਵਾਲਾ ਪੁੱਤ ਆ ਉਹ ਚਿੱਟਾ ਲਾਉਣ ਲੱਗ ਗਿਆ, ਤੇ ਜਿਹੜਾ ਨਾਲ ਭਤੀਜਾ ਵਾ ਰਲ ਕੇ 2 ਉਹ ਨਸ਼ਾ ਕਰਦੇ ਆ, ਵੇਚਦੇ ਆ। ਤੇ ਬਾਪੂ ਦੀ ਜ਼ਮੀਨ ਵੀ ਸਾਰੀ ਵੇਚਤੀ ਨਸ਼ੇ ਦੇ ਵਿੱਚ, ਤੇ ਬਾਪੂ ਨੂੰ ਸੰਗਲ ਨਾਲ ਬੰਨਿਆ ਸੀ, ਉਹ ਪਿੰਡ ਵਾਲਿਆਂ ਨੇ ਛਡਾਤਾ। ਤੇ ਪਰ ਬਾਪੂ ਦੇ ਕੀੜੇ ਪੈ ਗਏ ਲੱਤ 'ਚ, ਹੁਣ ਪਿੰਡ 'ਚ ਹੀ ਘੁੰਮਦਾ, ਕੋਈ ਮਦਦ ਨਹੀਂ ਕਰਦਾ। ਪਹਿਲਾਂ ਤਾਂ ਉਹਦੀ ਗੱਲ ਸੁਣ ਕੇ ਯਕੀਨ ਨਹੀਂ ਆਇਆ ਬੰਦੇ ਦੀ ਵੀ ਇਦਾਂ ਹੋ ਨਹੀਂ ਸਕਦਾ। ਸਾਡੇ ਪਿੰਡਾਂ 'ਚ ਤਾਂ ਜੇ ਜਾਨਵਰ ਦੇ ਵੀ ਕਿਸੇ ਦੇ ਕੀੜੇ ਪਏ ਹੋਣ ਤੇ ਸਾਰਾ ਪਿੰਡ ਵਾਲੇ ਲੱਗ ਕੇ ਉਹਨੂੰ ਰੋਕ ਲੈਣੇ, ਜ਼ਖਮ ਸਾਫ਼ ਕਰ ਦਿੰਦੇ। ਵੀ ਤਾਂ ਬੰਦਾ, ਜ਼ਿਮੀਂਦਾਰ ਬੰਦਾ, ਕਿੱਦਾਂ ਹੋ ਸਕਦੀ ਹੈ ਗੱਲ। ਉਹਨੂੰ ਅਸੀਂ ਲਾਰਾ ਲਾਤਾ, ਜਵਾਬ ਦੇਤਾ। ਅਸੀਂ ਕਿਹਾ ਵੀਰੇ ਅਸੀਂ ਐਂ ਬੰਦੇ ਨਹੀਂ ਲੈ ਕੇ, ਉਹਨੂੰ ਵੀ ਸਾਡੇ ਢਾਬੇ ਤੇ ਜੇ ਕੋਈ ਆ ਜਾਂਦਾ ਤਾਂ ਇਸ਼ਨਾਨ ਪਾਣੀ ਕਰਾ ਦੇਈਦਾ ਵਾ, ਨਵਾ ਦੇਈਦਾ, ਰੋਟੀ ਪਾਣੀ ਖਵਾ ਦੇਈਦਾ, ਵੀ ਅਸੀਂ ਪਿੰਡਾਂ ਤੋਂ ਬੰਦੇ ਨਹੀਂ ਚੱਕਦੇ। ਪਰ ਉੱਪਰ ਵਾਲੇ ਨੇ ਕੁਛ ਵਿਉਂਤਬੰਦੀ ਬਣਾਈ ਹੋਈ ਸੀ ਉਸ ਵਾਹਿਗੁਰੂ ਨੇ, ਤੇ ਉਹ ਆਪਦੀ ਖੇਡ ਰਹੇ ਸੀ। ਅਸੀਂ ਜਵਾਬ ਦਿੱਤਾ, ਉਹਨੇ ਦੂਏ ਤੀਏ ਦਿਨ ਬਾਅਦ ਫਿਰ ਫੋਨ ਕੀਤਾ, ਫਿਰ ਜਵਾਬ 3-4 ਵਾਰ ਉਹਨੂੰ ਜਵਾਬ ਦਿੱਤਾ। ਇਸੇ ਤਰ੍ਹਾਂ ਹੀ ਪੋਸਟਾਂ ਦੇ ਉੱਤੇ ਬਹੁਤ ਕਮੈਂਟ ਆਉਂਦੇ ਹੁੰਦੇ ਸੀ, ਲੋਕਾਂ ਨੇ ਬਹੁਤ, ਆਪਦੇ ਰਿਸ਼ਤੇਦਾਰਾਂ ਨੇ, ਭੈਣ ਭਰਾਵਾਂ ਨੇ ਬਹੁਤ ਐਪਰੀਸ਼ੀਏਟ ਕਰਨਾ, ਦੋਸਤਾਂ ਨੇ ਬਹੁਤ ਐਪਰੀਸ਼ੀਏਟ ਕਰਨਾ ਇਹ ਸਾਰੀਆਂ ਪੋਸਟਾਂ ਦੇਖ ਕੇ, ਜਿਹੜੀਆਂ ਤੁਹਾਨੂੰ ਹੁਣ ਤੱਕ ਮੈਂ ਦਿਖਾਈਆਂ। ਤਾਂ ਮੇਰਾ ਛੋਟਾ ਬ੍ਰਦਰ ਇਕਵਿੰਦਰਜੀਤ ਸਿੰਘ, ਜੋ ਬਾਹਰ ਆ ਕੈਨੇਡਾ ਦੇ ਵਿੱਚ, ਉਸ ਟਾਈਮ ਵਿਨੀਪੈਗ ਸੀ, ਉਹਨੇ ਮੈਨੂੰ ਕਮੈਂਟ ਕੀਤਾ ਇੱਕ ਪੋਸਟ ਦੇ ਉੱਪਰ, ਬਾਪੂ ਜੀ ਨੂੰ ਨਮਾਉਂਦਿਆਂ ਦੀ, ਜਿਹਦੇ ਸਿਰ ਤੇ ਜ਼ਖਮ ਸੀ ਪੂਰੇ ਸਰੀਰ ਤੇ, ਉਹਨਾਂ ਦੀ ਪੋਸਟ ਤੇ ਉਹਨੇ ਲਿਖਿਆ, ਬਾਈ ਜੀ ਗੁੱਡ ਜੌਬ, ਗ੍ਰੇਟ ਜੌਬ ਲਿਖ ਕੇ ਥੱਲੇ ਉਹਨੇ ਲਿਖਿਆ ਪੰਜਾਬੀ ਦੇ ਵਿੱਚ, ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ। ਉਹ ਗੱਲ ਇੰਨੀ ਵਧੀਆ ਤਰੀਕੇ ਨਾਲ ਪੰਜਾਬੀ 'ਚ ਲਿਖੀ ਹੋਈ ਸੀ ਤੇ ਮਨ ਦੇ ਵਿੱਚ ਕਿਤੇ ਨਾ ਕਿਤੇ ਸਮਾ ਗਈ। ਉਸ ਟਾਈਮ ਇੱਕ ਭਾਵਨਾਵਾਂ ਇਦਾਂ ਦੀਆਂ ਚੱਲਦੀਆਂ ਸੀ ਦਿਮਾਗ ਦੇ ਵਿੱਚ, ਕਿਉਂਕਿ 5-6 ਬੰਦਿਆਂ ਨੂੰ ਨਿਭਾ ਚੁੱਕੇ ਸੀ, ਉਹਨਾਂ ਨੂੰ ਸੇਵਾ ਕਰ ਚੁੱਕੇ ਸੀ। ਸ਼ੁਕਲਾ ਬਾਪੂ ਸਾਡੇ ਕੋਲ ਰਹਿੰਦਾ ਸੀ ਉਸ ਟਾਈਮ ਇੱਕ, ਹੈ ਨਾ, ਤੇ ਦਿਲ ਦੇ ਵਿੱਚ ਭਾਵਨਾ ਸੀ। ਉਸ ਟਾਈਮ ਜਦੋਂ ਕੋਈ ਪੋਸਟ ਪਾਉਂਦੇ ਸੀ ਤਾਂ ਉਹਦੇ ਤੇ ਲਿਖ ਦਿੰਦਾ ਸੀ ਮੈਂ ਹਮੇਸ਼ਾ ਹੀ ਬ੍ਰੈਕਟ ਦੇ ਵਿੱਚ, ਪੁਨਰਵਾਸ ਮਤਲਬ ਇੱਕ ਦੁਬਾਰਾ ਜ਼ਿੰਦਗੀ ਮਿਲੀ, ਮਤਲਬ ਦੁਬਾਰਾ ਨਵਾਂ ਘਰ। ਉਹ ਜਦੋਂ ਛੋਟੇ ਭਰਾ ਨੇ ਲਿਖ ਕੇ ਭੇਜਿਆ, ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ, ਗ੍ਰੇਟ ਜੌਬ, ਗੁੱਡ ਜੌਬ ਬਾਈ ਜੀ, ਤਾਂ ਮੈਂ ਕਾਪੀ ਪੇਸਟ ਕਰਕੇ ਉਹ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਪੂਰਾ ਸੈਂਟੈਂਸ ਪੇਸਟ ਕਰਤਾ। ਜਿਹੜਾ ਪੇਜ ਸੀਗਾ ਮਿੰਟੂ ਮਾਲਵਾ ਦੇ ਨਾਂ ਤੇ, ਉਹਦਾ ਨਾਮ ਬਦਲ ਕੇ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ, ਇੱਦਾਂ ਪੂਰਾ ਲਿਖਿਆ, ਉਵੇਂ ਪੇਸਟ ਕਰਤਾ। ਸਾਲ 1.5 ਸਾਲ ਫਿਰ ਇੱਦਾਂ ਹੀ ਚੱਲਿਆ। ਜਦੋਂ ਉਹ ਪੇਸਟ ਕਰਿਆ ਤੇ ਸ਼ਾਮ ਨੂੰ ਹੀ, ਉਸੇ ਦਿਨ ਹੀ ਸ਼ਾਮ ਨੂੰ ਮੈਨੂੰ ਚੌਂਕੀ ਮਾਨਾ ਤੋਂ ਫਿਰ ਫੋਨ ਆ ਗਿਆ ਵੀ ਬਾਈ ਜੀ ਤੁਸੀਂ ਤਾਂ ਮਨੁੱਖਤਾ ਦੀ ਸੇਵਾ ਕਰਦੇ ਹੋ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਯਾਰ ਅਸੀਂ ਤੁਹਾਨੂੰ 4-5 ਦਿਨਾਂ ਤੋਂ ਫੋਨ ਕਰਦੇ ਹਾਂ, ਸਾਡੇ ਪਿੰਡ ਬੰਦੇ ਦੇ ਕੀੜੇ ਪਏ ਹੋਏ ਆ, ਵੀ ਤੁਹਾਨੂੰ ਦੱਸਿਆ ਵੀ ਆ ਵੀ ਉਹ ਸੜਕ 'ਤੇ ਸੌਂਦਾ ਵਿਚਾਰਾ, ਤੁਸੀਂ ਉਹਦੀ ਤਾਂ ਮਦਦ ਨਹੀਂ ਕਰ ਸਕੇ, 5 ਦਿਨਾਂ ਤੋਂ ਸਾਨੂੰ ਲਾਰੇ ਲਾਈ ਜਾਂਦੇ ਹੋ। ਵੀ ਪੇਜ ਦਾ ਨਾਂ ਤੁਸੀਂ ਰੱਖ ਲਿਆ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ, ਕਿਉਂਕਿ ਖੇਡ ਉਹ ਉੱਪਰ ਬੈਠਾ ਖੇਡ ਰਿਹਾ ਸੀ ਬਾਈ। ਤੇ ਜਦੋਂ ਉਹ ਬਾਈ ਨੇ ਕਿਹਾ, ਟਾਂਚ ਮਾਰੀ ਜਿਵੇਂ ਕਹਿ ਦਈਏ, ਤੇ ਟਾਂਚ ਮਾਰੀ ਤੇ ਬੜਾ ਮਨ ਨੂੰ ਐ ਲੱਗਿਆ, ਦੁੱਖ ਜਿਹਾ ਠੇਸ ਜੀ ਪਹੁੰਚੀ ਵੀ ਯਾਰ ਵਾਕਿਆ ਹੀ ਜਾਂ ਤਾਂ ਪੇਜ ਦਾ ਨਾਮ ਬਦਲਣਾ ਪਊਗਾ ਜਾਂ ਫਿਰ ਮਦਦ ਵੀ ਕਰਨੀ ਪਊ ਲੋਕਾਂ ਦੀ। ਵੀ ਮੇਰੇ ਦੋਸਤ ਵੀਰਿੰਦਰ ਗਰੇਵਾਲ, 1-2 ਹੋਰ ਸੀਗੇ ਮਿੱਤਰ ਮੇਰੇ, ਉਹ ਕੋਲੇ ਬੈਠੇ ਸੀ। ਮੈਂ ਉਹਨਾਂ ਨੂੰ ਕਿਹਾ, ਇਟਲੀ ਵਰਡ ਸੀਗੇ ਜਿਹੜੇ ਮੇਰੇ, ਮੈਂ ਕਿਹਾ ਯਾਰ ਆਪਾਂ ਪੰਗਾ ਲੈ ਲਿਆ ਵੀ ਲੋਕਾਂ ਦੀਆਂ ਉਮੀਦਾਂ ਵੱਧ ਗਈਆਂ ਆਪਣੇ ਤੋਂ, ਲੋਕ ਫੋਨ ਕਰਦੇ ਆ ਵੀ ਇੱਥੇ ਬੰਦਾ ਪਿਆ, ਉੱਥੇ ਬੰਦਾ, ਹੋਰ ਵੀ 2-3 ਫੋਨ ਆਏ ਸੀ ਉਸ ਦੌਰਾਨ ਸਾਨੂੰ, ਪਰ ਉਹਨਾਂ ਨੂੰ ਅਸੀਂ ਲਾਰਾ ਲਾਤਾ, ਜਵਾਬ ਦਿੱਤਾ ਸੀ ਵੀ ਅਸੀਂ ਨਹੀਂ ਲੈ ਕੇ ਜਾਂਦੇ, ਕਿਉਂਕਿ ਅਸੀਂ ਤਾਂ ਉੱਥੇ ਆਏ ਨੂੰ ਨਮਾਉਂਦੇ, ਅਸੀਂ ਲੈ ਕੇ ਨਹੀਂ ਆਉਂਦੇ। ਵੀ ਯਾਰ ਲੋਕ ਫੋਨ ਕਰਨ ਲੱਗ ਗਏ ਆਪਾਂ ਨੂੰ ਵੀ ਕੀ ਕਰੀਏ, ਵੀ ਇੱਕ ਬਾਬਾ ਦੱਸਦੇ ਚੌਂਕੀ ਮਾਨ ਵੀ ਉਹਦੇ ਕੀੜੇ ਪਏ ਹੋਏ ਆ, ਵੀ ਕੀ ਕਰੀਏ। ਉਹ ਕਹਿੰਦੇ ਬਾਈ ਆਪਾਂ ਕੀ ਕਰ ਸਕਦੇ ਹਾਂ, ਜਿਵੇਂ ਮਨ 'ਚ ਖਿਆਲ ਵਾਹਿਗੁਰੂ ਪਾਉਂਦਾ ਸੱਚੇ ਪਾਤਸ਼ਾਹ। ਮੈਂ ਕਿਹਾ ਯਾਰ ਆਪਾਂ ਹੋਰ ਨਹੀਂ ਕੁਛ ਕਰ ਸਕਦੇ, ਆਪਾਂ 10,000 ਰੁਪਈਆ ਹੀ ਦੇ ਆਉਂਦੇ ਹਾਂ ਉੱਥੇ ਪਿੰਡ ਦੇ ਕਿਸੇ ਬੰਦੇ ਨੂੰ ਵੀ, ਭਾਈ ਉਹਦਾ ਇਲਾਜ ਕਰਾ ਦੇਣਗੇ, ਕੀੜੇ ਕਢਾ ਦੇਣਗੇ। ਤੇ ਉਹ ਕਹਿੰਦੇ ਹਾਂ ਆਹ ਗੱਲ ਠੀਕ ਆ ਬਾਈ। ਆਹ ਗੱਲ ਅਸੀਂ ਕੀਤੀ ਤੇ ਅਸੀਂ ਗੱਡੀ ਚੱਕੀ, ਵੀਰਿੰਦਰ ਗਰੇਵਾਲ ਦੀ ਗੱਡੀ ਸੀ, ਤੇ ਅਸੀਂ ਉੱਥੇ ਉਹਨੂੰ ਬਾਈ ਨੂੰ ਫੋਨ ਕਰਤਾ, ਚੌਂਕੀ ਮਾਨ ਜਿਹੜਾ ਫੋਨ ਕਰ ਰਿਹਾ ਸੀ ਸਾਨੂੰ ਇੰਨੇ ਦਿਨਾਂ ਤੋਂ,
ਅਸੀਂ ਕਿਹਾ ਬਾਈ ਤੇਰੇ ਪਿੰਡ ਆਉਣੇ ਅਸੀਂ ਵੀ ਤੂੰ ਕਿੱਥੇ ਹੋ, ਕਹਿੰਦਾ ਮੈਂ ਉੱਥੇ ਹੀ ਆ। ਅਸੀਂ ਕਿਹਾ ਆਉਣੇ ਉੱਥੇ। ਅਸੀਂ ਪਿੰਡ ਪਹੁੰਚ ਗਏ। ਪਿੰਡ ਪਹੁੰਚ ਕੇ ਉਹਨੂੰ ਫੋਨ ਲਾਇਆ, ਉਹਨੇ ਫੋਨ ਨਹੀਂ ਚੱਕਿਆ ਸਾਡਾ। ਉਹਦੇ ਨੂੰ ਅਸੀਂ 5-10 ਫੋਨ ਲਾਏ, ਉਹਨੇ ਚੱਕਿਆ ਨਹੀਂ। ਅਸੀਂ ਵੀ ਬਾਪੂ ਨੂੰ ਅੱਡੇ 'ਚ ਪਿੰਡ 'ਚ ਲੱਭਣਾ ਸ਼ੁਰੂ ਕਰਤਾ। ਸਾਨੂੰ ਨਾਂ ਨਹੀਂ ਸੀ ਪਤਾ, ਸਾਨੂੰ ਇਹ ਨਹੀਂ ਪਤਾ ਸੀ ਕੌਣ ਆ ਬੰਦਾ, ਸਾਨੂੰ ਕਿਤੇ ਨਾ ਲੱਭਿਆ। ਅੱਧੇ ਪੌਣੇ ਘੰਟੇ ਬਾਅਦ ਫਿਰ ਹੋਰ ਨੰਬਰ ਤੋਂ ਕਾਲ ਕੀਤੀ ਅਸੀਂ, ਹੋਰ ਨੰਬਰ ਤੋਂ ਕਾਲ ਕੀਤੀ ਜਦੋਂ, ਤਾਂ ਫਿਰ ਉਹਨੇ ਫੋਨ ਚੱਕ ਲਿਆ। ਫੋਨ ਚੱਕਿਆ ਤਾਂ ਅਸੀਂ ਉਹਨੂੰ ਪੁੱਛਿਆ, ਯਾਰ ਬਾਈ ਤੂੰ ਐਡੀ ਦੂਰੋਂ ਸਾਨੂੰ ਸੱਦਿਆ ਵੀ ਹੁਣ ਤੂੰ ਫੋਨ ਹੀ ਨਹੀਂ ਚੱਕਦਾ। ਉਹ ਕਹਿੰਦਾ ਬਾਈ ਮੈਂ ਸਾਹਮਣੇ ਨਹੀਂ ਆ ਸਕਦਾ, ਵੀ ਉਹ ਨਸ਼ਾ ਕਰਦੇ ਆ, ਵੇਚਦੇ ਆ, ਮੈਨੂੰ ਮਾਰਨਗੇ, ਕੁੱਟਣਗੇ, ਵੀ ਮੈਂ ਨਹੀਂ ਜਾਣਾ, ਵੀ ਮੈਨੂੰ। ਮੈਂ ਕਿਹਾ ਯਾਰ ਸਾਨੂੰ ਸੱਦਿਆ ਤੂੰ, ਫਿਰ ਸਾਨੂੰ ਬਾਪੂ ਦੱਸ ਕਿੱਥੇ ਆ, ਵੀ ਸਾਨੂੰ ਤੂੰ ਬੇਵਕੂਫ ਕਾਹਤੋਂ ਬਣਾਉਣਾ। ਉਹਨੇ ਸਾਨੂੰ ਦੱਸਿਆ ਵੀ ਬਾਪੂ ਦੂਜੇ ਪਿੰਡ ਦੇ ਅੱਡੇ 'ਚ ਬੈਠਾ, ਚੌਂਕੀਮਾਨਾਂ ਦੇ ਨਾਲ ਪਿੰਡ ਗੁੜੇ ਪਿੰਡ ਆ। ਅਸੀਂ ਗੁੜੇ ਪਿੰਡ ਜਦੋਂ ਗਏ, ਉਹ ਤਸਵੀਰ ਤੁਹਾਨੂੰ ਦਿਖਾਉਣੀ। ਸ਼ਾਇਦ ਵੀਡੀਓ ਲੰਬੀ ਚਲੀ ਜਾਵੇ ਕਿਉਂਕਿ ਇੱਕ ਮਨੁੱਖਤਾ ਦੀ ਸੇਵਾ ਕਿੱਦਾਂ ਸ਼ੁਰੂ ਹੋਈ ਇਹਦੀ ਇੱਕ ਸਟੋਰੀ ਹੈ ਪੂਰੀ, ਸ਼ਾਇਦ ਲੰਬੀ ਜਾਵੇ। ਪਲੀਜ਼ ਸ਼ੇਅਰ ਕਰ ਦਿਓ, ਧਿਆਨ ਨਾਲ ਸੁਣਿਓ ਵੀ, ਤੇ ਇਹ ਜ਼ਰੂਰ ਸਾਡੀ ਮੈਸੇਜ ਨੂੰ ਵੀ ਅੱਗੇ ਤੱਕ ਪਹੁੰਚਾਇਓ। ਤੇ ਆਹ ਬਾਪੂ ਕੇਸਰ ਸਿੰਘ ਢਾਲੀਵਾਲ ਜੀ ਨੇ ਉਸ ਟਾਈਮ ਬੈਠੇ ਸੀ, ਜਿਵੇਂ ਆਹ ਦੇਖੋ ਇਹਨਾਂ ਦੀ ਲੱਤ 'ਚ ਕੀੜੇ ਪਏ ਹੋਏ ਸੀ ਉਸ ਟਾਈਮ। ਕਿਸੇ ਨੇ ਹਲਦੀ, ਕਿਸੇ ਨੇ ਮਿੱਟੀ ਦਾ ਤੇਲ ਪਾਇਆ ਹੋਇਆ, ਕੱਛਾ ਪਾਇਆ ਸੀ, ਸਿਰ ਤੋਂ ਪੱਗ ਲਈ ਹੋਈ ਸੀ। ਸਰਦਾਰ ਕੇਸਰ ਸਿੰਘ ਢਾਲੀਵਾਲ 7 ਕਿੱਲੇ ਜ਼ਮੀਨ ਦਾ ਮਾਲਕ, 2 ਪੁੱਤਾਂ ਦਾ ਬਾਪ, 8 ਭਰਾਵਾਂ ਦਾ ਭਰਾ, ਇੱਕ ਪੰਜਾਬ ਪੁਲਿਸ 'ਚ, ਇੱਕ ਬਿਜਲੀ ਬੋਰਡ 'ਚ ਭਰਾ, ਇੱਕ ਬੈਂਕ ਦਾ ਮੈਨੇਜਰ, ਇੱਕ ਵੈਟਰਨਰੀ ਡਾਕਟਰ, ਇੱਕ ਇੰਜਣਾਂ ਦਾ ਕੰਮ ਕਰਦਾ, ਬਾਕੀ ਖੇਤੀ ਪੱਤੀ ਕਰਨ ਵਾਲੇ ਜ਼ਿਮੀਂਦਾਰ ਭਰਾਵਾਂ ਦਾ ਭਰਾ ਸਰਦਾਰ ਕੇਸਰ ਸਿੰਘ ਢਾਲੀਵਾਲ ਅੱਜ ਆ ਬੈਠੇ ਨੇ ਖੁੰਡਾ ਫੜੀ ਹੱਥ ਦੇ ਵਿੱਚ। ਇਹ ਉਹੀ ਸਰਦਾਰ ਕੇਸਰ ਸਿੰਘ ਢਾਲੀਵਾਲ ਨੇ ਬਾਪੂ ਜੀ, ਇਹਨਾਂ ਦੇ ਲੱਤ 'ਚ ਕੀੜੇ ਪਏ ਹੋਏ ਪਿੰਡ ਦੇ ਵਿੱਚ, ਆਪਦੇ ਚੌਂਕੀਮਾਨਾ ਪਿੰਡ ਲੁਧਿਆਣੇ ਜ਼ਿਲ੍ਹੇ ਦਾ ਪਿੰਡ। 6 ਮਹੀਨੇ ਉੱਥੇ ਉੱਦਾਂ ਹੀ ਘੁੰਮਦਾ ਰਿਹਾ, ਤੇ ਵੈਸੇ 7-8 ਸਾਲਾਂ ਤੋਂ ਸੜਕਾਂ ਤੇ ਕਮਲਾ ਹੋਇਆ ਘੁੰਮਦਾ ਸੀ ਬਾਪੂ। ਇਹ ਦੇਖ ਕੇ ਇਦਾਂ ਲੱਗਿਆ ਵੀ ਇਹ ਸਾਡਾ ਪੰਜਾਬ ਨਹੀਂ ਹੋ ਸਕਦਾ, ਵੀ ਇਦਾਂ ਲੱਗਿਆ ਜਿਵੇਂ ਆਪਦੇ ਬਾਪ ਦੇ ਕੀੜੇ ਪੈ ਗਏ ਹੋਣ। ਬਾਪੂ ਨੂੰ ਦੇਖ ਕੇ ਹੈਰਾਨ ਹੋ ਗਿਆ, ਜ਼ਿੰਦਗੀ ਦੇ ਵਿੱਚ ਮੈਂ ਕਦੇ ਦੇਖੇ ਹੀ ਨਹੀਂ ਸੀ ਕਿਸੇ ਦੇ ਕੀੜੇ ਪਏ ਹੋਏ। ਬਾਪੂ ਨੂੰ ਅਸੀਂ ਪੁੱਛਿਆ, ਬਾਪੂ ਕਮਲਾ ਮੈਂਟਲੀ ਠੀਕ ਨਹੀਂ ਸੀ ਵਿਚਾਰਾ, ਇਕੱਲਾ ਹੀ ਗੱਲਾਂ ਕਰੀ ਜਾਂਦਾ ਸੀ ਬੈਠਾ। ਅਸੀਂ ਕਿਹਾ ਬਾਪੂ ਤੇਰਾ ਇਲਾਜ ਕਰਾਉਣਾ ਚੱਲ। ਬਾਪੂ ਨੇ ਪਜਾਮਾ ਚੱਕਿਆ, ਮੋਢੇ ਤੇ ਰੱਖਿਆ, ਜਿਹੜਾ ਪਜਾਮਾ ਮੋਢੇ ਤੇ ਲਈ ਫਿਰਦਾ ਸੀ ਚੱਕ ਕੇ, ਨਾਲ ਗੱਡੀ 'ਚ ਫੜ ਕੇ ਬਿਠਾ ਲਿਆ ਸੀ। ਪਿੰਡ ਦੀ ਸੱਥ 'ਚ ਲੈ ਆਏ, 4-5 ਉੱਥੇ ਲੋਕ ਬੈਠੇ, ਉਹਨਾਂ ਨੂੰ ਪੁੱਛਿਆ, ਲੋਕ ਹੱਸੀ ਜਾਣ ਦੇਖ ਕੇ, ਮਜ਼ਾਕ ਸਮਝਣ, ਇਹਨੂੰ ਮਜ਼ਾਕ ਦਾ ਪਾਤਰ ਬਣਾਇਆ। 2 ਸੱਥਾਂ ਪਿੰਡ ਦੇ ਵਿੱਚ ਸੀਗੀਆਂ, ਦੋਨਾਂ ਸੱਥਾਂ 'ਚ ਅਸੀਂ ਜਾ ਕੇ ਪੁੱਛਿਆ ਵੀ ਬਈ ਅਸੀਂ ਇਹਦੀ ਮਦਦ ਕਰਨ ਆਏ ਆ, ਵੀ ਅਸੀਂ 10,000 ਰੁਪਇਆ ਦੇਣਾ ਬਾਈ, ਵੀ ਕੌਣ ਕੋਈ ਜ਼ਿੰਮੇਵਾਰੀ ਲੈਂਦਾ ਵੀ ਇਹਦੀ ਬਾਪੂ ਦਾ ਕੋਈ ਇਲਾਜ ਕਰਾ ਦੇਵੇ। ਬਾਈ ਕਿਸੇ ਨੇ ਸਾਡਾ ਸਾਥ ਹਾਲ ਪੁੱਛਿਆ ਨਹੀਂ ਸਾਨੂੰ, ਜਾਣੀ ਕਿਸੇ ਨੇ ਦੱਸਿਆ ਤੱਕ ਵੀ ਨਹੀਂ, ਹੱਸੀ ਗਏ ਲੋਕ ਦੇਖ ਕੇ। ਤਾਂ ਮਨ 'ਚ ਵਾਹਿਗੁਰੂ ਨੇ ਫਿਰ ਖਿਆਲ ਪਾਇਆ, ਕਿਉਂਕਿ ਉਹ ਕਰਵਾ ਰਿਹਾ ਸੀ ਸਭ ਕੁਛ, ਉਹ ਵਾਹਿਗੁਰੂ ਸੱਚੇ ਪਾਤਸ਼ਾਹ ਖੇਡ ਰਹੇ ਸੀ ਉਸ ਟਾਈਮ। ਉਹ ਕਲੰਗੀਆਂ ਵਾਲਾ ਮੇਰਾ ਦੇ ਨਾਲ ਖੇਡ ਰਿਹਾ ਸੀ। ਕਲਯੁਗੀ ਬੰਦਿਆਂ ਨੂੰ ਸਾਨੂੰ ਇੱਥੇ ਐਡੀ ਵੱਡੀ ਸੇਵਾ ਦੇ ਵਿੱਚ ਉਹਨਾਂ ਨੇ ਸਾਡਾ ਹਿੱਸਾ ਪਾਉਣਾ ਸੀਗਾ। ਤੇ ਅਸੀਂ ਬਾਪੂ ਜੀ ਨੂੰ ਗੱਡੀ 'ਚ ਬਿਠਾਇਆ, ਅਸੀਂ ਨਾਲ ਲੈ ਆਏ ਲੁਧਿਆਣੇ ਆਏ, ਡਾਕਟਰ ਨਾਲ ਗੱਲ ਕੀਤੀ ਹੈ ਕਿ ਨਾ, ਉਹ ਕਹਿੰਦਾ ਕੱਲ੍ਹ ਨੂੰ ਸਵੇਰੇ ਲੈ ਕੇ ਆਏ। ਹਨੇਰਾ ਹੋ ਗਿਆ ਸੀਗਾ, ਗਰਮੀ ਇੰਨੀ ਸੀਗੀ, ਜੇ ਗੱਡੀ ਦੇ ਸ਼ੀਸ਼ੇ ਖੋਲ੍ਹਦੇ ਸੀ ਤਾਂ ਗਰਮੀ ਬਹੁਤ ਆਉਂਦੀ ਸੀ, ਜੇ ਸ਼ੀਸ਼ੇ ਬੰਦ ਕਰਦੇ ਸੀ ਤਾਂ ਸਮੈਲ ਬਹੁਤ ਆਉਂਦੀ ਸੀ। ਗੱਡੀ ਦੇ ਵਿੱਚ ਮੈਟ ਤੇ ਕੀੜੇ ਤੁਰੇ ਫਿਰਦੇ ਸੀ ਵਿੱਚ। ਰਾਤ ਨੂੰ ਅਸੀਂ ਇੱਕ ਛੋਟਾ ਜਿਹਾ ਕਲੀਨਿਕ ਖੁਲਾਇਆ ਦਰਾਹੇ ਸ਼ਹਿਰ 'ਚ ਜਾ ਕੇ, ਤੇ ਉਹਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ। ਉਹ ਕਲੀਨਿਕ ਦੇ ਵਿੱਚ ਜਦੋਂ ਅਸੀਂ ਗਏ, ਬਾਪੂ ਨੂੰ ਆਹ ਦੇਖੋ ਬਾਪੂ ਜੀ ਦੀਆਂ ਤਸਵੀਰਾਂ, ਆਹ ਬਾਪੂ ਜੀ ਦੀ ਤਸਵੀਰ ਆ ਉਸ ਟਾਈਮ ਦੀ, ਤੇ ਆਹ ਉਸ ਟਾਈਮ ਦੀ ਮੇਰੀ ਤਸਵੀਰ ਆ ਜੀ। ਮੈਂ ਬਾਪੂ ਦੀ ਲੱਤ ਵੱਲੋਂ ਦੇਖੀ ਜਾ ਰਿਹਾ ਸੀ ਬੈਠਾ, ਵੀ ਇਹ ਹਾਲਾਤ ਕੀ ਬਣ ਗਏ ਬੰਦੇ ਦੇ। ਬਾਪੂ ਜੀ ਨੂੰ ਅਸੀਂ ਉੱਥੋਂ ਗੱਡੀ 'ਚ ਬਿਠਾਇਆ, ਆਹ ਡਾਕਟਰ ਦੇ ਲੈ ਆਏ ਜੀ। ਆਹ ਡਾਕਟਰ ਹਸਬੈਂਡ ਵਾਈਫ ਆ, ਰਾਤ ਨੂੰ ਕਲੀਨਿਕ ਖਿਲਾਇਆ। ਉਹਨਾਂ ਨੇ ਥੱਲੇ ਅਖਬਾਰ ਵਿਛਾ ਲਿਆ ਜੀ, ਥੱਲੇ ਜਿੱਥੇ ਬਾਪੂ ਦੀ ਪੱਟੀ ਕਰਨੀ ਸੀਗੀ। ਤੁਸੀਂ ਯਕੀਨ ਮੰਨਿਓ, ਪੱਟੀ ਅਖਬਾਰ ਦੇ ਉੱਪਰ ਏਦਾਂ ਢੇਰ ਲੱਗ ਗਿਆ, ਵਿੱਚੋਂ ਇੰਨਾ ਗੰਦ ਨਿਕਲਿਆ, ਤੂੜੀ ਵਿੱਚ ਫਸੀ ਹੋਈ, ਵਿੱਚ ਕੀੜੇ, ਬਾਲ, ਗੰਦਗੀ, ਉਹਦੇ 'ਚ ਪੂਰੀ ਮਿੱਟੀ। ਤਾਂ ਬਾਪੂ ਜੀ ਦੀ ਅਸੀਂ ਪੱਟੀ ਕਰਾਈ, ਸਰਦਾਰ ਕੇਸਰ ਸਿੰਘ ਢਾਲੀਵਾਲ ਦੇ ਪੱਟੀ ਕਰਾ ਕੇ ਅਸੀਂ ਰਾਤ ਨੂੰ ਢਾਬੇ ਤੇ ਲੈ ਆਏ। ਸਵੇਰ ਨੂੰ ਇਹ ਵੀਰਿੰਦਰ ਤੇ ਮੈਂ, ਅਸੀਂ ਦੋਨਾਂ ਨੇ ਰਲ ਕੇ ਪਹਿਲੀ ਵਾਰੀ ਸੇਵਾ, ਵੀਰਿੰਦਰ ਨੇ ਨਾਲ ਲੱਗ ਕੇ ਮੇਰੇ ਨਾਲ ਸੇਵਾ ਕਰਾਈ। ਮੇਰਾ ਛੋਟਾ ਭਰਾ ਸਾਡੇ ਨਾਲ ਇਸ ਦੁਨੀਆ ਤੇ ਤਾਂ ਨਹੀਂ ਰਿਹਾ, ਪਰ ਉਹਦੀ ਸੇਵਾ ਸਾਡੇ ਨਾਲ ਕੀਤੀ, ਸਾਡੇ ਆਖਰੀ ਸਵਾਸ ਤੱਕ ਨਾਲ ਜਾਊਗੀ। ਇਹ ਬਾਪੂ ਜੀ ਨੂੰ ਅਸੀਂ ਦੋਨਾਂ ਜਣਿਆਂ ਨੇ ਇਸ਼ਨਾਨ ਕਰਵਾਇਆ ਉੱਥੇ ਢਾਬੇ ਦੇ ਮਗਰ ਹੀ। 2-2.5 ਘੰਟੇ ਸਾਨੂੰ ਲੱਗੇ। ਬਾਪੂ ਦੇ ਮੈਲ ਪੈਰ ਥੱਲਿਓਂ ਗਲੇ ਪਏ ਸੀਗੇ ਬਾਪੂ ਦੇ। ਤੇ ਫਿਰ ਬਾਪੂ ਜੀ ਦੇ ਇਸ਼ਨਾਨ ਕਰਾ ਕੇ
ਨੌਂ ਵਗੈਰਾ ਕੱਟ ਕੇ, ਕੱਪੜੇ ਪਵਾ ਕੇ, ਕੁੜਤਾ ਪਜਾਮਾ ਦਸਤਾਰ ਬੰਨ੍ਹ ਕੇ ਸਰਦਾਰ ਕੇਸਰ ਸਿੰਘ ਢਾਲੀਵਾਲ ਇਦਾਂ ਦੇ ਬਣ ਗਏ। ਤੇ ਫਿਰ ਬਾਪੂ ਜੀ ਨੇ ਸਾਨੂੰ ਦੱਸੀ ਵੀ ਸੇਵਾ ਕੀ ਹੁੰਦੀ ਆ, ਸੇਵਾ ਕਹਿੰਦੇ ਕਿਹਨੂੰ ਤੇ ਕਰੀ ਦੀ ਕਿਵੇਂ ਆ। ਅਸੀਂ ਤਾਂ ਪਹਿਲਾਂ ਸ਼ੁਕਲਾ ਸੀ ਸਾਡੇ ਕੋਲੇ, 2-4 ਬੰਦੇ ਉਹ ਨਮਾ ਕੇ ਫੋਟੋਆਂ ਖਿੱਚ ਕੇ ਪਾਤੀਆਂ, ਉਹ 1-2 ਦਿਨ ਰਹੇ ਚਲੇ ਗਏ। ਸ਼ੁਕਲਾ ਇਕੱਲਾ ਰਹਿ ਰਿਹਾ ਸੀ। ਉਸ ਤੋਂ ਬਾਅਦ ਕੇਸਰ ਬਾਪੂ ਮੈਂਟਲੀ ਠੀਕ ਨਹੀਂ ਸੀ। ਅਸੀਂ ਸਵੇਰ ਨੂੰ ਇਹਨਾਂ ਨੂੰ ਉਠਾਇਆ ਤੇ ਇਹਨਾਂ ਨੇ ਪੱਟੀ ਲਾਈ ਹੋਈ, ਮਿੱਟੀ ਨਾਲ ਭਰਿਆ ਹੋਇਆ ਜ਼ਖਮ, ਉੱਥੇ ਮੰਜੇ ਦੇ ਆਲੇ ਦੁਆਲੇ ਟਾਇਲਟ ਕਰਤੀ। ਮੈਂਟਲੀ ਠੀਕ ਨਹੀਂ ਸੀ, ਇਹਨਾਂ ਨੂੰ ਪਤਾ ਹੀ ਨਹੀਂ ਸੀ ਦੁਨੀਆਦਾਰੀ ਦਾ, ਗਾਣੇ ਗਾਈ ਜਾਣੇ। ਹਸਪਤਾਲ ਲੈ ਕੇ ਸਵੇਰ ਨੂੰ ਅਸੀਂ ਦਇਆਨੰਦ ਹਸਪਤਾਲ ਲੁਧਿਆਣੇ, ਉਹ ਕਹਿੰਦੇ ਜੀ ਲੱਤ ਕੱਟਣੀ ਪੈਣੀ ਹੈ, ਗੈਂਗਰਿੰਗ ਹੋ ਗਈ। ਅਸੀਂ ਡਰ ਕੇ ਵੀ ਲੱਤ ਤਾਂ ਕਟਾ ਨਹੀਂ ਸਕਦੇ, ਨਾ ਸਾਡਾ ਰਿਸ਼ਤੇਦਾਰ ਆ, ਪਿੰਡ ਵਾਲੇ ਕੀ ਕਹਿਣਗੇ ਕੋਈ ਲੱਤ ਵਧਾਤੀ ਬੰਦੇ ਦੀ। ਅਸੀਂ ਉੱਥੋਂ ਲੈ ਆਏ ਵਾਪਸ, ਵੈਦ ਸੀ ਦੇਸੀ, ਉਹਨਾਂ ਨਾਲ ਗੱਲ ਕੀਤੀ। ਭਮੱਦੀ ਵਾਲੇ ਵੈਦ ਆ ਸਾਡੇ ਦਰਾਹੇ, ਕਾਫੀ ਮਸ਼ਹੂਰ ਆ ਭਮੱਦੀ ਵਾਲੇ। ਉਹਨਾਂ ਨੂੰ ਦੱਸਿਆ, ਲੱਤ ਦਿਖਾਈ, ਉਹਨਾਂ ਨੇ ਸਾਨੂੰ ਤਾਰ ਪੀਣ ਦਾ ਤੇਲ ਦਿੱਤਾ, ਜਿਹੜਾ ਰੰਗ ਕਰਦੇ ਆ ਆਪਾਂ, ਉਹਦੇ 'ਚ ਪਾਉਂਦੇ ਆ ਤੇਲ, ਜਿਹੜਾ ਘਰਾਂ ਨੂੰ ਪੇਂਟ ਕਰਦੇ ਆ ਦੀਵਾਰਾਂ ਨੂੰ। ਉਹ ਤੇਲ ਨਾਲ ਉਹ ਕਹਿੰਦੇ ਤੁਸੀਂ ਪਾਓਗੇ ਤਾਂ ਕੀੜੇ ਮਰ ਵੀ ਜਾਣਗੇ ਤੇ ਜ਼ਖਮ ਵੀ ਠੀਕ ਹੋ ਜੂ। ਤੇ ਜਦੋਂ ਅਸੀਂ ਬਾਪੂ ਨੂੰ ਲੈ ਕੇ ਢਾਬੇ ਤੇ ਪਹੁੰਚੇ ਤੇ ਜਦੋਂ ਲੱਤ ਦੇ ਵਿੱਚ ਤੇਲ ਪਾਇਆ, ਮੇਰਾ ਯਾਨੀ ਕਿ ਜਿਵੇਂ ਕਹਿ ਦਈਏ ਉਲਟੀ ਆਉਣ ਵਾਲੀ ਹੋ ਗਈ, ਦਿਮਾਗ ਖਰਾਬ ਹੋ ਗਿਆ, ਇੰਨਾ ਮਨ ਖਰਾਬ ਹੋਇਆ ਦੇਖ ਕੇ। ਜਦੋਂ ਬਾਪੂ ਦੀ ਲੱਤ ਦੇ ਵਿੱਚੋਂ ਇੱਕ ਖੁੱਡ ਬਣੀ ਹੋਈ ਸੀ, ਉਹ ਹੁਣ ਜ਼ਖਮ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ। ਜੇ ਅਸੀਂ ਜ਼ਖਮ ਦਿਖਾਤਾ ਤਾਂ ਉਹਨਾਂ ਨੇ ਵੀਡੀਓ ਆ ਜਿਹੜੀ ਫੇਸਬੁੱਕ ਵਾਲਿਆਂ ਨੇ ਸਾਡੀ ਜਿਹੜੀ ਹੈਗੀ ਆ ਉਹ ਬਲੌਕ ਕਰ ਦੇਣੀ ਆ, ਬੰਦ ਕਰ ਦੇਣੀ ਆ। ਤੇ ਜਦੋਂ ਕੀੜਾ ਵਿੱਚੋਂ ਨਿਕਲਣ ਲੱਗ ਗਏ, 2 ਕੀੜੇ ਨਿਕਲੇ, 3 ਨਿਕਲੇ, ਤਾਂ ਮਨ ਖਰਾਬ ਹੋ ਗਿਆ। ਤੇ ਉਹ ਵੀਰਿੰਦਰ ਸੀਗਾ ਸਾਡਾ ਛੋਟਾ ਭਰਾ ਗਰੇਵਾਲ, ਜੋ ਅੱਜ ਇਸ ਦੁਨੀਆ ਤੇ ਨਹੀਂ ਰਿਹਾ। ਪਹਿਲਾ ਕੀੜਾ ਇਸ ਸੰਸਥਾ ਦਾ ਬਾਪੂ ਦੇ ਜ਼ਖਮ ਦੇ ਵਿੱਚੋਂ ਸਰਦਾਰ ਵੀਰਿੰਦਰ ਸਿੰਘ ਗਰੇਵਾਲ ਨੇ ਕੱਢਿਆ। ਜਿਹੜਾ ਪਲੱਕਰ ਹੁੰਦਾ ਮੋਚਨਾ ਬਾਲ ਪੱਟਣ ਵਾਲਾ, ਉਹਦੇ ਨਾਲ ਫੜ ਕੇ ਇੱਦਾਂ ਕੀੜਾ ਬਾਹਰ ਕੱਢਿਆ। 42 ਕੀੜੇ ਨਿਕਲੇ ਜੀ ਉਸ ਦਿਨ। ਬਹੁਤ ਮਨ ਦੁਖੀ ਹੋਇਆ, ਮੈਂ ਇੰਨਾ ਰੋਇਆ, ਯਕੀਨ ਮੰਨਿਓ। ਉਸ ਦਿਨ ਪੋਸਟ ਪਾਈ ਦੇ ਇਹੀ ਲਿਖ ਕੇ ਪਾਈ ਵੀ ਅੱਜ ਸਾਡੇ ਪਿਓ ਦਾਦਿਆਂ ਦੇ ਕੀੜੇ ਪੈ ਗਏ, ਪਰ ਸਾਡੇ ਪੰਜਾਬੀਆਂ ਨੂੰ ਦੇ ਕੰਨ ਤੇ ਜੂੰ ਨਹੀਂ ਸਰਕਦੀ। ਅਸੀਂ ਪਤਾ ਨਹੀਂ ਕਿਹੜੇ ਖਿਆਲਾਂ ਦੇ ਵਿੱਚ ਆ, ਕਿਹੜੇ ਸੁਪਨਿਆਂ ਦੇ ਵਿੱਚ ਆ। ਸਾਡੇ ਪਿੰਡਾਂ ਦੇ ਵਿੱਚ ਜੇ ਜਾਨਵਰ ਦੇ ਵੀ ਕੀੜੇ ਪੈ ਜਾਂਦੇ, ਸਾਰਾ ਪਿੰਡ ਇਕੱਠਾ ਹੋ ਜਾਂਦਾ ਸੀ। ਅੱਜ ਸਾਡੇ ਸਰਦਾਰ ਕੇਸਰ ਸਿੰਘ ਢਾਲੀਵਾਲ ਬਾਪੂ ਜੀ ਦੇ ਕੀੜੇ ਪੈ ਗਏ, ਜਿਹਦੇ 8 ਭਰਾ 2 ਪੁੱਤ, ਸਿਰਕੱਢ ਪਰਿਵਾਰ ਦਾ ਮੈਂਬਰ, 8 ਕਿੱਲੇ ਜ਼ਮੀਨ ਦਾ ਮਾਲਕ। ਚਿੱਟੇ ਦੇ ਕਰਕੇ ਜ਼ਮੀਨ ਵੀ ਵਿਕ ਗਈ, ਪੁੱਤਾਂ ਨੇ ਜ਼ਮੀਨ ਵੀ ਵੇਚਤੀ, ਬਾਪੂ ਨੂੰ ਵੀ ਕੁੱਟ-ਕੁੱਟ ਕੇ ਇਹਨਾਂ ਹਾਲਾਤਾਂ 'ਚ ਪਹੁੰਚਾਤਾ, ਸਿੰਗਲਾਂ ਨਾਲ ਬੰਨ੍ਹ ਲਿਆ। ਤੇ ਚਿੱਟੇ ਦੇ ਵਿੱਚ ਘਰ ਦੇ ਭਾਂਡੇ, ਸਰ ਚੀਜ਼ਾਂ ਵੇਚਤੀਆਂ। ਤੇ ਫਿਰ ਹਜੇ ਅਸੀਂ ਕਹਿੰਦੇ ਹਾਂ ਪੰਜਾਬ ਸਾਡਾ ਖੁਸ਼ਹਾਲ ਆ। ਆਹ ਜ਼ਖਮ ਨੂੰ ਦੂਰੋਂ ਕਰਕੇ ਦਿਖਾਉਣੇ ਆ। ਆਹ ਜ਼ਖਮ ਸੀ ਬਾਪੂ ਦੀ ਲੱਤ ਤੇ ਆਹ ਖੁੱਡ ਸੀਗੀ ਜਿਹਦੇ ਵਿੱਚੋਂ ਕੀੜੇ ਨਿਕਲਦੇ ਸੀਗੇ। ਤੇ ਦੁੱਖ ਇਸ ਗੱਲ ਦਾ ਹੋਇਆ ਵੀ ਅੱਜ ਪੰਜਾਬ ਕਿਹੜੇ ਹਾਲਾਤਾਂ 'ਚ ਪਹੁੰਚ ਗਿਆ ਸਾਡਾ। ਤਾਂ ਫਿਰ ਬਾਪੂ ਜੀ ਨੂੰ ਅਸੀਂ ਪੱਟੀਆਂ ਕਰਨੀਆਂ, ਕੀੜੇ ਕੱਢਣੇ ਰੋਜ਼, ਹਰ ਰੋਜ਼। ਬਾਪੂ ਮੈਂਟਲੀ ਅਪਸੈਟ ਸੀ, ਅਸੀਂ ਪੱਟੀ ਕਰਨੀ, ਇਹਨਾਂ ਨੇ ਪੱਟੀ ਲਾ ਕੇ ਸਿੱਟ ਦੇਣੀ, ਮਿੱਟੀ ਪਾ ਲੈਣੀ ਜ਼ਖਮ ਤੇ, ਟਾਇਲਟ ਕਰ ਦੇਣੀ। ਉਧਰੋਂ ਢਾਬੇ ਤੇ ਗਾਹਕ ਖੜੇ ਹੁੰਦੇ ਸੀ, ਉਧਰੋਂ ਬਾਪੂ ਨੇ ਖੜੇ ਨੇ ਬਾਥਰੂਮ ਕਰ ਦੇਣਾ, ਗਾਹਕਾਂ ਨੇ ਭੱਜ ਜਾਣਾ, ਉੱਤੇ ਪਿੱਛੇ ਗਾਲਾਂ ਕੱਢੀ ਜਾਣੀਆਂ। ਪਿੱਛੇ ਸਾਡੇ ਵਾਸ਼ਰੂਮ ਬਣੇ ਸੀ, ਲੇਡੀਜ਼ ਨੇ ਵਾਸ਼ਰੂਮ ਜਾਣਾ, ਉੱਥੇ ਬਾਪੂ ਨੇ ਗਾਲਾਂ ਕੱਢਣੀਆਂ। ਮੁੜ ਕੇ ਗਾਹਕ ਨਹੀਂ ਹੁੰਦਾ ਸਾਡੇ ਢਾਬੇ ਤੇ। ਹੌਲੀ ਹੌਲੀ ਸਾਡਾ ਢਾਬਾ ਜਿਹੜਾ ਸੀਗਾ ਬਦਨਾਮ ਹੋ ਗਿਆ। ਲੋਕਾਂ ਨੂੰ ਐਂ ਲੱਗਿਆ ਵੀ ਇੱਥੇ ਤਾਂ ਇਹਨਾਂ ਨੇ ਕੀੜੇ ਪਿਆ ਵਾਲੇ ਬੰਦੇ ਕੋਹੜੀ ਰੱਖੇ ਹੋਏ ਆ, ਉਹਨਾਂ ਹੱਥਾਂ ਨਾਲ ਰੋਟੀ ਖਵਾਉਂਦੇ ਆ। ਗਾਹਕ ਆਉਣਾ ਹੀ ਹਟ ਗਏ ਸੀ। ਫਿਰ ਉਸ ਵਾਹਿਗੁਰੂ ਨੇ, ਸੱਚੇ ਪਾਤਸ਼ਾਹ ਨੇ ਬਾਪੂ ਜੀ ਦੇ ਹੁੰਦੇ ਹੁੰਦੇ ਸਾਨੂੰ ਹੋਰ ਮੈਂਬਰਾਂ ਦੀ ਸੇਵਾ ਬਖਸ਼ੀ। ਫਿਰ ਸਰਦਾਰ ਕੇਸਰ ਸਿੰਘ ਢਾਲੀਵਾਲ, ਤੁਹਾਨੂੰ ਜਿਵੇਂ ਦੱਸ ਰਿਹਾ, ਹੁੰਦੇ ਇਹਨਾਂ ਦੇ ਜਦੋਂ ਅਸੀਂ ਬਾਪੂ ਜੀ ਦੀ ਸੇਵਾ ਕਰਦੇ ਸੀਗੇ ਤੇ ਸਾਨੂੰ ਸੇਵਾ ਕਰਨ ਦਾ ਜਜ਼ਬਾ ਵੀ ਆਉਣ ਲੱਗ ਗਿਆ ਤੇ ਸਿੱਖ ਵੀ ਗਏ। ਫਿਰ ਬਾਪੂ ਬੱਬੂ ਸਿੰਘ ਜੀ, ਇਹ ਬਾਪੂ ਜੀ ਬੈਠੇ ਨੇ ਜਿਹੜੇ, ਬਾਪੂ ਬੱਬੂ ਸਿੰਘ ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਇਹ ਬਾਪੂ ਜੀ ਸਾਨੂੰ ਲੁਧਿਆਣੇ ਤੋਂ ਇਸ ਹਾਲਾਤ ਦੇ ਵਿੱਚ ਮਿਲੇ ਸੀਗੇ। ਗੁਰਦੁਆਰਾ ਸਾਹਿਬ ਲੁਧਿਆਣੇ ਸ਼ਹਿਰ ਦੇ ਬਾਹਰ ਜੋਧਾ ਕਸਬਾ ਇੱਕ ਛੋਟਾ ਜਿਹਾ, ਉੱਥੇ ਇੱਕ ਪੌੜ ਸਾਹਿਬ ਗੁਰਦੁਆਰਾ ਸਾਹਿਬ ਆ, ਉਹਦੇ ਬਾਹਰ ਬਾਪੂ ਜੀ ਸੌਂਦੇ ਸੀਗੇ ਬਾਲਣ ਦੇ ਵਿੱਚ। ਸਾਨੂੰ ਦੱਸਿਆ ਹਰਪ੍ਰੀਤ ਸਿੰਘ ਗਰੇਵਾਲਾ ਬੀਲੇ ਤੋਂ ਸਾਡਾ ਰਿਸ਼ਤੇਦਾਰ, ਉਹਨੇ ਵੀ ਇੱਥੇ ਇੱਕ ਬਜ਼ੁਰਗ ਆ, ਅੰਗਰੇਜ਼ੀ 'ਚ ਹੀ ਗੱਲਾਂ ਕਰਦੇ ਨੇ, ਹਾਲਤ ਬਹੁਤ ਮਾੜੀ ਆ, ਵੀ ਜੇ ਤੁਸੀਂ ਉਹਦੀ ਵੀ ਮਦਦ ਕਰੋ। ਤੇ ਅਸੀਂ ਬਾਪੂ ਜੀ ਨੂੰ ਗੱਡੀ 'ਚ ਬਿਠਾ ਕੇ ਲੈ ਕੇ ਆਏ ਆ। ਪਿੱਛੇ ਮੇਰੇ ਬਾਪੂ ਜੀ ਬੈਠੇ ਨੇ, ਆਹ ਕਲਯੁਗੀ ਬੰਦੇ ਦੀ ਉਸ ਟਾਈਮ ਦੀ ਤਸਵੀਰ ਆ, ਤੇ ਆਹ ਬਾਪੂ ਜੀ ਦੀਆਂ ਉਸ ਟਾਈਮ ਦੀਆਂ ਤਸਵੀਰਾਂ ਵਾ। ਬਾਪੂ ਜੀ ਦਾ ਕੁੜਤਾ ਪਜਾਮਾ ਇੰਨਾ ਗੰਦਾ ਸੀਗਾ, ਦਮਾਲਾ ਜਿਹੜਾ ਸਿਰ ਤੇ ਬੰਨਿਆ ਸੀ, ਤੁਹਾਨੂੰ ਦਿਖਾਉਣੇ ਅੱਗੇ। ਜਦੋਂ ਅਸੀਂ ਦਮਾਲਾ ਬਾਪੂ ਦੇ ਸਿਰ 'ਚ ਉਤਾਰਿਆ ਤਾਂ ਮਾਸ ਮੱਥੇ ਦਾ ਨਾਲੋਂ ਹੀ ਲੈ ਗਿਆ। ਦਮਾਲਾ ਜਿਹੜਾ ਜੁੜਿਆ ਪਿਆ ਸੀ ਮੱਥੇ ਦੇ ਨਾਲ, ਆ ਦੇਖੋ ਸਕਿਨ ਹੀ ਉਤਰ ਗਈ ਨਾਲ ਦੀ ਨਾਲ ਹੀ ਮੱਥੇ ਦੇ ਉੱਪਰੋਂ ਪੂਰਾ। ਤੇ ਫਿਰ ਅਸੀਂ ਬਾਪੂ ਜੀ ਨੂੰ ਵੀ ਇੱਦਾਂ ਹੀ ਇਸ਼ਨਾਨ ਕਰਾਇਆ। ਬਾਪੂ ਜੀ ਦੇ ਹਾਲਾਤ ਵੀ ਬਹੁਤ ਮਾੜੇ ਸੀਗੇ, ਨਹੁੰ ਦੇਖੋ ਕਿੱਡੇ ਕਿੱਡੇ ਵਧੇ ਹੋਏ ਸੀਗੇ। ਤੇ ਬਾਪੂ ਜੀ ਦੇ ਵੀ ਅਸੀਂ ਇਸ਼ਨਾਨ ਕਰਾ ਕੇ ਪੱਗ ਬੰਨ੍ਹ ਕੇ ਇੱਦਾਂ
ਤੇ ਬਾਪੂ ਜੀ ਦੇ ਕੱਪੜੇ ਪਵਾ ਕੇ ਇਹ ਤਸਵੀਰਾਂ ਫੇਸਬੁੱਕ ਤੇ ਸ਼ੇਅਰ। ਅੰਮ੍ਰਿਤਸਰ ਡਿਸਟ੍ਰਿਕਟ ਅਜਨਾਲਾ ਤਹਿਸੀਲ ਦੇ ਕੋਲੇ ਫਿਰ ਬਾਪੂ ਜੀ ਦੇ ਘਰ-ਬਾਰ ਬਾਰੇ ਸਾਨੂੰ ਪਤਾ ਲੱਗਿਆ। ਲੋਕਾਂ ਨੇ ਫੇਸਬੁੱਕ ਤੇ ਦੱਸਿਆ ਕਮੈਂਟਾਂ 'ਚ ਵੀ ਇਹ ਤਾਂ ਮੱਝੂਕੇ ਪਿੰਡ ਤੋਂ ਬਾਪੂ ਦੱਸਦਾ ਸੀ, ਮੱਝੂਕੇ ਪਿੰਡ ਦਾ ਮੇਰਾ। ਸੋਸ਼ਲ ਮੀਡੀਆ ਤੁਹਾਨੂੰ ਦੱਸਦਾ ਕਿੱਡਾ ਵੱਡਾ ਪਲੇਟਫਾਰਮ ਆ, ਜਾਣੀ ਕਿ 5-7-10 ਘੰਟਿਆਂ ਵਿੱਚ ਹੀ ਸਾਨੂੰ ਬਾਪੂ ਜੀ ਦੇ ਘਰ ਦਾ ਪੂਰਾ ਸਟੇਟਸ ਮਿਲ ਗਿਆ ਵੀ ਬਾਪੂ ਜੀ ਦਾ ਪਰਿਵਾਰ ਅੱਤਵਾਦ ਦੇ ਸਮੇਂ 'ਚ ਸਾਰਾ ਪਰਿਵਾਰ ਪੁਲਿਸ ਨੇ ਮਾਰਤਾ ਸੀ ਚੱਕ ਕੇ, ਇਕੱਲਾ ਬਾਪੂ ਬਚਿਆ ਸੀ ਵਿਚਾਰਾ। ਤੇ ਘਰ ਦੇ ਵਿੱਚ ਐਡਾ ਕਾਹੀ ਹੋ ਗਈ, ਘਾਹ ਉੱਗਿਆ ਹੋਇਆ, ਛੱਤਾਂ ਢਿੱਗੀਆਂ ਪਈਆਂ। ਡਿਪਰੈਸ਼ਨ 'ਚ ਆਏ ਨੇ, ਬਾਪੂ ਨੇ ਵੀ ਘਰ ਛੱਡਤਾ। ਇੱਦਾਂ ਹੀ ਗੁਰੂ ਘਰਾਂ ਦੇ ਵਿੱਚ ਰਹਿੰਦੇ ਸੀ, ਬਸ ਐਂ ਜ਼ਿੰਦਗੀ ਕੱਟਦੇ ਸੀ। ਹੁਣ ਪਿਛਲੇ 4 ਸਾਲਾਂ ਤੋਂ ਸਰਦਾਰ ਬੱਬੂ ਸਿੰਘ ਜੀ ਸਾਡੇ ਕੋਲੇ ਨੇ ਤੇ ਅੱਜ ਤੱਕ ਇਹਨਾਂ ਦਾ ਕੋਈ ਰਿਸ਼ਤੇਦਾਰ, ਕੋਈ ਭੈਣ ਭਰਾ, ਮਾਸੀ ਦਾ ਪੁੱਤ, ਮਾਮੇ ਦਾ ਪੁੱਤ, ਭਤੀਜਾ ਕੋਈ ਮਿਲਣ ਨਹੀਂ ਆਇਆ। ਪਿੰਡ 'ਚ ਦੱਸਦੇ ਆ ਮੱਝੂਪੁਰੇ ਸਰਪੰਚ ਨਾਲ ਵੀ ਸਾਡੀ ਗੱਲ ਹੋਈ, ਇਹਨਾਂ ਦਾ ਘਰ ਆ ਉਹਦੇ ਵਿੱਚ ਵੱਡੇ ਬੂਝੇ ਖੜੇ ਆ। ਅਸੀਂ ਇਹਨਾਂ ਨੂੰ ਵੀ ਲੈ ਕੇ ਨਹੀਂ ਗਏ, ਇਹਨਾਂ ਨੇ ਵੀ ਕਦੇ ਅਸੀਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਜਾਣਾ, ਤੇ ਇਹਨਾਂ ਨੇ ਵੀ ਮਨ ਦੀ ਚਾਹਨਾ ਨਹੀਂ ਦਿਖਾਈ ਵੀ ਮੈਂ ਜਾਣਾ, ਘਰੇ ਜਾ ਕੇ ਆਉਣਾ। ਤੇ ਉੱਥੇ ਰਹਿ ਕੀ ਗਿਆ। ਇਹ ਜਿਹੇ ਕਾਲੇ ਦੌਰ ਦੇ ਵਿੱਚ ਬਾਪੂ ਬੱਬੂ ਸਿੰਘ ਜੀ ਦਾ ਪੂਰਾ ਪਰਿਵਾਰ ਪੁਲਿਸ ਨੇ ਉਸ ਟਾਈਮ ਖਤਮ ਕਰਤਾ ਸੀ। ਤੇ ਅੱਜ ਬਾਪੂ ਜੀ ਸਾਡੇ ਕੋਲੇ ਇੱਕ ਤੰਦਰੁਸਤੀ ਭਰੀ ਜ਼ਿੰਦਗੀ ਬਤੀਤ ਕਰਦੇ ਆ, ਪਾਠ ਕਰਦੇ ਆ, ਸੇਵਾ ਕਰਦੇ ਆ, ਸਭ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ। ਫਿਰ ਉਸ ਤੋਂ ਬਾਅਦ ਸਾਨੂੰ ਇਸੇ ਤਰ੍ਹਾਂ ਹੀ ਸੇਵਾ ਕਰਦੇ ਸਮੇਂ ਜੱਗਾ ਕੈਨੇਡਾ ਵਾਲਾ ਵੀਰ, ਇਹ ਸਾਡੇ ਕੋਲ ਉਸ ਟਾਈਮ ਆਇਆ ਸੀ ਪਰ ਇੱਕ ਦਿਨ ਰਹਿ ਕੇ ਚਲਾ ਗਿਆ ਸੀ। ਇਹ ਜੱਗੇ ਦੀ ਤਸਵੀਰ ਆ ਦੇਖੋ, ਇਸ ਜੱਗੇ ਤੇ ਉਦਣ ਦੇ ਜੱਗੇ, ਸੌਰੀ ਕਨੈਕਸ਼ਨ ਕੱਟਿਆ ਜਾ ਰਿਹਾ ਸਾਡਾ ਬਾਰ-ਬਾਰ। ਉਸ ਦਿਨ ਦੇ ਜੱਗੇ ਦੇ ਵਿੱਚ ਤੇ ਅੱਜ ਦੇ ਜੱਗੇ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਆ ਜੱਗਾ ਸੀ, ਇੰਨੇ ਗੰਦੇ ਕੱਪੜੇ, ਫਟੇ ਹੋਏ ਕੱਪੜੇ ਪਾਏ ਹੋਏ ਵਿਚਾਰੇ ਦੇ, ਆ ਦੇਖੋ। ਤੇ ਫਿਰ ਇਹਨੂੰ ਅਸੀਂ ਇਦਾਂ ਸਾਬਣ ਸੂਬਣ ਦਿੱਤਾ, ਇਸ਼ਨਾਨ ਕਰਾਇਆ। ਇਹ ਕਹਿੰਦਾ ਮੈਂ ਆਪਣੀ ਭੈਣ ਕੋਲੇ ਜਾਣਾ, ਮੇਰੇ ਕੋਲੇ ਪੈਸੇ ਹੈ ਨਹੀਂ ਗੇ। ਤੇ ਅਸੀਂ ਇਹਨੂੰ 200 ਰੁਪਈਆ ਦਿੱਤਾ ਤਾਂ ਇਹ ਗਾਂ ਆਪਣੀ ਭੈਣ ਨੂੰ ਮਿਲਣ ਚਲਿਆ ਗਿਆ ਖੰਨੇ। ਦੂਏ ਦਿਨ ਇੱਕ ਦਿਨ ਰਿਹਾ ਸਾਡੇ ਕੋਲੇ ਵੀਰੇ। ਅੱਜ ਫਿਰ ਦੇਖੋ ਇਹ ਸਾਡੇ ਕੋਲੇ ਆ ਸੱਚੇ ਪਾਤਸ਼ਾਹ ਦੀ ਮਿਹਰ ਨਾਲ। ਫਿਰ ਥੋੜੇ ਦਿਨਾਂ ਬਾਅਦ ਸਾਨੂੰ ਧੀਰੂ ਵੀਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਇਹ ਖੜਾ ਇੰਦਰਮੀਤ ਸਿੰਘ ਧੀਰੂ, ਸਾਡਾ ਭਰਾ ਛੋਟਾ। ਤੇ ਇਹ ਵੀਰ ਸਾਨੂੰ ਇਸ ਹਾਲਾਤ 'ਚ ਮਿਲਿਆ ਸੀ, ਗਰਮੀਆਂ ਦੇ ਦਿਨ ਸੀ। ਜਿਹੜੀ ਮੋਟੀ ਤਰਪਾਲ ਹੁੰਦੀ ਹੈ, ਜਿਵੇਂ ਤਰਪਾਲ ਰੂਪੀ ਕੁੜਤਾ ਪਜਾਮਾ ਪਾਇਆ ਹੋਇਆ ਸੀ ਧੀਰੂ ਵੀਰ ਦੇ, ਆ ਤੁਸੀਂ ਦੇਖ ਸਕਦੇ ਹੋ। ਆ ਦਸਤਾਰ ਸੀ ਜਿਹੜੀ ਸਿਰ ਦੇ ਉੱਤੇ ਬੰਨੀ ਹੋਈ, ਤੇ ਸਿਰ ਦੇ ਜਿਹੜੇ ਕੇਸ ਸੀਗੇ ਉਹ ਐ ਜਟਾਵਾਂ ਮਿੱਟੀ ਨਾਲ ਭਰੀਆਂ ਪਈਆਂ ਸੀ। ਪਤਾ ਨਹੀਂ ਕਿੰਨੇ ਸਮੇਂ ਤੋਂ ਧੀਰੂ ਵੀਰ ਸਾਡਾ ਇੱਦਾਂ ਸੜਕ ਤੇ ਜ਼ਿੰਦਗੀ ਕੱਟਦਾ ਸੀ। ਉਸ ਟਾਈਮ ਦੀ ਮੇਰੀ ਤਸਵੀਰ ਆ ਜੀ। ਤੇ ਆ ਰੱਬ ਰੂਪੀ ਸਾਡਾ ਛੋਟਾ ਭਰਾ ਇੰਦਰਮੀਤ ਸਿੰਘ ਧੀਰੂ ਵੀਰ। ਜਦੋਂ ਧੀਰੂ ਵੀਰ ਨੂੰ ਅੰਦਰ ਲੈ ਕੇ ਗਏ, ਲੱਸੀ ਪਿਲਾਈ ਠੰਡੀ, ਤੇ ਲੱਸੀ ਪਿਲਾ ਕੇ ਪਿੱਛੇ ਲਿਆ ਕੇ ਇਸ਼ਨਾਨ ਕਰਾਇਆ। ਆ ਕੇਸਾਂ ਦੀ ਤਸਵੀਰ ਆ, ਜਦੋਂ ਕੇਸ ਖੁੱਲੇ ਇਦਾਂ ਜਟਾਵਾਂ ਬਣੀਆਂ ਹੋਈਆਂ ਸੀ ਵੀਰ ਦੇ, ਇਦਾਂ ਮਿੱਟੀ ਕੇਸਾਂ ਦੇ ਵਿੱਚੋਂ ਨਿਕਲਦੀ ਸੀ ਜਦੋਂ ਸਾਬਣ ਲਾਉਂਦੇ ਸੀਗੇ। ਤੇ ਆ ਸਰੀਰ ਦੇ ਉੱਤੇ ਇਦਾਂ ਮੈਲ ਸੀਗੀ ਜਿਹੜੀ ਜੰਮੀ ਹੋਈ, ਪਤਾ ਨਹੀਂ ਕਿੰਨੇ ਸਮੇਂ ਤੋਂ ਇਸ਼ਨਾਨ ਨਹੀਂ ਸੀ ਕੀਤਾ ਵੀਰ ਨੇ। ਇੰਨੇ ਕੇਸ ਸੀ ਜਿਹੜੇ ਖਰਾਬ ਹੋ ਗਏ ਸੀ। ਜਦੋਂ ਕੇਸ ਬਾਹੇ, ਪੱਗ ਬੰਨ੍ਹ ਕੇ ਸਰਦਾਰ ਸਾਹਿਬ ਨੂੰ, ਫਿਰ ਇਦਾਂ ਸਰਦਾਰ ਬਣ ਗਿਆ ਸਾਡਾ ਭਰਾ, ਜਿਹੜਾ ਕਿ ਅੱਜ ਬਿਲਕੁਲ ਠੀਕ ਸਾਡੇ ਨਾਲ ਸੇਵਾ ਕਰਾ ਰਿਹਾ ਵੀਰ। ਸਾਡੇ ਨਾਲੋਂ ਜ਼ਿਆਦਾ ਸੇਵਾ ਇਹ ਕਰਦਾ ਵੀਰ ਸਾਡੇ। ਫਿਰ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਸਾਨੂੰ ਫੋਨ ਆਉਣ ਲੱਗ ਗਏ ਸੀ ਲੋਕਾਂ ਦੇ, ਇੱਥੇ ਬੰਦਾ ਪਿਆ, ਉੱਥੇ ਪਿਆ। ਸਾਨੂੰ ਇੱਕ ਫੋਨ ਆਇਆ ਵੀ ਰਾਤ ਮੀਂਹ ਪਿਆ ਸੀ, ਮੀਂਹ ਦੇ ਵਿੱਚ ਪ੍ਰਤਾਪ ਸਿੰਘ ਵਾਲਾ ਮੰਡੀ ਹੈ ਹੈਪੋਵਾਲ, ਲੁਧਿਆਣੇ ਸ਼ਹਿਰ ਦੇ ਵਿੱਚ। ਕਾਫੀ ਨੀਵੀਂ ਹੈ ਮੰਡੀ, ਜਦੋਂ ਮੀਂਹ ਆਉਂਦਾ ਤੇ ਉਹਦੇ ਪਾਣੀ ਭਰ ਜਾਂਦਾ ਪੂਰਾ। ਉੱਥੇ ਪਾਣੀ ਨਾਲ ਮੰਡੀ ਭਰ ਗਈ ਪੂਰੀ। ਉੱਥੇ ਇੱਕ ਬਜ਼ੁਰਗ ਰਹਿੰਦਾ ਸੀਗਾ ਜਿਹੜਾ ਸੜਕ ਤੇ ਹੀ ਸੌਂਦਾ ਸੀ ਵੀ ਉਹ ਸਾਰੀ ਰਾਤ ਮੀਂਹ ਦੇ ਵਿੱਚ ਉਹ ਤੁਰ ਨਹੀਂ ਸਕਦਾ, ਲੱਤਾਂ ਉਹਦੀਆਂ ਦਰੰਗ ਹੋਇਆ ਖੜੀਆਂ ਹੋਈਆਂ, ਉਹ ਰੁੜ ਕੇ ਚੱਲਦਾ ਸੀ। ਵੀ ਰਾਤ ਮੀਂਹ ਆ ਗਿਆ ਤੇ ਸਾਰੀ ਰਾਤ ਉਹ ਬਾਪੂ 2 ਇੱਟਾਂ ਦੇ ਉੱਤੇ ਬੈਠ ਕੇ ਸਿਰ ਬਾਹਰ ਕੱਢੀ ਰੱਖਿਆ ਵੀ ਇੱਥੇ ਤੱਕ ਉਹਦੇ ਪਾਣੀ ਸੀਗਾ, ਵੀ ਜੇ 2 ਘੰਟੇ ਹੋਰ ਮੀਂਹ ਪੈਂਦਾ ਤਾਂ ਉਹ ਡੁੱਬ ਕੇ ਮਰ ਜਾਣਾ ਸੀ ਉਹਨੇ। ਬੜਾ ਦੁੱਖ ਲੱਗਿਆ ਸੁਣ ਕੇ ਵੀ ਇੱਕ ਬਜ਼ੁਰਗ ਬੰਦਾ ਜਿਹਦੀ 60-70 ਸਾਲ ਦੀ ਉਮਰ ਆ, ਮੀਂਹ ਪੈ ਗਿਆ, ਝੁੱਗੀ 'ਚ ਬਾਹਰ ਰਹਿੰਦਾ, ਸੜਕ ਤੇ ਇਕੱਲਾ ਹੀ ਅਧਰੰਗ ਹੋਇਆ, ਚੱਲ ਫਿਰ ਨਹੀਂ ਸਕਦਾ। ਵੀ ਉਹ ਰਾਤ ਮੀਂਹ ਦੇ ਵਿੱਚ ਸਾਰੀ ਰਾਤ ਭਿੱਜਦਾ ਰਿਹਾ ਬਾਹਰ, ਤੇ ਇਕੱਲਾ ਸਿਰ ਹੀ ਬਾਹਰ ਸੀ, ਪੂਰਾ ਸਰੀਰ ਪਾਣੀ 'ਚ ਡੁੱਬ ਗਿਆ। ਤੇ ਥੱਲੇ 2 ਇੱਟਾਂ ਲੱਭ ਕੇ ਪਾਣੀ ਦੇ ਵਿੱਚ ਹੱਥ ਮਾਰ ਕੇ ਇੱਟਾਂ ਲੱਭੀਆਂ, ਉਹ ਆਪਦੇ ਥੱਲੇ ਦਿੱਤੀਆਂ, ਥੋੜਾ ਆਪਦੇ ਆਪ ਨੂੰ ਉੱਚਾ ਕਰ ਲਿਆ ਤੇ ਤਾਂ ਜਿਉਂਦਾ ਰਿਹਾ। ਉਹ ਸੀਗੇ ਬਾਪੂ ਗਜਰਾਜ ਸਿੰਘ ਜੀ। 2016 ਦੇ ਵਿੱਚ ਜਦੋਂ ਅਸੀਂ ਦੂਸਰੇ ਦਿਨ ਪਹੁੰਚੇ, ਬਾਪੂ ਨੂੰ ਉੱਚੇ ਥਾਂ ਤੇ ਚੱਕ ਕੇ ਬਿਠਾਇਆ ਮੀਂਹ 'ਚੋਂ। ਆਹ ਹਾਲਾਤ ਸੀ ਬਾਪੂ ਗਜਰਾਜ ਸਿੰਘ ਜੀ ਦੇ। ਇੱਕ ਆਹ ਸੋਟੀ, ਇੱਕ ਆਹ
ਜਿਹੜਾ ਵੋਕਰ ਕੋਲੇ ਪਿਆ, ਇੱਕ ਆ 2 ਗੰਦੀਆਂ ਬੋਤਲਾਂ ਹਰੇ ਰੰਗ ਦੀਆਂ ਪਾਣੀ, ਜਲ ਵਾਲਾ ਪਾਣੀ, ਇਹ ਲੈ ਕੇ ਬਾਪੂ ਉੱਥੇ ਬੈਠਾ। ਲੂੰਗੀ ਇੰਨੀ ਗੰਦੀ ਸੀ ਬਾਪੂ ਦੀ ਵਿਚਾਰੇ ਦੀ, ਕੱਪੜੇ ਸਿਰ 'ਚ ਜਟਾਵਾਂ, ਤੇ ਇਸ ਹਾਲਾਤ ਦੇ ਵਿੱਚ ਉੱਥੇ ਬਾਪੂ ਗਜਰਾਜ ਸਿੰਘ, ਜਿਹੜੇ ਕਿਸੇ ਟਾਈਮ ਚੰਗੀ ਜ਼ਿੰਦਗੀ ਬਤੀਤ ਕਰਦੇ ਸੀ, ਸਾਰੀ ਉਮਰ ਲੁਧਿਆਣੇ ਫੈਕਟਰੀ 'ਚ ਕੰਮ ਕੀਤਾ, ਸਾਰਾ ਪੈਸਾ ਕਮਾ ਕੇ ਪਿੰਡ ਆਪਣੀ ਘਰ ਵਾਲੀ ਨੂੰ ਤੇ ਆਪਣੀਆਂ ਬੇਟੀਆਂ ਨੂੰ ਭੇਜਦੇ ਰਹੇ, ਸਾਰਾ ਪੈਸਾ ਕਮਾ ਕੇ ਉਹਨਾਂ ਨੂੰ ਭੇਜਿਆ, ਕੁੜੀਆਂ ਵਿਆਹਤੀਆਂ, ਸਾਰਾ ਕੁਝ ਵਿਆਹਤਾ। ਜਦੋਂ ਬਾਪੂ ਨੂੰ ਅਧਰੰਗ ਹੋ ਗਿਆ, ਸਰੀਰ ਖੜ ਗਿਆ, ਫੈਕਟਰੀ 'ਚ ਕੰਮ ਕਰਦੇ ਦਾ ਕੰਮ ਸਰੀਰ ਕਰਨੋਂ ਹਟ ਗਿਆ, ਤਾਂ ਘਰੇ ਚਿੱਠੀ ਪਾਈ ਵੀ ਮੈਨੂੰ ਲੈ ਜਾਓ, ਮੇਰੀ ਮਦਦ ਕਰੋ, ਮੈਂ ਇੱਥੇ ਪਿਆ। ਕਹਿੰਦੇ ਕੋਈ ਨਾ, ਇੱਥੇ ਹੀ ਰਹਿ। ਨਾ ਕੋਈ ਲੈਣ ਆਇਆ, ਨਾ ਕੋਈ ਪੁੱਛਣ ਆਇਆ, ਨਾ ਕਿਸੇ ਨੇ ਗੱਲ ਕੀਤੀ। 40 ਸਾਲ ਪੈਸਾ ਕਮਾ ਕੇ ਪਿੰਡ ਭੇਜਿਆ। ਅੱਜ ਅਸੀਂ, ਬਾਪੂ ਕਿਹੜਾ ਡਿਸਟ੍ਰਿਕਟ ਆ ਤੁਹਾਡਾ? ਜਬਲਪੁਰ। ਪਿੰਡ ਕਿਹੜਾ? ਕੁੰਡਾ। ठीक है बापू, ਤੁਹਾਡਾ ਪੂਰਾ ਨਾਮ ਕੀ ਆ? गजराज सिंह। और पिताजी का नाम? त्रिलोक सिंह। ਤਰਲੋਕ ਸਿੰਘ। ਬਾਪੂ ਤੁਸੀਂ ਪੰਜਾਬੀ ਹੋ ਜਾਂ ਉੱਥੋਂ ਦੇ? ਉੱਥੋਂ ਠਾਕੁਰ ਹੋ? ਕੀ ਆ? ਰਾਜਪੂਤ ਠਾਕੁਰ ਆ। ਰਾਜਪੂਤ ਨੇ ਬਾਪੂ ਜੀ। ਕੁੰਡਾ ਪਿੰਡ ਆ ਤੇ ਜਬਲਪੁਰ ਡਿਸਟ੍ਰਿਕਟ ਆ। ਇਹ ਬਾਪੂ ਕਿੱਥੇ ਪੈਂਦਾ? ਯੂਪੀ 'ਚ? ਆਪਣੇ ਐਮਪੀ 'ਚ ਪੈਂਦਾ। ਐਮਪੀ ਦੇ ਵਿੱਚ। ਤੇ 4 ਸਾਲ ਹੋ ਗਏ ਬਾਪੂ ਨੂੰ ਸਾਡੇ ਕੋਲ। ਵੀਡੀਓ 'ਚ ਕਈ ਵਾਰੀ ਬਾਪੂ ਦਾ ਅਸੀਂ ਐਡਰੈਸ ਵੀ ਦੱਸ ਚੁੱਕੇ ਆ। ਕੋਈ ਅੱਜ ਤੱਕ ਨਹੀਂ। ਬਾਪੂ ਨੂੰ ਅਸੀਂ ਕਿਹਾ ਪਿੰਡ ਜਾਣਾ, ਤੈਨੂੰ ਛੱਡਿਆ ਉਹਨੇ ਪਾਉਣ, ਕਹਿੰਦੇ ਨਹੀਂ ਮੈਂ ਨਹੀਂ ਜਾਣਾ ਉੱਥੇ, ਵੀ ਜਿਹੜਾ ਮੇਰੇ ਉਦੋਂ ਨਹੀਂ ਆਏ ਤੇ ਹੁਣ ਮੈਂ ਉੱਥੇ ਜਾ ਕੇ ਕੀ ਕਰਾਂਗਾ। ਤੇ 4 ਸਾਲਾਂ ਤੋਂ ਬਾਪੂ ਜੀ ਸਾਡੇ ਕੋਲ ਰਹਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੋਂ ਸੇਵਾ ਕਰਵਾ ਰਹੇ ਨੇ। ਅਸੀਂ ਬਾਪੂ ਨੂੰ ਉਦੋਂ ਚੱਕਿਆ, ਬਿਲਕੁਲ 100% ਡਿਸੇਬਲਡ ਸੀਗੇ ਜਮਾਂ। ਤੇ ਅਸੀਂ ਜਿੱਥੇ ਬਾਪੂ ਜੀ ਬੈਠੇ ਸੀ, ਹੋਰ ਦੁੱਖ ਦੀ ਗੱਲ ਆ, ਉੱਥੇ ਲਿਖਿਆ ਹੋਇਆ ਸੀ ਰਾਜ ਨਹੀਂ ਸੇਵਾ। ਸੇਵਾ ਕੇਂਦਰ ਦੇ ਵਿੱਚ ਬਾਪੂ ਨੂੰ ਬਿਠਾਇਆ, ਜਿਹੜਾ ਉੱਤੇ ਲਿਖਿਆ ਸੀ ਰਾਜ ਨਹੀਂ ਸੇਵਾ। ਤੇ ਉਹ ਰਾਜ ਨਹੀਂ ਸੇਵਾ ਦੇ ਵਿੱਚ ਬਾਪੂ ਵਿਚਾਰਾ ਤੜਫ ਰਿਹਾ ਸੀ ਬੈਠਾ। ਤੇ ਉਦੋਂ ਦੀਆਂ ਗੱਡੀ 'ਚ ਲੈ ਕੇ ਆਉਂਦੀਆਂ ਤਸਵੀਰਾਂ। ਮੇਰੀ ਆ, ਜੋਤੀ ਆ, ਵੀਰਿੰਦਰ ਗਰੇਵਾਲ ਬੈਠਾ ਸਾਡਾ ਛੋਟਾ ਭਰਾ ਪਿੱਛੇ, ਤੇ ਇਹ ਗੱਡੀ ਦੇ ਵਿੱਚ ਬੈਠਿਆ ਬਾਪੂ ਜੀ, ਬਾਪੂ ਗਜਰਾਜ ਸਿੰਘ। ਤੇ ਫਿਰ ਬਾਪੂ ਜੀ ਨੂੰ ਆ ਕੇ ਇਸ਼ਨਾਨ ਕਰਾਇਆ, ਇਸ਼ਨਾਨ ਕਰਾ ਕੇ ਕੱਪੜੇ ਚੇਂਜ ਕਰਾ ਕੇ ਨਹਾ ਕੇ ਬਿਸਤਰਾ ਲਾ ਕੇ ਬਾਪੂ ਨੂੰ ਸਮਾਇਆ, ਦੁੱਧ ਪਿਲਾਇਆ ਗਰਮ ਕਰਕੇ ਵੀਰਿੰਦਰ ਨੇ ਬਾਪੂ ਨੂੰ। ਤੇ ਬਾਪੂ ਕਹਿੰਦਾ ਵੀ ਮੈਨੂੰ ਅੱਜ ਸੰਤੁਸ਼ਟੀ ਆਈ, ਮੈਨੂੰ ਐਂ ਲੱਗਿਆ ਵੀ ਮੈਂ ਵਾਕਿਆ ਹੀ ਇੱਕ ਇਨਸਾਨ ਹਾਂ, ਮੈਂ ਜਿਉਂਦਿਆਂ ਚ ਮੈਂ ਜਿਉਂਦਾ। ਮੈਨੂੰ ਐਂ ਲੱਗ ਗਿਆ ਸੀ ਮੈਂ ਮਰ ਗਿਆ, ਵੀ ਸਿਰਫ ਮੈਨੂੰ ਸੁਪਨੇ ਆ ਰਹੇ ਆ ਵੀ ਮੈਂ ਇੱਥੇ ਪਿਆ, ਉੱਥੇ ਪਿਆ, ਰੋਟੀ ਮੰਗ ਕੇ ਖਾ ਰਿਹਾ ਕਿਸੇ ਤੋਂ ਦਾ। ਕਹਿੰਦਾ ਮੈਨੂੰ ਅੱਜ ਲੱਗਿਆ ਮੈਂ ਜਿਉਂਦਾ ਹੈਗਾ। ਫਿਰ ਥੋੜ੍ਹੇ ਦਿਨਾਂ ਬਾਅਦ ਸਾਨੂੰ ਇੱਕ ਫੋਨ ਆਇਆ, ਇਹ ਸੀਗੇ ਛੋਟੇ ਲਾਲ ਬਾਪੂ। ਇਹ ਖੰਨੇ ਹਸਪਤਾਲ ਦੇ ਵਿੱਚ ਸਿਵਲ 'ਚ ਪਏ ਸੀ। ਉੱਥੇ ਇੱਕ ਨਰਸ ਲੱਗੀ ਸੀ, ਭੈਣ ਨਰਸ ਨਹੀਂ ਸੀ ਉਹ, ਜਾਣੀ ਕਿ ਕੋਰਸ ਕਰਦੀ ਸੀ ਨਰਸਿੰਗ ਦਾ। ਉਹਨੇ ਫੋਨ ਕੀਤਾ ਵੀ ਵੀਰੇ, ਵੀ ਰਾਤ ਮੈਂ ਇੱਥੇ ਜਦੋਂ ਆਈ ਹਾਂ, ਡਿਊਟੀ 'ਤੇ ਗਈ ਹਾਂ ਛੁੱਟੀ, ਵੀ ਇੱਕ ਬਾਪੂ ਨੂੰ ਲੈ ਕੇ ਆਏ ਸੀ ਲੋਕ ਚੱਕ ਕੇ ਸੜਕ ਤੋਂ, ਹਾਲਤ ਬਹੁਤ ਮਾੜੀ ਸੀ। ਵੀ ਹੁਣ ਮੈਂ ਦੁਬਾਰਾ ਜਦੋਂ ਆਈ ਹਾਂ ਆਪਣਾ ਇੱਥੇ ਪੜ੍ਹਨ, ਤਾਂ ਉਹੀ ਬਾਪੂ ਬੈੱਡ 'ਤੇ ਪਿਆ, ਤੇ ਉਹਨੇ ਖੂਨ ਆਪਣੀ ਜਿਹੜੀ ਗਲੂਕੋਜ਼ ਵਾਲੀ ਬੋਤਲ ਪਾਈਪ ਸੂਈ ਆ ਉਹ ਕੱਢਤੀ, ਤੇ ਬਾਪੂ ਦਾ ਤੌਕਾ ਕਰਕੇ ਖੂਨ ਸਾਰਾ ਬੈੱਡ ਦੇ ਉੱਤੇ ਵਿਛਿਆ ਪਿਆ। ਮੈਂ ਡਾਕਟਰਾਂ ਨੂੰ ਵੀ ਕਿਹਾ, ਹੋਰ 2-3 ਨੂੰ ਕਿਹਾ, ਕੋਈ ਨਹੀਂ ਉਹਦੇ ਨੇੜੇ ਲੱਗਦਾ, ਉਹਦਾ ਖੂਨ ਸਾਰਾ ਨਿਕਲ ਹੀ ਜਾਂਦਾ, ਤੁਸੀਂ ਪਲੀਜ਼ ਉਹਦੀ ਮਦਦ ਕਰੋ। ਅਸੀਂ ਗੱਡੀ ਚੱਕੀ ਖੰਨੇ ਹਸਪਤਾਲ ਪਹੁੰਚ ਗਏ। ਛੋਟੇ ਲਾਲ ਬਾਪੂ, ਇਹਦੀ ਬਾਪੂ ਦੀ ਆਹ ਬਾਂਹ ਤੋਂ ਦੇਖੋ ਖੂਨ ਕਿਵੇਂ ਸਾਰਾ ਥੱਲੇ ਖੂਨ ਹੀ ਖੂਨ ਸੀ। ਅਸੀਂ ਬਾਪੂ ਜੀ ਨੂੰ ਉੱਥੇ ਗਏ, ਕਿਸੇ ਨੇ ਸਾਨੂੰ ਕਿਹਾ ਨਹੀਂ। ਅਸੀਂ ਉਹਨਾਂ ਨੂੰ ਪੁੱਛਿਆ, ਸਾਨੂੰ ਪਰਚੀ ਦੇ ਦਿਓ, ਰਸੀਦ ਦੇ ਦਿਓ, ਦਾਖਲ ਕੀਤੇ ਦੀ। ਸਾਨੂੰ ਕਹਿੰਦੇ ਅਸੀਂ ਦਾਖਲ ਹੀ ਨਹੀਂ ਕੀਤਾ, ਲੈ ਜਾਓ ਚੱਕ ਕੇ। ਅਸੀਂ ਬਾਪੂ ਨੂੰ ਚੱਕਿਆ, ਗੱਡੀ 'ਚ ਪਾਇਆ, ਢਾਬੇ 'ਤੇ ਲਿਆਏ। ਢਾਬੇ 'ਤੇ ਲਿਆ ਕੇ ਬਾਪੂ ਵਿੱਚੇ ਲੈਟਰਿੰਗ ਕਰੀ ਸੀ, ਹਾਲਤ ਬਹੁਤ ਮਾੜੀ, ਗੰਦੀ ਸਮੈਲ ਆਉਂਦੀ ਸੀ। ਨਮਾਇਆ, ਹੱਡੀਆਂ ਦਾ ਪਿੰਜਰ ਬਣਿਆ ਹੋਇਆ। ਛੋਟੇ ਲਾਲ ਇਹਦਾ ਨਾਂ ਦੱਸਿਆ ਬਾਪੂ ਨੇ ਆਪਦਾ। ਤੇ ਅਸੀਂ ਬਾਪੂ ਨੂੰ ਨਮਾ ਕੇ ਕੱਪੜੇ ਪਵਾ ਕੇ ਹਸਪਤਾਲ ਦੇ ਵਿੱਚ ਦਾਖਲ ਕਰਾਤਾ। ਤੇ ਬਾਪੂ ਜੀ ਨੂੰ ਹਸਪੀਟਲ 'ਚ ਦਾਖਲ ਕਰਾਇਆ, ਸਿੱਧੂ ਹਸਪਤਾਲ ਦਰਾਹੇ। ਤੁਸੀਂ ਯਕੀਨ ਮੰਨਿਓ, ਸਾਡੇ ਕੋਲੇ 16,000 ਰੁਪਈਆ ਸੀ ਸਿਰਫ। ਤੇ ਡਾਕਟਰ ਨੇ ਦੱਸਿਆ ਵੀ ਇਹਦੇ ਦੋਨੇ ਗੁਰਦੇ ਖਰਾਬ ਆ, ਘੱਟੋ ਘੱਟ 2.5 ਤੋਂ 3 ਲੱਖ ਰੁਪਈਆ ਖਰਚਾ ਆਊਗਾ। ਸਾਡੇ ਕੋਲੇ 16,000 ਰੁਪਈਆ ਅਸੀਂ ਦਾਖਲ ਕਰਾਤਾ। ਤੇ ਉਸ ਦਿਨ ਪਹਿਲੀ ਵੀਡੀਓ ਪਾਈ ਸੀ। ਫਿਰ ਅਸੀਂ ਉਦੋਂ ਪਹਿਲਾਂ ਫੋਟੋਆਂ ਸ਼ੇਅਰ ਕਰਦੇ ਹੁੰਦੇ ਸੀ, ਅਸੀਂ ਵੀਡੀਓ ਨਹੀਂ ਸੀ ਪਾਉਂਦੇ। ਪਹਿਲੀ ਵਾਰ ਵੀਡੀਓ ਪਾਈ, ਉਹਦੇ 'ਚ ਬੇਨਤੀ ਕੀਤੀ ਵੀ ਬਾਪੂ ਛੋਟੇ ਲਾਲ ਨੂੰ ਅਸੀਂ ਇਹਨਾਂ ਹਾਲਾਤਾਂ 'ਚ ਚੱਕ ਕੇ ਲਿਆਏ ਆ, ਆਹ ਹਾਲਾਤ ਆ, ਸਿੱਧੂ ਹਸਪਤਾਲ 'ਚ ਦਾਖਲ ਨੇ, ਵੀ ਅਸੀਂ ਬੇਨਤੀ ਕਰਦੇ ਹਾਂ ਸਿੱਧੂ ਹਸਪਤਾਲ 'ਚ ਆ ਕੇ ਬਾਪੂ ਦਾ ਜੇ ਕੋਈ ਬਿੱਲ ਦੇ ਸਕਦਾ ਹਸਪਤਾਲ ਦਾ ਤਾਂ ਸਾਡੀ ਮਦਦ ਕਰੋ। ਤੇ ਤੁਸੀਂ ਯਕੀਨ ਮੰਨੋ, ਜਿੰਨੇ ਸਾਡੇ ਨੋਨ ਟੂ ਸੀ ਦੋਸਤ, ਸਾਡਾ ਵਿਸ਼ਾਲ ਸੀ ਦੋਸਤ, ਉਹਦਾ ਸਲੂਨ ਆ, ਉਹਦੀ ਸਿਸਟਰ ਵੀਡੀਓ ਦੇਖਦੀ ਸੀ, ਫੋਟੋਆਂ ਦੇਖਦੀ ਹੁੰਦੀ ਸਾਡੀਆਂ। ਉਹਨੇ ਆਪਦਾ ਜਿਹੜਾ ਬੱਚਿਆਂ ਵਾਲਾ ਹੁੰਦਾ ਪਿੱਗੀ ਬੈਂਕ ਜਿਹਾ ਉਹ ਤੋੜਿਆ, ਉਹਦੇ ਵਿੱਚੋਂ 13,000 ਰੁਪਏ ਨਿਕਲਿਆ, ਹਸਪਤਾਲ 'ਚ ਜਮ੍ਹਾਂ ਕਰਾ ਕੇ ਗਈ ਬੱਚੀ। ਉਹ ਇੱਕ ਬੂਸਟ ਸੀਗੀਆਂ ਸਾਡੇ ਲਈ ਚੀਜ਼ਾਂ, ਉਹ ਸਾਡੇ ਲਈ ਇੱਕ એનર્ਜੀ ਡਰਿੰਕ ਸੀਗੀ। ਜਦੋਂ ਕਹਿ ਦਈਏ ਵੀ ਉਹਨਾਂ ਨੇ, ਬੱਚੀ ਨੇ ਆ ਕੇ ਉਹ ਗੱਲਾਂ ਤੋੜ ਕੇ ਸਾਨੂੰ ਪੈਸੇ ਦਿੱਤੇ ਨਾ, ਜਮ੍ਹਾਂ ਕਰਾਏ।
ਤੇ ਮਨ ਦੇ ਵਿੱਚ ਬਸ ਇੱਕ ਭਾਵਨਾ ਇਦਾਂ ਦੀ ਜਾਗੀ, ਅੱਜ ਤੱਕ ਲੱਗੇ ਹੋਏ ਆ, ਅੱਜ ਤੱਕ ਹਰ ਇੱਕ ਮਿੰਟ ਜ਼ਿੰਦਗੀ ਦਾ ਇਸੇ ਲੇਖੇ ਲਾਇਆ ਹੋਇਆ। ਉੱਥੇ ਸੰਗਤ ਨੇ ਉਹਨੂੰ ਬਾਪੂ ਦਾ 2.5-3 ਲੱਖ ਰੁਪਏ ਜਮ੍ਹਾਂ ਕੀਤਾ। ਬਿੱਲ 1 ਮਹੀਨਾ ਬਾਪੂ ਸਿੱਧੂ ਹਸਪਤਾਲ 'ਚ ਦਾਖਲ ਰਹੇ। ਛੋਟੇ ਲਾਲ ਜੀ ਠੀਕ ਹੋ ਕੇ ਸਾਡੇ ਕੋਲੇ ਵਾਪਸ ਆ ਗਏ ਸੀਗੇ। ਆ ਤੁਹਾਨੂੰ ਦਿਖਾਉਂਦੇ ਆ ਤਸਵੀਰਾਂ ਉਹਨਾਂ ਦੀਆਂ। ਠੀਕ ਹੋ ਕੇ ਜਦੋਂ ਐਨ ਬਿਲਕੁਲ ਤੁਰਨ ਫਿਰਨ ਲੱਗ ਗਏ ਸੀਗੇ ਤੇ ਤੰਦਰੁਸਤ ਹੋ ਗਏ ਸੀਗੇ। ਉਸ ਤੋਂ ਬਾਅਦ ਫਿਰ ਉਹਨਾਂ ਨੂੰ ਇੱਕ ਦਿਨ ਅਚਾਨਕ ਹੀ ਹਾਰਟ ਦਾ ਅਟੈਕ ਆਇਆ। ਅਟੈਕ ਤੋਂ ਬਾਅਦ ਫਿਰ ਉਹਨਾਂ ਦੀ ਡੈਥ ਹੋ ਗਈ ਤੇ ਫਿਰ ਉਹਨਾਂ ਦਾ ਸੰਸਕਾਰ ਪਹਿਲੀ ਵਾਰ ਸਾਡੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਕਿਸੇ ਦੀ ਮੌਤ ਹੋਈ ਸੀਗੀ ਤੇ ਉਸ ਤੋਂ ਪਹਿਲਾਂ ਕਦੇ ਮੌਤ ਨਹੀਂ ਹੋਈ ਸੀ। ਨਾ ਹੀ ਸਾਨੂੰ ਪਤਾ ਸੀਗਾ ਵੀ ਮੌਤ ਤੋਂ ਬਾਅਦ ਕਰਨਾ ਕੀ, ਤੇ ਨਾ ਹੀ ਸਾਡਾ ਉਸ ਟਾਈਮ NGO ਸੀ ਜਿਹੜਾ ਉਹ ਰਜਿਸਟਰ ਸੀਗਾ। ਅਸੀਂ ਤਾਂ ਵੈਸੇ ਢਾਬੇ ਤੇ ਇੱਕ ਸੇਵਾ ਕਰਨ ਲੱਗੇ ਚੱਕ ਕੇ, ਬਸ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ NGO ਕੀ ਹੁੰਦਾ। NGO ਦਾ ਐਲਨ ਕੁੱਕੜ ਸਾਨੂੰ ਕੁਝ ਵੀ ਨਹੀਂ ਸੀ ਪਤਾ। ਤਾਂ ਫਿਰ ਸਾਨੂੰ ਪਤਾ ਲੱਗਿਆ ਵੀ ਜਦੋਂ ਥਾਣੇ ਗਏ, ਜਦੋਂ ਮੌਤ ਹੋ ਗਈ, ਪੁਲਿਸ ਨਾਲ ਗੱਲ ਕੀਤੀ ਜਾ ਕੇ, ਤਾਂ ਫਿਰ ਜਿਹੜੇ ਉੱਥੇ ਮੌਕੇ ਤੇ SHO ਸਾਹਿਬ ਸੀਗੇ ਉਹ ਬਹੁਤ ਸਿਆਣੇ ਤੇ ਸੁਲਝੇ ਹੋਏ ਸੀਗੇ। ਉਹਨਾਂ ਨੇ ਫਿਰ ਸਾਨੂੰ ਰਾਇ ਦਿੱਤੀ ਵੀ ਕਾਕਾ ਜਿਵੇਂ ਤੁਸੀਂ ਇਹ NGO ਚਲਾਈ ਜਾਂਦੇ ਹੋ, ਵੀ ਜਿਵੇਂ ਬੰਦੇ ਦੀ ਮੌਤ ਹੋ ਗਈ, ਕੋਈ ਬੰਦਾ ਕੰਪਲੇਂਟ ਕਰ ਦੇਵੇ ਤੁਹਾਡੇ ਤੇ ਪੁਲਿਸ ਕੇਸ ਬਣ ਜੂ। ਆਹ ਛੋਟੇ ਲਾਲ ਜੀ ਦੀਆਂ ਹਸਪੀਟਲ ਦੀਆਂ ਤਸਵੀਰਾਂ ਉਸ ਟਾਈਮ ਦੀਆਂ। ਲਾਈਟ ਬੰਦ ਕਰ ਤੇ ਆਹ ਛੋਟੇ ਲਾਲ ਜੀ ਜਦੋਂ ਤੁਰਨ ਲੱਗ ਗਏ ਸੀ ਉਦੋਂ ਦੀਆਂ ਤਸਵੀਰਾਂ। ਮੈਂ ਤੇ ਵੀਰਿੰਦਰ ਗਰੇਵਾਲ ਬਾਪੂ ਨੂੰ ਤੋਰ ਰਹੇ ਸੀਗੇ ਤੇ ਫਿਰ ਬਾਪੂ ਜੀ ਜਦੋਂ ਡੈਥ ਹੋ ਗਈ ਤਾਂ ਫਿਰ ਪੁਲਿਸ ਨੇ ਸਾਨੂੰ ਦੱਸਿਆ ਵੀ ਤੁਸੀਂ NGO ਰਜਿਸਟਰਡ ਕਰਾਓ, ਵੀ ਇੱਦਾਂ ਤੁਹਾਡੇ ਤੇ ਗਲਤ ਹੋ ਜੂ ਕੁਝ ਨਾ ਕੁਝ ਕਰੇ। ਤਾਂ ਫਿਰ ਅਸੀਂ ਬਾਪੂ ਜੀ ਦਾ ਉੱਥੇ ਦਰਾਹੇ ਸ਼ਹਿਰ ਦੇ ਵਿੱਚ ਲਾਈਵ ਸੰਸਕਾਰ ਕੀਤਾ, ਉੱਥੇ ਵੀਡੀਓ ਪਾਈ ਲਾਈਵ। ਤੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਭੋਗ ਪਾਠ ਗੁਰਦੁਆਰਾ ਸਾਹਿਬ ਉੱਥੇ ਦਰਾਹੇ ਕਲਗੀਧਰ ਗੁਰਦੁਆਰਾ ਸਾਹਿਬ 'ਚ ਰਖਾਇਆ। ਉੱਥੋਂ ਦੇ ਲੋਕਲ ਮੁੰਡੇ ਸਾਡੇ ਨਾਲ ਦਰਾਹੇ ਦੇ ਕਾਫੀ ਜੁੜ ਗਏ। ਇਸ਼ਪ੍ਰੀਤ ਹੁਣੀ, ਸਨੀ ਸੇਠੀ ਹੁਣੀ ਆ ਵੀਰ ਸਾਡੇ ਨਾਲ ਜੁੜ ਗਏ। ਕਾਫੀ ਬੰਦਿਆਂ ਨੇ ਸਾਨੂੰ ਉੱਥੇ ਸਹਿਯੋਗ ਦਿੱਤਾ। ਫਿਰ ਬਾਪੂ ਜੀ ਦਾ ਅਸੀਂ ਉੱਥੇ ਭੋਗ ਪਾਇਆ। ਭੋਗ ਪਾਉਣ ਤੋਂ ਬਾਅਦ ਫਿਰ ਢਾਬੇ ਤੇ ਸਾਡੇ ਕੋਲੇ ਜੀ ਇਦਾਂ ਹੀ ਕਰਦੇ ਕਰਦੇ 16-17 ਮੈਂਬਰ ਹੋ ਗਏ। ਜਿਹੜਾ ਨੀਰਜ ਆਇਆ ਸਾਡੇ ਕੋਲੇ ਬੱਚਾ ਉੱਥੇ, ਇਹ ਬੱਚਾ ਸਾਨੂੰ ਉੱਥੇ ਦਰਾਹੇ ਸ਼ਹਿਰ ਤੋਂ ਮਿਲਿਆ ਬਹੁਤ ਹੀ ਮਾੜੀ ਹਾਲਤ ਦੇ ਵਿੱਚ। ਇਹ ਬੱਚੇ ਦੇ ਤੁਹਾਨੂੰ ਤਸਵੀਰਾਂ ਦਿਖਾਉਣੇ ਆ। ਆਹ ਹਾਲਾਤ ਸੀਗਾ ਉੱਥੇ ਢਾਬੇ ਤੇ, ਕੋਈ ਉਹਨੂੰ ਜਿਵੇਂ ਛੱਡ ਗਿਆ। ਚੱਲ ਪਿਆ ਢਾਬੇ ਦੇ ਬਾਹਰ ਬੈਠਾ ਇਹ ਰੋਈ ਜਾ ਰਿਹਾ ਸੀ ਬੱਚਾ। ਤੇ ਜਦੋਂ ਅਸੀਂ ਇਹਨੂੰ ਅੰਦਰ ਲੈ ਕੇ ਗਏ, ਇਹਦੀ ਆ ਬੋਡੀ ਤੇ ਦੇਖੋ ਹਰਾ ਹਰਾ ਸਾਗ ਸੂ ਆ ਕੀ ਲੱਗਿਆ, ਪੱਠੇ ਪੁੱਠੇ ਹੈ ਨਾ, ਪੂਰੀ ਬੋਡੀ ਇਹਦੀ ਵਿਚਾਰੇ ਦੀ ਪਿੱਛੋਂ ਲਿਬੜੀ ਪਈ, ਜ਼ਖਮ ਹੋਏ ਹੋਏ ਸਰੀਰ ਦੇ ਉੱਤੇ। ਨਮਾਉਂਦਿਆਂ ਦੀਆਂ ਤਸਵੀਰਾਂ ਸਾਡੀਆਂ। ਰੋ ਰਿਹਾ ਸੀ, ਚੀਕਾਂ ਮਾਰਦਾ ਸੀਗਾ। ਆ ਤੁਸੀਂ ਦੇਖੋ ਇਹ ਤੇ ਡੇਟ ਵੀ ਆ 2016 ਅਗਸਤ ਦਾ ਮਹੀਨਾ ਸੀਗਾ। 22 ਅਗਸਤ 2:57 ਦੁਪਹਿਰ ਦੇ। ਆ ਮੇਰੀ ਤਸਵੀਰ ਆ ਤੇ ਆ ਇਹਦੀ ਆ। ਅਸੀਂ ਇਹਨੂੰ ਇਸ਼ਨਾਨ ਕਰਾਉਂਦੇ ਆਂਦੀ ਆ ਵੀਰਿੰਦਰ ਗਰੇਵਾਲ ਤੇ ਆ ਮੈਂ ਆ ਦੋਨੋਂ ਜਾਣੇ ਅਸੀਂ ਇਹਨੂੰ ਇਸ਼ਨਾਨ ਕਰਾਇਆ, ਨਹਾਇਆ, ਕੱਪੜੇ ਪਵਾਏ। ਆ ਹੱਡੀਆਂ ਦਾ ਪਿੰਜਰ ਸੀਗਾ ਬੱਚਾ ਉਦੋਂ। ਆ ਦੇਖੋ ਆ ਬੈਠਾ ਨੀਰਜ, ਹੁਣ ਮਾਸਕ ਲਾਤਾ ਨੀਰਜ ਨੇ ਸਾਡੇ ਨੇ ਹੁਣ। ਹਾਂ ਨੀਰਜ ਹੱਸ ਕੇ ਦਿਖਾ ਦੇ। ਠੀਕ ਹੈ ਨਾ? ਸਤਿ ਸ਼੍ਰੀ ਅਕਾਲ ਕਰ ਰਹੇ ਅਸੀਂ ਬੋਲ ਕੇ ਫਤਿਹ ਬੁਲਾ ਦੇ। ਮੈਂ ਕੀ ਖਾਲਸਾ ਮੇਰੀ ਫਤਿਹ ਕਰ ਮੈਂ ਕੀ ਖਾਲਸਾ ਮੇਰੀ ਫਤਿਹ ਫਤਿਹ। ਬਹਿ ਜਾ। ਇਸ ਬੱਚੇ ਨੂੰ ਜਦੋਂ ਅਸੀਂ ਬਿਠਾਉਂਦੇ ਸੀ ਕੁਰਸੀ ਤੇ ਜਾਂ ਕਿਤੇ ਤੋਂ ਬੈਠਣਾ ਹੋਣ, ਇਹਦੀ ਬੈਕ ਸਾਈਡ ਤੇ ਟਾਇਲਟ ਵਾਲੀ ਥਾਂ ਤੇ ਜ਼ਖਮ ਸੀ ਵਿਚਾਰੇ ਦੇ ਬਹੁਤ। ਤਾਂ ਫਿਰ ਅਸੀਂ ਜਦੋਂ ਹਸਪੀਟਲ ਚੈੱਕ ਕਰਾਇਆ ਤਾਂ ਸਾਨੂੰ ਪਤਾ ਲੱਗਿਆ ਇਸ ਬੱਚੇ ਦੇ ਨਾਲ ਗਲਤ ਹੋਇਆ ਸੀ ਕੁਛ। ਇਹਦੀਆਂ ਦੇਖੋ ਲੱਤਾਂ ਤੇ ਜ਼ਖਮ ਆ, ਕੂਹਣੀਆਂ ਤੇ ਜ਼ਖਮ, ਦੋਨੇ ਬਾਹਾਂ ਤੇ ਇਹਦੇ ਪੱਟੀਆਂ ਕੀਤੀਆਂ ਏਡੀਆਂ ਏਡੀਆਂ ਸੀ। ਆ ਵੀਰਿੰਦਰ ਬੈਠਾ, ਮੈਂ ਬੈਠਾ ਸੀ, ਪੱਟੀਆਂ ਕੀਤੀਆਂ ਤੇ ਪੂਰਾ ਸਰੀਰ। ਫਿਰ ਆ ਬਾਪੂ ਛੋਟੇ ਲਾਲ ਦੀ ਉਸੇ ਦਿਨ ਹੀ ਦੂਸਰੇ ਦਿਨ ਸੱਟ ਮੌਤ ਹੋ ਗਈ। ਬਾਪੂ ਛੋਟੇ ਲਾਲ ਜੀ ਦੀ ਡੈੱਡ ਬੋਡੀ ਆ ਸੰਸਕਾਰ ਕਰਨ ਦੀਆਂ ਤਸਵੀਰਾਂ ਮੈਂ ਉੱਥੇ ਸੰਸਕਾਰ ਕੀਤਾ ਸੀ। ਤੇ ਫਿਰ ਇਸੇ ਦੌਰਾਨ ਇੱਕ ਸਭ ਤੋਂ ਵੱਡੀ ਇੱਕ ਹੋਰ ਬੜੀ ਟ੍ਰੈਜਡੀ ਹੋਈ। ਸੇਵਾ ਪਰਿਵਾਰ ਦਾ ਇੱਥੇ ਤੱਕ ਪਹੁੰਚਣ ਦੇ ਵਿੱਚ ਇੱਕ ਹੋਰ ਬੜਾ ਵੱਡਾ ਯੋਗਦਾਨ ਆ ਇਸ ਬੰਦੇ ਦਾ। ਆ ਹੱਡੀਆਂ ਦਾ ਪਿੰਜਰ ਆ ਬੰਦਾ, ਇਹਦਾ ਨਾਮ ਮੱਖਣ ਸਿੰਘ ਸੀਗਾ ਜੀ। ਪਲੀਜ਼ ਵੀਡੀਓ ਨੂੰ ਸ਼ੇਅਰ ਕਰ ਦਿਓ, ਹੋਰ ਲੋਕ ਜੁੜ ਸਕਣ। ਆਪਣੇ ਅੱਜ ਪੁਰਾਣੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਆ। ਇਹ ਹੱਡੀਆਂ ਦਾ ਪਿੰਜਰ, ਇਹਦਾ ਨਾਮ ਮੱਖਣ ਸਿੰਘ। ਇਹ ਵੀਰ ਸਾਨੂੰ ਸੜਕ ਤੇ ਜਾਂਦਾ ਮਿਲਿਆ। ਸਾਨੂੰ ਲੋਕ ਦੱਸਣ ਲੱਗ ਗਏ ਸਾਡਾ ਜਿਵੇਂ ਵੇਟਰ ਸੀ ਜਾਂ ਬਾਹਰ ਟਾਇਰਾਂ ਵਾਲਾ ਬੈਠਾ ਸੀ ਦੁਕਾਨ, ਉਹਨੇ ਹੋਖਾ ਬਣਾਇਆ ਸੀ ਢਾਬੇ ਦੇ ਬਾਹਰ। ਉਹ ਆਇਆ ਭੱਜ ਕੇ, ਉਹਨੇ ਦੱਸਿਆ ਕਹਿੰਦਾ ਬਾਈ ਇੱਕ ਬੰਦਾ ਤੁਰਿਆ ਜਾਂਦਾ ਬਾਹਰ, ਬਹੁਤ ਮਾੜੀ ਹਾਲਤ ਆ। ਮੈਂ ਕਿਹਾ ਕੀ ਹੋਇਆ ਵਾ? ਕਹਿੰਦਾ ਬਸ ਸੁੱਕਿਆ ਪਿਆ ਜਮਾਂ ਹੀ। ਅਸੀਂ ਭੱਜਿਆ ਮਗਰ ਮੋਟਰਸਾਈਕਲ ਲਾਇਆ, ਕਿਲੋਮੀਟਰ ਤੱਕ ਪਹੁੰਚ ਗਿਆ। ਅਸੀਂ ਜਾ ਕੇ ਇਹਨੂੰ ਘੇਰ ਲਿਆ, ਅਸੀਂ ਪੁੱਛਿਆ ਕਿੱਧਰ ਨੂੰ ਚੱਲਿਆ, ਤੇ ਵਿਚਾਰਾ ਰੋਣ ਜੇ ਲੱਗ ਗਿਆ। ਅਸੀਂ ਇਹਨੂੰ ਮੋਟਰਸਾਈਕਲ ਮਗਰ ਬਿਠਾਇਆ, ਲੈ ਆਏ ਢਾਬੇ ਤੇ ਲਿਆ ਕੇ।
ਕਹਿੰਦਾ ਚਾਹ ਪੀਣੀ ਆ, ਚਾਹ ਪਿਲਾਤੀ। ਜਦੋਂ ਕੱਪੜੇ ਲਾਹੇ ਆ ਹੱਡੀਆਂ ਇਹਦੀਆਂ ਬਾਹ ਅੰਤੜੀਆਂ ਦੇਖੋ ਸੁੱਕ ਕੇ ਐਂ ਬਾਹਰ ਆਈਆਂ ਪਈਆਂ ਸੀ। ਤੇ ਇਹਨੂੰ ਵੀਰ ਨੂੰ ਅਸੀਂ ਨਹਾ ਕੇ ਇਹਦੇ ਕੱਪੜੇ ਪਵਾ ਕੇ ਤਾਂ ਬਾਲ ਬੂਲ ਕੱਟੇ ਇਹਦੇ, ਕੱਟ ਕੇ ਤੇ ਫੋਟੋਆਂ ਖਿੱਚ ਕੇ ਇਹਦੀਆਂ ਫੇਸਬੁੱਕ ਤੇ ਪਾਤੀਆਂ। ਜਦੋਂ ਇਹ ਫੋਟੋਆਂ ਖਿੱਚ ਕੇ ਫੇਸਬੁੱਕ ਤੇ ਪਾਈਆਂ ਤੇ ਇਹਨੂੰ ਪਛਾਣ ਲਿਆ ਇਹਦੀ ਬੇਟੀ ਨੇ। ਇਹਦੀ ਬੇਟੀ ਬਾਹਰ ਸੀਗੀ ਬੈਠੀ, ਉਹਨੇ ਦੱਸਿਆ ਵੀ ਮੇਰੇ ਡੈਡੀ ਆ। ਤੇ ਕਹਿੰਦੀ ਜਦੋਂ ਇਹ ਡੈਡੀ ਮੇਰੇ ਅੱਜ ਤੋਂ 3 ਸਾਲ ਪਹਿਲਾਂ ਇਹਨਾਂ ਨੇ ਘਰ ਛੱਡਤਾ ਸੀ ਵੀ ਇਹਨੂੰ ਡਾਕਟਰ ਦੇ ਲੈ ਕੇ ਗਏ। ਡਾਕਟਰ ਨੇ ਇਹਨਾਂ ਨੂੰ ਦੱਸਿਆ ਵੀ ਤੈਨੂੰ ਟੀਵੀ ਆ, ਵੀ ਤੂੰ ਜੇ ਘਰੇ ਬੱਚਿਆਂ ਕੋਲੇ ਪਏਂਗਾ ਤੇਰੇ ਬੱਚਿਆਂ ਨੂੰ ਵੀ ਟੀਵੀ ਹੋ ਜਾਣੀ ਹੈ। ਵੀ ਸਾਡੇ ਘਰ ਦੇ ਵਿੱਚ ਕਮਰਾ ਇੱਕੋ ਹੀ ਸੀਗਾ, ਵੀ ਹੋਰ ਕੋਈ ਕਮਰਾ ਹੀ ਹੈ ਨਹੀਂ ਸੀ, ਨਾ ਵਿਹੜਾ ਸੀ। ਵੀ ਜੇ ਬਾਪੂ ਸਾਡੇ ਕੋਲ ਨਹੀਂ ਪੈਂਦਾ ਤਾਂ ਹੋਰ ਕਿੱਥੇ ਪੈਂਦਾ। ਵੀ ਇਹਨੇ ਇਸ ਗੱਲ ਤੋਂ ਡਰਦੇ ਨੇ ਵੀ ਮੇਰੇ ਬੱਚਿਆਂ ਨੂੰ ਟੀਵੀ ਨਾ ਹੋ ਜਾਵੇ, ਘਰ ਹੀ ਛੱਡਤਾ। ਵੀ 3 ਸਾਲਾਂ ਤੋਂ ਅਸੀਂ ਲੱਭਦੇ ਫਿਰਦੇ ਆ। ਵੀ ਮੈਂ ਬਹੁਤ ਕੋਸ਼ਿਸ਼ਾਂ ਕੀਤੀਆਂ, ਉਦੋਂ ਮੇਰੀ ਪੜ੍ਹਾਈ ਚੱਲਦੀ ਸੀ, ਮੈਂ ਅੱਜ ਬਾਹਰ ਆ ਗਈ ਹਾਂ, ਅਮਰੀਕਾ ਦੇ ਵਿੱਚ ਵਧੀਆ ਸੈਟਲਾਂ ਸੀ। ਵੀ ਪਰ ਅਸੀਂ ਬਾਪੂ ਨੂੰ ਲੱਭ ਕਮਲੇ ਹੋ ਗਏ ਸੀ। ਅੱਜ ਤੁਹਾਡੇ ਕਰਕੇ ਸਾਨੂੰ ਸਾਡਾ ਬਾਪੂ ਲੱਭ ਗਿਆ। ਤਾਂ ਫਿਰ ਅਹਿਸਾਸ ਹੋਇਆ ਸੋਸ਼ਲ ਮੀਡੀਆ ਦਾ, ਫਿਰ ਪਤਾ ਲੱਗਿਆ ਫੇਸਬੁੱਕ ਹੈ ਕੀ ਆ। ਫਿਰ ਉਦੋਂ ਅਹਿਸਾਸ ਹੋਇਆ ਇਹ ਪਲੇਟਫਾਰਮ ਕਿੱਡਾ ਵੱਡਾ ਵਾ ਸੋਸ਼ਲ ਮੀਡੀਆ। ਕਿਸੇ ਧੀ ਦਾ ਕਿਸੇ ਬੱਚੇ ਦਾ ਬਾਪ ਮਿਲ ਗਿਆ। ਸਿਰਫ ਇੱਕ ਸਾਡੀਆਂ ਊਲ ਜਲੂਲ ਹਰਕਤਾਂ ਸਾਡੇ ਲਈ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਇੱਥੇ ਤੱਕ ਲੈ ਕੇ ਆ ਗਈਆਂ। ਅਸੀਂ ਇੱਕ ਸਿਰਫ ਪਤਾ ਨਹੀਂ ਕੀ ਕਰਦੇ ਸੀ, ਸਾਨੂੰ ਆਪ ਨੂੰ ਵੀ ਨਹੀਂ ਖੁਦ ਪਤਾ। ਆਹ ਪਰਿਵਾਰ ਲੈਣ ਆਇਆ ਸਰਦਾਰ ਮੱਖਣ ਸਿੰਘ ਜੀ ਨੂੰ। ਆਹ ਮੱਖਣ ਸਿੰਘ ਬੈਠਾ, ਮੈਂ ਖੜਾ, ਵੀਰਿੰਦਰ ਖੜਾ। ਆਹ ਪਰਿਵਾਰ, ਆਹ ਮੱਖਣ ਦੀ ਵਾਈਫ, ਭੈਣਾਂ, ਉਹਦਾ ਭਰਾ, ਭਤੀਜੇ, ਸਾਰੇ ਜਾਣੇ ਇੱਕ ਛੋਟਾ ਹਾਥੀ ਭਰ ਕੇ, ਪੂਰੀ ਗੱਡੀ ਭਰ ਕੇ ਉਹ ਲੈਣ ਆਏ। ਤੇ ਉਸ ਦਿਨ ਜਨਮ ਦਿਨ ਸੀਗਾ ਜੀ ਮੇਰਾ। ਉਸ ਦਿਨ ਇੱਕ ਬੜਾ ਵੱਡਾ ਦਿਨ ਸੀਗਾ, ਜਨਮ ਦਿਨ ਸੀ। ਉਸ ਦਿਨ ਮੈਂ 40 ਸਾਲਾਂ ਦਾ ਪੂਰਾ ਹੋ ਗਿਆ ਸੀ। ਤੇ ਜਨਮ ਦਿਨ ਵਾਲੇ ਦਿਨ ਵੀਰ ਮੱਖਣ ਸਿੰਘ ਦਾ ਘਰ ਲੱਭਿਆ। 3 ਸਾਲਾਂ ਬਾਅਦ ਉਹ ਘਰੇ ਗਿਆ। ਉਹਦੇ ਪਰਿਵਾਰ ਨੇ, ਉਹਦੀ ਵਾਈਫ ਨੇ, ਉਹਦੀਆਂ ਭੈਣ ਨੇ, ਉਹਦੀਆਂ ਬੇਟੀ ਨੇ, ਉਹਦੇ ਭਰਾਵਾਂ ਇੰਨੀਆਂ ਅਸੀਸਾਂ ਦਿੱਤੀਆਂ, ਇੰਨੀਆਂ ਅਸੀਸਾਂ ਦਿੱਤੀਆਂ। ਉਸ ਦਿਨ ਪਤਾ ਲੱਗਿਆ ਵੀ ਦੁਆ ਕੀ ਹੁੰਦੀ ਆ। ਉਸ ਦਿਨ ਪਤਾ ਲੱਗਿਆ ਅਸੀਸਾਂ ਕਿਹਨੂੰ ਕਹਿੰਦੇ ਆ। ਇੰਨੀਆਂ ਉਹਨਾਂ ਨੇ ਅਸੀਸਾਂ ਦਿੱਤੀਆਂ। ਤੇ ਉਸ ਦਿਨ ਮੈਨੂੰ ਲੱਗਿਆ ਵੀ ਮੇਰਾ ਜਨਮ ਅੱਜ ਹੋਇਆ। 40 ਸਾਲ ਜ਼ਿੰਦਗੀ ਦੇ ਸਿਰਫ ਬੇਅਰਥ ਕੱਢਤੇ, ਸਿਰਫ ਦੁਨੀਆਦਾਰੀ ਦੇ ਵਿੱਚ ਘੁੰਮਦਿਆਂ ਨੇ, ਪੁੱਠੇ ਸਿੱਧੇ ਕੰਮਾਂ ਦੇ ਵਿੱਚ। ਜ਼ਿੰਦਗੀ 'ਚ ਕੋਈ ਪੁੱਠਾ ਇਹੋ ਜਿਹਾ ਕੰਮ ਨਹੀਂ ਜਿਹੜਾ ਨਾ ਕੀਤਾ ਹੋਵੇ। ਅਸੀਂ ਕੋਈ ਬਹੁਤ ਸਿਆਣੇ, ਅਸੀਂ ਗੁਣਵਾਨ, ਅਸੀਂ ਕੋਈ ਬੁੱਧੀਜੀਵੀ, ਅਸੀਂ ਕੋਈ ਸੱਚੇ ਸੁੱਚੇ ਇਨਸਾਨ ਨਹੀਂ ਸੀ। ਕਲਯੁੱਗ 'ਚ ਰਹਿੰਦੇ ਸੀ, ਕਲਯੁਗੀ ਇਨਸਾਨ ਸੀ। ਸਾਰੇ ਪੁੱਠੇ ਕੰਮਾਂ 'ਚ ਲਿਪਤ ਸੀ, ਸਾਰੀਆਂ ਗਲਤ ਹਰਕਤਾਂ 'ਚ ਲਿਪਤ ਸੀ। ਪਰ ਨਾ ਕੇਸ ਸੀ, ਨਾ ਦਾੜੀ ਸੀ। ਮੇਰਾ ਪੂਰਾ ਪਰਿਵਾਰ ਅੰਮ੍ਰਿਤਧਾਰੀ, ਮੇਰੇ ਦੋਨੋਂ ਭਰਾ, ਮੇਰੇ ਮਦਰ ਵਾਈਫ, ਮੇਰੇ ਪਾਠ ਪੂਜਾ ਕਰਨ ਵਾਲੇ। ਕਹਿੰਦਾ ਮੈਂ ਇੱਦਾਂ ਦਾ ਸੀ ਵੀ ਗੁਰੂ ਘਰ ਦੇ ਵਿੱਚ ਵੀ ਜੇ ਜਾਣਾ ਪੈਂਦਾ ਸੀ ਤਾਂ ਐ ਹੁੰਦਾ ਸੀ ਵੀ ਬਸ ਮੱਥਾ ਟੇਕ ਕੇ ਬਾਹਰ ਆ ਜਾਣਾ, ਉਹ ਵੀ ਕਿਤੇ ਕਿਸੇ ਦੇ ਮਰੇ ਜੰਮੇ ਤੇ ਜਾਣਾ। ਤੇ ਹੁਣ ਸੱਚੇ ਪਾਤਸ਼ਾਹ ਦੀ ਐਡੀ ਵੱਡੀ ਕਿਰਪਾ ਹੋ ਗਈ ਆ। ਆ ਤੁਸੀਂ ਦੇਖੋ ਚਾਰੇ ਪਾਸੇ ਆ ਗੁਰੂ ਘਰ 'ਚ ਰਹਿੰਦੇ ਆ, ਦੋਨੋਂ ਟਾਈਮ ਇੱਥੇ ਬਾਣੀ ਪੜ੍ਹੀ ਜਾਂਦੀ ਆ, ਪਾਠ ਹੁੰਦਾ, ਪ੍ਰਸ਼ਾਦਾ ਛਕਦੇ ਨੇ, ਲੰਗਰ ਦੀ ਸੇਵਾ ਹੁੰਦੀ ਆ, ਦੋਨੋਂ ਟਾਈਮ 5 ਬਾਣੀਆਂ ਦਾ ਪਾਠ ਹੁੰਦਾ, ਅਰਦਾਸ ਹੁੰਦੀ ਆ। ਸਵਰਗ 'ਚ ਬਿਠਾਤਾ ਲਿਆ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ, ਉਹ ਕਲੰਗੀਆਂ ਵਾਲੇ ਨੇ ਸਵਰਗ 'ਚ ਬਿਠਾਤਾ ਲਿਆ ਕੇ। ਤੇ ਇਹ ਪਹਿਲੀਆਂ ਅਸੀਸਾਂ ਸੀ ਜਿਹੜੀਆਂ ਜ਼ਿੰਦਗੀ ਦੀਆਂ। ਢਾਬੇ ਤੇ ਬੈਠੇ ਸੀਗੇ, ਸਮਰਾਟ ਢਾਬੇ ਦਾ ਨਾਂ ਸੀਗਾ, ਦਰਾਹੇ ਦੇ ਬਾਹਰਲੇ ਪਾਸੇ। ਤੇ ਫਿਰ ਇੱਦਾਂ ਹੀ ਕਰਦੇ ਕਰਦੇ ਫਿਰ ਕਾਰਮਾ ਵੱਧਦਾ ਗਿਆ। ਫਿਰ ਸਾਨੂੰ ਟੋਨੀ ਬਾਬੇ ਬਾਰੇ ਪਤਾ ਲੱਗਿਆ, ਜਿਨ੍ਹਾਂ ਦੀ ਡੈਥ ਹੋ ਗਈ ਥੋੜੇ ਦਿਨ ਪਹਿਲਾਂ। ਇਹ ਟੋਨੀ ਜੀ ਉੱਥੇ ਸਾਨੂੰ ਹਰਿਆਣੇ ਤੋਂ ਜਾ ਕੇ ਅਸੀਂ ਲੈ ਕੇ ਆਏ ਸੀ ਇਹਨਾਂ ਨੂੰ ਵੀ। ਤੇ ਇਹਨਾਂ ਦੇ ਵੀ ਆਹ ਹਾਲਾਤ ਸੀ ਉਦੋਂ, ਮੇਰੇ ਆਹ ਹਾਲਾਤ ਸੀ, ਟੋਨੀ ਜੀ ਦੇ ਆਹ ਸੀ। ਕੋਈ ਜ਼ਿਆਦਾ ਫਰਕ ਨਹੀਂ ਸੀਗਾ। ਤੇ ਪਰ ਸੱਚੇ ਪਾਤਸ਼ਾਹ ਨੇ ਫਿਰ ਹੌਲੀ ਹੌਲੀ ਕਿਰਪਾ ਕਰ ਗਈ ਤੇ ਇੱਥੇ ਤੱਕ ਪਹੁੰਚ ਗਿਆ। ਫਿਰ ਉਹਨਾਂ ਦਿਨਾਂ ਦੇ ਵਿੱਚ ਹੀ ਸਾਨੂੰ ਬਾਪੂ ਨਿਸ਼ਾਨ ਸਿੰਘ ਜੀ ਮਿਲੇ। ਇਹਨਾਂ ਬਾਰੇ ਸਾਨੂੰ ਪਤਾ ਲੱਗਿਆ ਕਿ ਵੀਰਾਂ ਨੇ ਫੋਨ ਕੀਤਾ ਅੰਮ੍ਰਿਤਸਰ ਤੋਂ ਵੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਵੀ ਅਸੀਂ ਖੜੇ ਹਾਂ। ਵਾਈਪਰ ਲਾਉਂਦੇ ਸੀਗੇ। ਵਾਈਪਰ ਲਾਉਂਦੇ ਸਮੇਂ ਅਸੀਂ ਤੁਹਾਡੀ ਵੀਡੀਓ ਦੇਖੀ ਸੀ, ਤੁਸੀਂ ਬਾਪੂ ਕੇਸਰ ਸਿੰਘ ਦੇ ਕੀੜੇ ਕੱਢੇ ਸੀ। ਵੀ ਅਸੀਂ ਇੱਕ ਬਾਪੂ ਮਿਲਿਆ ਸਾਨੂੰ, ਉਹਦੇ ਸਿਰ 'ਚ ਕੀੜੇ ਪਏ ਹੋਏ ਆ ਬਾਈ, ਵੀ ਅਸੀਂ 2 ਦਿਨ ਹੋ ਗਿਆ ਲਈ ਫਿਰਦੇ ਹਾਂ ਬਾਪੂ ਨੂੰ, ਸਾਡਾ ਕੋਈ ਹੱਲ ਨਹੀਂ ਹੋ ਰਿਹਾ। ਤੇ ਅਸੀਂ ਪੁੱਛਿਆ ਵੀ ਕਿਵੇਂ? ਕਹਿੰਦਾ ਵੀ ਬਾਪੂ ਪਰਿਕਰਮਾ 'ਚ ਸੁੱਤੇ ਪਏ ਸੀ, ਅਸੀਂ ਵਾਈਪਰ ਲਾ ਰਹੇ ਸੀ, ਬਾਪੂ ਦੇ ਸਿਰ 'ਚੋਂ ਬਲੱਡ ਨਿਕਲਦਾ ਸੀ। ਅਸੀਂ ਜਦੋਂ ਬਾਪੂ ਨੂੰ ਉਠਾਇਆ ਤੇ ਸਿਰ ਦੇ ਵਿੱਚ ਦੇਖਿਆ ਦੁਪੱਟਾ ਚੱਕ ਕੇ ਤੇ ਵਿੱਚ ਕੀੜੇ ਸੀ। ਤੇ ਅਸੀਂ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਗੁਰੂ ਰਾਮਦਾਸ ਸਰਾਂ ਦੇ ਬਾਹਰ ਸ਼੍ਰੋਮਣੀ ਕਮੇਟੀ ਦਾ ਜਿਹੜਾ ਦਫ਼ਤਰ ਆ, ਅਸੀਂ ਉੱਥੇ ਲੈ ਗਏ ਬਾਪੂ ਨੂੰ ਉਠਾ ਕੇ। ਤੇ ਅਸੀਂ ਉਹਨਾਂ ਨੂੰ ਦੱਸਿਆ ਵੀ ਬਾਪੂ ਮਿਲਿਆ ਸਾਨੂੰ, ਇਹਨਾਂ ਦੇ ਸਿਰ 'ਚ ਕੀੜੇ ਪਏ ਹੋਏ ਬਾਈ, ਦੇਖੋ ਵੀ ਸਾਨੂੰ ਐ ਸੀ ਵੀ ਉਹ ਮਦਦ ਕਰਨਗੇ। ਕਹਿੰਦਾ ਉਹਨਾਂ ਨੇ ਧੱਕੇ ਮਾਰ ਕੇ ਬਾਪੂ ਨੂੰ ਦਿਉੜੀ ਤੋਂ ਬਾਹਰ ਕੱਢਤਾ। ਕਹਿੰਦੇ ਵੀ ਇਹਨੂੰ ਅੰਦਰ ਨਹੀਂ ਵੜਨ ਦੇਣਾ। ਜਿਹੜਾ ਬਰਛੇ ਲਈ ਬਾਹਰ ਖੜੇ ਸੀ ਗੇਟ ਤੇ, ਉਹਨਾਂ ਨੇ ਸਪੈਸ਼ਲ ਤਕੀਦ ਕੀਤਾ ਵੀ ਇਹ ਬੰਦਾ ਅੰਦਰ ਨਹੀਂ ਵੜਨਾ ਚਾਹੀਦਾ, ਇਹਨੇ ਅੰਦਰ ਪਰਿਕਰਮਾ ਪਵਿੱਤਰ ਕਰਤੀ ਹੈ। ਕਹਿੰਦਾ ਬਾਈ ਫਿਰ ਅਸੀਂ ਬਾਪੂ ਨੂੰ ਚੱਕਿਆ ਸਿਵਲ ਹਸਪਤਾਲ ਗੁਰਦੁਆਰੇ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਦੇ ਗੁਰਦੁਆਰਾ ਸਾਹਿਬ, ਉੱਥੇ ਲੈ ਗਏ।
ਉਹਨਾਂ ਨੇ ਵੀ ਕਹਿੰਦਾ ਸਾਨੂੰ ਜਵਾਬ ਦਿੱਤਾ ਵੀ ਇਹ ਪੁਲਿਸ ਕੇਸ ਆ ਜੀ, ਇਹਦੇ ਸੱਟ ਲੱਗੀ ਹੋਈ ਆ। ਕਹਿੰਦਾ ਫਿਰ ਸਾਨੂੰ ਕਿਸੇ ਨੇ ਰਾਇ ਦਿੱਤੀ ਵੀ ਤੁਸੀਂ ਐਂਬੂਲੈਂਸ 108 ਨੂੰ ਫੋਨ ਕਰੋ, ਉਹਦੇ 'ਚ ਭੇਜੋ, ਪਾ ਕੇ ਫਿਰ ਦਾਖਲ ਹੋ। ਇਹ ਕਹਿੰਦੇ ਅਸੀਂ ਦੁਬਾਰਾ ਫਿਰ ਡਿਊਟੀ ਦੇ ਬਾਹਰ ਲਿਆ ਕੇ ਬਾਪੂ ਨੂੰ ਪਾ ਲਿਆ। ਫਿਰ ਅਸੀਂ ਐਂਬੂਲੈਂਸ ਨੂੰ ਫੋਨ ਕੀਤਾ, 108 ਐਂਬੂਲੈਂਸ ਆ ਗਈ। ਦੱਸਿਆ ਬਾਈ ਵੀ 4 ਰਾਤਾਂ ਤੋਂ ਲਗਾਤਾਰ ਹੋ ਗਏ ਮੈਨੂੰ ਲੋਕ ਫੋਨ ਕਰਦੇ ਆ ਵੀ ਮੈਂ ਇਹਨੂੰ ਦਾਖਲ ਕਰਾ ਕੇ ਆਉਣਾ ਹਸਪਤਾਲ 'ਚ ਸਰਕਾਰੀ 'ਚ, ਵੀ ਉਹ ਸਵੇਰ ਨੂੰ ਕੱਢ ਦਿੰਦੇ ਆ, ਵੀ ਅੱਜ ਵੀ ਤੁਸੀਂ ਕਹਿੰਦੇ ਹੋ ਮੈਂ ਲੈ ਜਾਣਾ, ਵੀ ਕੱਢ ਉਹਨਾਂ ਨੇ ਫੇਰ ਦੇਣਾ, ਵੀ ਜੇ ਤੁਸੀਂ ਵਾਕਈ ਮਦਦ ਕਰਨੀ ਹੈ ਤਾਂ ਨਾਲ ਚੱਲੋ। ਤੇ ਉਹ ਨੌਜਵਾਨ 4 ਜਾਣੇ, ਉਹਨਾਂ ਨੇ 1600 ਰੁਪਈਆ 4 ਜਣਿਆਂ ਨੇ ਇਕੱਠਾ ਕੀਤਾ, ਆਪੋ ਆਪਣੀ ਜੇਬਾਂ 'ਚੋਂ ਵਿਚਾਰਿਆਂ ਨੇ ਕੱਢ ਕੇ, ਤੇ ਫਿਰ ਉਹ ਬਾਪੂ ਦੇ ਨਾਲ ਹਸਪਤਾਲ ਗਏ। ਉੱਥੇ ਬਾਪੂ ਨੂੰ ਦਾਖਲ ਕਰਾਇਆ। 2 ਦਿਨ ਬਾਪੂ ਦੇ ਸਿਰਹਾਣੇ ਬੈਠੇ ਰਹੇ। 2 ਦਿਨਾਂ 'ਚ ਨਾ ਤਾਂ ਉਹਨਾਂ ਨੇ ਬਾਪੂ ਦੇ ਪੱਟੀ ਕੀਤੀ ਤੇ ਨਾ ਬਾਪੂ ਦਾ ਕੋਈ ਇਲਾਜ ਕੀਤਾ। ਬਾਪੂ 2 ਦਿਨ ਉੱਥੇ ਹਸਪਤਾਲ ਤੇ ਬਸ ਕਹਿੰਦੇ ਜੀ ਡਾਕਟਰ ਆਉਂਦਾ ਜੀ, ਸੀਨੀਅਰ ਡਾਕਟਰ ਆਉਂਦੇ ਆ, ਸੀਨੀਅਰ ਡਾਕਟਰ ਆਉਂਦੇ, ਐਂ ਕਹੀ ਗਏ। ਤੇ ਉਹ ਕਹਿੰਦਾ ਵੀ ਜਦ ਨੂੰ ਫਿਰ ਅਸੀਂ ਤੁਹਾਡੀਆਂ ਪੋਸਟਾਂ ਦੇਖੀਆਂ ਹੋਈਆਂ ਸੀ। ਬਾਈ ਕਹਿੰਦਾ ਸਾਨੂੰ ਕਿਸੇ ਨੇ ਨਾਲ ਦੇ ਨੇ ਦੱਸਿਆ ਵੀ ਆਪਾਂ ਮਨੁੱਖਤਾ ਦੀ ਸੇਵਾ ਵਾਲਿਆਂ ਨੂੰ ਫੋਨ ਕਰਦੇ ਆ। ਇਹ ਬਾਪੂ ਦੀਆਂ ਹਸਪਤਾਲ ਦੀਆਂ ਉੱਥੋਂ ਦੀਆਂ ਤਸਵੀਰਾਂ ਵਾ, ਆ ਦੇਖੋ। ਇਹ ਹਸਪੀਟਲ ਦੇ ਵਿੱਚ ਸਰਦਾਰ ਨਿਸ਼ਾਨ ਸਿੰਘ ਜੀ ਪਏ ਸੀਗੇ, ਇੱਕ ਹੱਡੀਆਂ ਦਾ ਪਿੰਜਰ, ਤੇ ਇਦਾਂ ਇਹਨਾਂ ਦੇ ਸਿਰ 'ਚ ਕੀੜੇ ਸੀ। ਆ ਦੇਖੋ, ਇਹਨਾਂ ਨੂੰ ਕਹਿੰਦੇ ਕੀੜੇ, ਆ ਸਿਰ 'ਚ ਸੀ ਬਾਪੂ ਦੇ ਕੀੜੇ। ਤੇ ਪ੍ਰਕਰਮਾ ਦਰਬਾਰ ਸਾਹਿਬ ਦੀ ਤੇ ਸਰਦਾਰ ਨਿਸ਼ਾਨ ਸਿੰਘ ਜੀ, ਕੋਈ ਇਹ ਨਹੀਂ ਸੀ ਵੀ ਕੋਈ ਸੀਰੀਆ ਤੋਂ ਆਇਆ ਸੀ ਬੰਦਾ, ਕੋਈ ਇਹ ਨਹੀਂ ਸੀ ਵੀ ਕੋਈ ਕਿਸੇ ਹੋਰ ਕਿਸੇ ਡੇਰੇ ਤੇ ਪਏ ਸੀ। ਦਰਬਾਰ ਸਾਹਿਬ ਦੀ ਪ੍ਰਕਰਮਾ ਦੀ ਇੰਨੇ ਕੀੜੇ ਸਿਰ ਦੇ ਵਿੱਚ ਘੁੰਮਦੇ ਸੀ। ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਬਰਛਿਆਂ ਵਾਲੇ ਸਿੰਘ ਉੱਥੇ ਖੜੇ ਹੁੰਦੇ ਆ, ਉਹਨਾਂ ਨੇ ਧੱਕੇ ਮਾਰ ਕੇ ਬਾਪੂ ਨੂੰ ਗੇਟ ਤੋਂ ਬਾਹਰ ਕੱਢਤਾ। ਤੇ ਹਸਪਤਾਲ 'ਚ ਆ ਬਿਨਾਂ ਬੈੱਡ ਸ਼ੀਟ ਤੋਂ ਆ ਗੰਦਾ ਬੈੱਡ ਆ, ਦੇਖੋ ਵਿੱਚੋਂ ਗੱਦਾ ਵੀ ਫਟਿਆ ਹੋਇਆ ਤੇ ਉਹਦਾ ਘਾਹ ਬਾਹਰ ਨਿਕਲਿਆ ਹੋਇਆ ਨਾਰੀਅਲ ਵਾਲਾ। ਇਸ ਬੈੱਡ ਤੇ 2 ਦਿਨ ਪਏ ਰਹੇ, ਪੱਟੀ ਤੱਕ ਨਹੀਂ ਕੀਤੀ ਕਿਸੇ ਨੇ। ਤੇ ਫਿਰ ਜਿਹੜਾ 1600 ਰੁਪਏ ਦਾ ਉਹਨਾਂ ਤੋਂ ਸਮਾਨ ਮੰਗਾਇਆ ਸੀ ਮੁੰਡਿਆਂ ਤੋਂ, ਤੇ ਉਹ ਵਿਚਾਰੇ ਆ ਬਾਪੂ ਨੂੰ ਉੱਥੇ ਬੈਠੇ ਨੂੰ ਚਾਹ ਚੂ ਪਿਲਾ ਦਿੰਦੇ ਸੀ ਠਾ ਕੇ। ਤੇ ਇਹ ਬਾਪੂ ਉੱਥੇ 2 ਦਿਨ ਬੈਠਾ ਰਿਹਾ। ਫਿਰ ਉਹਨਾਂ ਨੇ ਉਹ 1600 ਰੁਪਏ ਦੀਆਂ ਪੱਟੀਆਂ ਦਾ ਸਮਾਨ ਲਿਆਂਦਾ। ਉਹਨਾਂ ਨੇ ਫਿਰ ਬਾਪੂ ਦੇ ਸਿਰ ਤੇ ਪੱਟੀ ਕੀਤੀ। ਪੱਟੀ ਕਰਕੇ ਤੇ ਫਿਰ ਜਦੋਂ ਉਹਨਾਂ ਨੇ ਸਾਡੇ ਨਾਲ ਕੀਤੀ ਗੱਲ, ਅਸੀਂ ਕਿਹਾ ਵੀ ਤੁਸੀਂ ਲੈ ਆਓ। ਤੇ ਉਹ ਰਾਤ ਨੂੰ ਆ ਦੇਖੋ 2016 ਦੇ ਵਿੱਚ 9ਵਾਂ ਮਹੀਨਾ ਰਾਤ ਨੂੰ 1:04 ਤੇ 1:04 AM ਰਾਤ ਨੂੰ 1 ਵਜੇ ਗੱਡੀ 'ਚ 3 ਸਿੰਘ, ਇੱਕ ਚੌਥਾ ਵਿੱਚ ਬੈਠਾ, ਬਾਪੂ ਨੂੰ ਲਈ ਗੱਡੀ 'ਚ ਲੈ ਕੇ ਪਹੁੰਚੇ ਢਾਬੇ ਤੇ ਸਾਡੇ ਤੇ। ਰਾਤ ਨੂੰ ਗੱਡੀ 'ਚੋਂ ਕੱਢਿਆ ਬਾਪੂ ਨੂੰ, ਆ ਪ੍ਰਸ਼ਾਦਾ ਛਕਾਇਆ ਉਹਨਾਂ ਨੂੰ। ਅਸੀਂ 4 ਨੂੰ ਸਿੰਘਾਂ ਨੂੰ ਗੱਲਾਂ ਕਰਦਿਆਂ ਨੂੰ ਸਾਨੂੰ ਉਹਨਾਂ ਦੇ ਨਾਲ 1:21 ਹੋ ਗਏ। ਤੇ ਸਵੇਰੋਂ ਬਾਪੂ ਜੀ ਨੂੰ ਅਸੀਂ ਠਾਇਆ, ਪੱਟੀਆਂ ਇਦਾਂ ਲਪੇਟੀਆਂ, ਮੈਂ ਤੇ ਵੀਰਿੰਦਰ ਅਸੀਂ ਦੋਨੇ ਖੜੇ ਆ ਬਾਪੂ ਦੇ ਕੋਲੇ। ਤੇ ਆ ਦੂਸਰਾ ਦਿਨ ਚੜ ਗਿਆ ਜੀ, 20 ਤਰੀਕ ਹੋ ਗਈ ਆ, 11 ਵਜੇ ਸਵੇਰ ਦੇ। ਇਹ ਵੀ 20 ਤਰੀਕ ਰਾਤ ਤੜਕਿਓਂ 1 ਵਜੇ ਦੀਆਂ ਤਸਵੀਰਾਂ ਵਾ। ਤੇ ਆ ਬਾਪੂ ਜੀ ਨੂੰ ਅਸੀਂ ਬ੍ਰੈਡ ਖਵਾਇਆ। ਬਾਪੂ ਦੀ ਸਰੀਰ ਤੇ ਪੂਰਾ ਸਕਿਨ ਗਲੀ ਹੋਈ, ਜਿਵੇਂ ਖਾਜ ਪਈ ਹੋਈ ਸੀ। ਉਦੋਂ ਇੰਨੀ ਨੌਲੇਜ ਨਹੀਂ ਸੀ ਸਾਨੂੰ। ਬਾਪੂ ਗੁਜਰਾਜ ਨੂੰ ਲੈ ਜਾਓ ਅੰਦਰ, ਲੈ ਜਾਓ ਗੁਜਰਾਜ, ਬਾਬੇ ਨੂੰ ਪੈਣ ਦਿਓ। ਤੇ ਬਾਪੂ ਜੀ ਨੂੰ ਹਸਪੀਟਲ ਦਾਖਲ ਕਰਾਇਆ ਜੀ। ਆ ਹਸਪੀਟਲ ਦੀਆਂ ਤਸਵੀਰਾਂ, ਬਾਪੂ ਜੀ ਦੇ ਸਿਰ ਦੇ ਵਿੱਚ ਆ ਹਾਲਾਤ ਸੀ, ਕੀੜੇ ਤੇ ਹੱਡੀਆਂ ਦਾ ਪਿੰਜਰ ਬਣਿਆ ਹੋਇਆ। ਸਰਦਾਰ ਹਸਪਤਾਲ ਦੇ ਵਿੱਚ ਵੀ ਡਾਕਟਰਾਂ ਨੇ ਇੱਕ ਵਾਰੀ ਹੱਥ ਲਾਉਣ ਤੋਂ ਮਨਾ ਕਰਤਾ ਸੀ, ਅਸੀਂ ਪੱਟੀਆਂ ਵੀ ਆਪ ਕੀਤੀਆਂ। ਆ ਬਾਪੂ ਦਾ ਪੂਰਾ ਸਰੀਰ ਐ ਗਲਿਆ ਪਿਆ ਸੀ ਅੰਦਰੋਂ। ਤੇ ਖੁਦ ਮੈਨੂੰ ਸਕਿਨ ਦੀ ਪ੍ਰੋਬਲਮ ਆ ਗਈ ਸੀ, ਮੈਂ ਬਾਪੂ ਨੂੰ ਹੱਥ ਤੋਂ ਹੀ ਲਾਉਂਦਾ ਰਿਹਾ। ਉਦੋਂ ਗਲਵ ਯੂਜ਼ ਨਹੀਂ ਕਰਦੇ, ਸਾਨੂੰ ਇੰਨੀ ਨੌਲੇਜ ਨਹੀਂ ਸੀ, ਦਸਤਾਨੇ ਵਗੈਰਾ ਨਹੀਂ ਸੀ ਪਾਉਂਦੇ ਅਸੀਂ। ਤੇ ਪੂਰੇ ਸਰੀਰ ਤੇ ਖਾਜ ਹੀ ਖਾਜ ਹੋ ਗਈ ਸੀ। ਮੈਂ 2 ਮਹੀਨੇ ਬਹੁਤ ਔਖੇ ਕੱਢੇ, ਪੂਰਾ ਸਰੀਰ ਗਲ ਗਿਆ ਸੀ ਅੰਦਰੋਂ, ਸਕਿਨ ਖਰਾਬ ਹੋ ਗਈ ਸੀ, ਐਲਰਜੀ ਹੋ ਗਈ ਸੀ ਤੇ ਬਾਪੂ ਜੀ ਤੋਂ। ਜਿਹੜਾ ਇਹਨਾਂ ਦੀਆਂ ਉੱਥੇ ਤਸਵੀਰਾਂ ਹਸਪੀਟਲ ਦੀਆਂ ਵਾ, ਨਿਸ਼ਾਨ ਸਿੰਘ ਜੀ ਦੀਆਂ, ਪ੍ਰਸ਼ਾਦਾ ਛਕਾਉਂਦਿਆਂ ਦੀਆਂ। ਇਹਨਾਂ ਨੂੰ ਕੋਈ ਸੁੱਧ ਬੁੱਧ ਨਹੀਂ ਸੀ। ਆ ਡਾਕਟਰ ਨੇ, ਡਾਕਟਰ ਵਿਕਾਸ ਗੁਪਤਾ, ਬਹੁਤ ਸਿਆਣੇ ਪਲਾਸਟਿਕ ਸਰਜਰੀ ਦੇ ਡਾਕਟਰ ਆ। ਫਿਰ ਇਹਨਾਂ ਨੇ ਬਾਪੂ ਦਾ ਟ੍ਰੀਟਮੈਂਟ ਕੀਤਾ ਤੇ ਸਾਡੇ ਟੀਮ ਦੇ ਮੈਂਬਰਾਂ ਨੇ ਬਹੁਤ ਹੈਲਪ ਕੀਤੀ। ਫਿਰ ਬਾਪੂ ਦਾ ਪਰਿਵਾਰ ਲੱਭਿਆ। ਫਿਰ ਹੌਲੀ ਹੌਲੀ ਅੱਜ ਅਸੀਂ ਇੱਥੇ ਤੱਕ ਪਹੁੰਚ ਗਏ ਹਾਂ। ਸਰਦਾਰ ਨਿਸ਼ਾਨ ਸਿੰਘ ਜੀ ਤੁਹਾਡੇ ਸਾਹਮਣੇ ਬੈਠੇ। ਤੇ ਇਹ ਉਹ ਪਹਿਲੀਆਂ ਤਸਵੀਰਾਂ ਜਦੋਂ ਅਸੀਂ ਢਾਬੇ ਤੋਂ ਸ਼ਿਫਟ ਹੋ ਕੇ ਇੱਥੇ ਆਏ ਸੀ। ਆ ਢਾਬਾ ਛੱਡਿਆ ਜਿੱਦਣ ਅਸੀਂ, ਕਿਉਂਕਿ ਢਾਬੇ ਤੇ ਇੰਨੇ ਬੰਦੇ ਹੋ ਗਏ ਸਾਡੇ ਕੋਲੇ, 1 2 3 4 5 6 7। ਤੇ ਢਾਬੇ ਦਾ ਜਿਹੜਾ ਮਾਲਕ ਸੀਗਾ ਉਹ ਥੋੜਾ ਉਹਨੂੰ ਐ ਹੋਣ ਲੱਗ ਗਿਆ ਵੀ ਕਿਤੇ ਇਹਨਾਂ ਨੇ ਕਬਜ਼ਾ ਕਰਨ ਦੇ ਮਾਰਿਆਂ ਨੇ ਢਾਬੇ ਦੇ ਉੱਤੇ ਇਹ ਬੰਦਿਆਂ ਦਾ ਇੱਥੇ ਆਸ਼ਰਮ ਬਣਾ ਲਿਆ। ਫਿਰ ਅਸੀਂ ਉੱਥੋਂ ਢਾਬੇ ਤੋਂ ਜਿੱਦਣ ਲੈ ਕੇ ਆਏ ਆ, ਉਦੋਂ ਤਸਵੀਰ ਖਿੱਚੀ ਸੀ, ਉੱਥੋਂ ਲਿਆਏ। ਫਿਰ ਅਸੀਂ ਵੀਰਿੰਦਰ, ਸਾਡਾ ਛੋਟਾ ਭਰਾ, ਉਹਦੇ ਖੇਤ ਦੇ ਵਿੱਚ ਬਾਰਨਾਹੜੇ ਚਲੇ ਗਏ।
ਉੱਥੇ ਅਸੀਂ 1.5 ਸਾਲ ਰਹੇ ਕਰੀਬ। ਤੇ 2017-16 ਮਾਰਚ ਨੂੰ ਪਤਾ ਨਹੀਂ ਉਹ ਕਾਲਾ ਦਿਨ ਚੜਿਆ, ਸਾਡੇ ਛੋਟੇ ਭਰਾ ਨੂੰ ਨਿਕਲ ਗਿਆ ਐਕਸੀਡੈਂਟ ਦੇ ਵਿੱਚ, ਉਹਦੀ ਡੈਥ ਹੋ ਗਈ। ਮੇਰੇ ਭਰਾ ਦੀ, ਸਾਡੀ ਸੱਜੀ ਬਾਂਹ ਦੀ, ਸਾਡਾ ਇਹਦੀ ਇੱਕ ਅੰਗ ਟੁੱਟ ਗਿਆ ਸਰੀਰ ਦੇ ਵਿੱਚੋਂ। ਉਹਦੀ ਡੈਥ ਤੋਂ ਬਾਅਦ ਫਿਰ ਮਨ ਹੀ ਉੱਥੇ ਰਹਿਣ ਦਾ ਟੁੱਟ ਗਿਆ, ਉੱਥੇ ਪਿੰਡ ਦੇ ਵਿੱਚ। ਫਿਰ ਉਹ ਤੋਂ ਬਿਨਾਂ ਸਾਡਾ ਕੋਈ ਹੋਰ ਹੈ ਨਹੀਂ ਸੀ। ਤਾਂ ਫਿਰ ਪੰਚਾਇਤ ਦੀ ਜਗ੍ਹਾ ਸੀ, ਉਹ ਪੰਚਾਇਤ ਸਾਨੂੰ ਕਹਿਣ ਲੱਗ ਗਈ ਵੀ ਜਗ੍ਹਾ ਖਾਲੀ ਕਰੋ ਤਾਂ ਜੋ ਉੱਥੇ ਗਰਾਊਂਡ ਬਣਾਉਣੀ ਸੀ ਉਹਨਾਂ ਨੇ। ਤੇ ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਖੇਡ ਰਚ ਰਹੇ ਸੀ, ਜਿਵੇਂ ਤੁਹਾਨੂੰ ਦੱਸਿਆ ਵੀ ਉਹ ਖੇਡ ਰਹੇ ਸੀ ਸਾਡੇ ਨਾਲ। ਤਾਂ ਫਿਰ ਇਹ ਸਾਡੇ ਜਿੱਥੇ ਅਸੀਂ ਖੜੇ ਅੱਜ ਸਾਡੇ ਸੁਪਨਿਆਂ ਦੇ ਘਰ ਵਿੱਚ, ਤੇ ਇਹ ਸਾਡੇ ਜੱਦੀ ਜ਼ਮੀਨ ਸੀ, ਸਾਡੇ ਬਾਪੂ ਦੀ ਸਰਦਾਰ ਜੋਗਿੰਦਰ ਸਿੰਘ ਭੱਠਲ ਦੀ ਵਿਰਾਸਤ ਸੀ, ਸਾਡੇ ਦਾਦਿਆਂ ਦੀ ਸਰਦਾਰ ਵੀਰ ਸਿੰਘ ਦੀ। ਤੇ ਇਹ 1 ਕਿੱਲਾ ਤੇ 3 ਕਨਾਲਾਂ ਜ਼ਮੀਨ ਦੇ ਵਿੱਚ ਸੱਚੇ ਪਾਤਸ਼ਾਹ ਨੇ ਸਾਨੂੰ ਸੁਪਨਿਆਂ ਦਾ ਘਰ ਬਣਾ ਕੇ ਦਿੱਤਾ। ਮੈਂ ਆਪਣੇ ਪਰਿਵਾਰ ਨਾਲ, ਆਪਣੀ ਮਦਰ ਨਾਲ, ਆਪਣੇ ਭਰਾਵਾਂ ਨਾਲ ਗੱਲ ਕੀਤੀ ਵੀ ਬਾਪੂ ਬਜ਼ੁਰਗ ਸਾਡੇ ਪਰਿਵਾਰ ਕੋਲੇ ਉਦੋਂ ਸੁੱਖ ਨਾਲ 1.5 ਸਾਲ ਨਿਕਲ ਗਿਆ ਸੀ, 60-65 ਬੰਦੇ ਹੋ ਗਏ ਸੀ ਵੀ ਹੁਣ ਅਸੀਂ ਇਹ ਸੇਵਾ ਮੈਂ ਕਰ ਰਿਹਾ, ਇਹਨੂੰ ਛੱਡ ਤਾਂ ਸਕਦਾ ਨਹੀਂ। ਵੀਰਿੰਦਰ ਤਾਂ ਚਲਿਆ ਗਿਆ ਇਸ ਦੁਨੀਆ ਤੋਂ, ਵੀ ਮੈਂ ਜਿਹੜੀ ਮੇਰੇ ਹਿੱਸੇ ਦੀ ਜ਼ਮੀਨ ਆ ਮੈਨੂੰ ਉਹਦੇ 'ਚ ਇਜਾਜ਼ਤ ਦਿਓ ਵੀ ਮੈਂ ਆਸ਼ ਬਣਾ ਕੇ ਇੱਕ ਜਗ੍ਹਾ ਤੇ ਸੁਪਨਿਆਂ ਦਾ ਘਰ ਮੈਂ ਆਪਣੇ ਪਿਓ ਦਾਦੇ, ਮੇਰੇ ਭਰਾ, ਮੇਰੇ ਬੱਚਿਆਂ ਨੂੰ ਮੈਂ ਰੱਖਣਾ ਚਾਹੁੰਦਾ। ਤਾਂ ਪਰਿਵਾਰ ਨੇ ਸਪੋਰਟ ਕੀਤੀ, ਬ੍ਰਦਰ ਦੋਨਾਂ ਨੇ ਇਹੀ ਕਿਹਾ ਵੀ ਜਿਹੜਾ ਸਾਡੇ ਹਿੱਸੇ ਦੀ ਜ਼ਮੀਨ ਆ ਉਹ ਵੀ ਤੁਸੀਂ ਵੀਰੇ ਵਰਤ ਲਓ। ਮੰਮੀ ਨੇ ਵੀ ਇਹੀ ਕਿਹਾ। ਤਾਂ ਫਿਰ ਅਸੀਂ ਇਹ 1.5 ਕਿੱਲਾ ਜ਼ਮੀਨ ਮਨੁੱਖਤਾ ਦੀ ਸੇਵਾ, ਸਭ ਤੋਂ ਵੱਡੀ ਸੇਵਾ ਸੁਸਾਇਟੀ ਦੇ ਨਾਂ ਤੇ 99 ਸਾਲਾ ਪਟਾ ਕਰਾ ਕੇ ਤੇ ਫਿਰ ਇਹਦੇ ਸੁਪਨਿਆਂ ਦਾ ਘਰ ਬਣਾਇਆ। ਤੇ ਜੋ ਇਹ ਤੁਹਾਡੇ ਸਹਿਯੋਗ ਨਾਲ, ਤੁਹਾਡੀਆਂ ਦੁਆਵਾਂ ਨਾਲ, ਤੁਹਾਡੀਆਂ ਅਰਦਾਸਾਂ ਨਾਲ ਅੱਜ ਤੱਕ ਬਣ ਰਿਹਾ। ਅਸੀਂ ਸ਼ੈੱਡਾਂ ਦੇ ਵਿੱਚ ਆ, ਸਾਨੂੰ 4 ਸਾਲ ਪੂਰੇ ਹੋ ਗਏ, ਪਰ ਅਸੀਂ ਲੋਹੇ ਦੇ ਸ਼ੈੱਡਾਂ, ਆ ਵੀ ਸਾਰੇ ਲੋਹੇ ਦੇ ਸ਼ੈੱਡ ਆ, ਉੱਤੇ ਕਾਨੇ ਪਾਏ ਹੋਏ ਆ ਵੀ ਤਾਂ ਗਰਮ ਨਾ ਹੋਵੇ। ਤੇ ਆਹ ਇੱਕ ਬਣਾਇਆ ਸੀ ਅਸੀਂ ਵੀ ਇੱਥੇ ਇੱਕ ਛੋਟਾ ਜਿਹਾ ਹਸਪੀਟਲ ਬਣਾਉਣ ਦੀ ਖਾਤਰ। ਨਾ ਤਾਂ ਸਾਡਾ ਹਜੇ ਤੱਕ ਹਸਪੀਟਲ ਵਾਲਾ ਸੁਪਨਾ ਪੂਰਾ ਹੋਇਆ, ਉਹ ਵੀ ਸਾਹਮਣੇ ਸ਼ੈੱਡ ਆ ਲੋਹੇ ਦਾ। ਜਦੋਂ ਦੁਪਹਿਰੇ ਹੁਣ ਗਰਮੀਆਂ ਹੁੰਦੀਆਂ, ਤਪ ਜਾਂਦੇ ਆ ਤੇ ਗਰਮੀ ਦੇ ਨਾਲ ਅੰਦਰ ਫਿਰ ਬਹੁਤ ਗਰਮੈਸ਼ ਹੋ ਜਾਂਦੀ ਆ। ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਸ਼ਾਇਦ ਕਿਸੇ ਟਾਈਮ ਹੋਏ ਇਹਨਾਂ ਸ਼ੈੱਡਾਂ 'ਚੋਂ ਵੀ ਅਸੀਂ ਜਦੋਂ ਤੰਬੂਆਂ 'ਚ ਰਹੇ, ਅਸੀਂ 2-1.5 ਸਾਲ ਤਰਪਾਲਾਂ ਹੇਠ ਰਹੇ ਤੇ ਸ਼ੈੱਡਾਂ 'ਚੋਂ ਵੀ ਬਾਹਰ ਵਾਹਿਗੁਰੂ ਆਪੇ ਕੱਢੂਗੇ। ਆਹ ਇੱਕ ਹੁਣ ਅਸੀਂ ਬਿਲਡਿੰਗ ਪਾਉਣ ਲੱਗੇ ਸੀਗੇ, ਇਹ ਲੋਕਡਾਊਨ ਕਰਕੇ ਕੰਮ ਰੁਕਿਆ ਪਿਆ, ਵਿੱਚ ਕੋਈ ਡੋਨਰ ਨਹੀਂ ਆ ਰਿਹਾ, ਸੀਮੈਂਟ ਦਾ ਸਾਰਾ ਕੰਮ ਵਿੱਚ ਪਿਆ ਵਾ। ਇਹ ਰਸੋਈ ਦੀ ਬਿਲਡਿੰਗ ਬਣਦੀ, ਥੱਲੇ ਬੇਸਮੈਂਟ ਸੀਗਾ ਵੀ ਜਿਹੜੇ ਬਜ਼ੁਰਗ ਦਾ ਸਮਾਨ, ਕੱਪੜੇ ਕੁੱਪੜੇ, ਪੇਟੀਆਂ ਬਿਸਤਰਿਆਂ ਦੀਆਂ ਬਹੁਤ ਜ਼ਿਆਦਾ ਹੋ ਜਾਂਦੇ ਆ, ਬਿਸਤਰੇ 200 ਬੰਦੇ ਦੇ, ਉਹ ਰੱਖਿਆ ਜਾਊ, ਉੱਪਰ ਰਸੋਈ ਬਣ ਜੂਗੀ। ਤੇ ਉਹ ਵੀ ਵਿੱਚੇ ਹੀ ਰੁਕ ਗਿਆ ਕੰਮ। ਤੇ ਬਾਕੀ ਜਿਹੜੇ ਆ ਸਾਰੇ ਸ਼ੈੱਡ ਆ, ਇਹਨਾਂ ਨੂੰ ਸ਼ੈੱਡ ਉਤਾਰ ਕੇ ਲੈਂਟਰ ਪਾਉਣੇ ਆ। ਤੇ ਸੱਚੇ ਪਾਤਸ਼ਾਹ ਨੇ ਸਮਾਂ ਨਿਯਤ ਕੀਤਾ ਹੀ ਹੋਊਗਾ ਅੱਗੇ, ਕਿਉਂਕਿ ਢਾਬੇ ਤੇ ਜੇ ਸੇਵਾ ਸ਼ੁਰੂ ਹੋਈ ਤਾਂ ਉਹਦੇ ਕਰਕੇ। ਤੇ ਅੱਜ ਅਸੀਂ ਇੱਥੇ 200 ਮੈਂਬਰ ਸਾਡੇ ਪਰਿਵਾਰ ਦੇ ਵਿੱਚ ਰਹਿੰਦੇ ਆ। ਸਾਡੀਆਂ ਜਿਹੜੀਆਂ ਜ਼ਰੂਰਤਾਂ, ਹਸਪੀਟਲਾਂ ਦੇ ਬਿੱਲ ਆ, ਤੇ ਜਿਹੜੇ ਕੱਪੜੇ ਜਿਵੇਂ ਹੁਣ ਗਰਮੀਆਂ ਵਾਲੇ ਚਾਹੀਦੇ, ਲੋਅਰ, ਟੀ-ਸ਼ਰਟਾਂ, ਪਜਾਮੇ, ਉਹਨਾਂ ਦੀ ਬਹੁਤ ਸ਼ਾਰਟੇਜ ਚੱਲ ਰਹੀ ਹੈ ਇਸ ਟਾਈਮ। ਤੇ ਜਿਹੜਾ ਆਪਣਾ ਬਿਲਡਿੰਗ ਦਾ ਮਟੀਰੀਅਲ ਚਾਹੀਦਾ, ਉਹਦੀ ਜ਼ਰੂਰਤ ਆ। ਹਸਪਤਾਲ ਦੇ ਵਿੱਚ ਬਿੱਲ ਬਹੁਤ ਬਣਿਆ ਪਿਆ ਤੇ ਉਹਦੀ ਜ਼ਰੂਰਤ ਆ। ਸਾਡੀ ਹੱਥ ਬੰਨ੍ਹ ਕੇ ਬੇਨਤੀ ਆ, ਜ਼ਰੂਰ ਉਹ ਸਾਡੀ ਅਪੀਲ ਨੂੰ ਸੁਣਿਓ, ਇਸ ਵੀਡੀਓ ਨੂੰ ਸ਼ੇਅਰ ਕਰਿਓ। ਤੇ ਕਿਵੇਂ ਗੁਰਦਿੱਤੇ ਨਾਲ ਹੱਥ ਮਿਲਾ ਲਓ ਜੀ, ਉਹ ਵਾਹ ਗੁਰਦਿੱਤਿਆ। ਤੇ ਇਧਰੋਂ ਹੁਣ ਪ੍ਰਸ਼ਾਦੇ ਦੀ ਤਿਆਰੀ ਹੈ, ਸਾਰੇ ਪਾਠ ਕਰਕੇ ਬਾਹਰ ਆ ਚੁੱਕੇ ਨੇ ਤੇ ਸਾਰਾ ਸਾਡਾ ਪਰਿਵਾਰ ਇਸ ਟਾਈਮ ਪੰਗਤ ਦੇ ਵਿੱਚ ਬੈਠੇ ਨੇ, ਪ੍ਰਸ਼ਾਦਾ ਛਕਣ ਦੀ ਤਿਆਰੀ 'ਚ ਨੇ। ਤੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਅੱਗੇ ਮਨੁੱਖਤਾ ਦੀ ਸੇਵਾ, ਪਰਿਵਾਰ ਦੀ ਤੰਦਰੁਸਤੀ ਵਾਸਤੇ, ਚੜ੍ਹਦੀ ਕਲਾ ਵਾਸਤੇ। ਤੇ ਸਾਨੂੰ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਿਓ ਜ਼ਰੂਰ ਜੀ, ਕਿਉਂਕਿ ਕਨੈਕਸ਼ਨ ਸਾਡਾ ਥੋੜਾ ਵੀਕ ਆ, ਕੱਟਿਆ ਜਾਂਦਾ ਕਨੈਕਸ਼ਨ। ਤੇ ਆ ਪ੍ਰਸ਼ਾਦੇ ਦੀ ਸਾਰੀ ਤਿਆਰੀ ਚੱਲੀ ਜਾਂਦੀ, ਹੁਣ ਪ੍ਰਸ਼ਾਦਾ ਛਕਣਾ ਸਾਡੇ ਪਰਿਵਾਰ ਦੇ ਮੈਂਬਰਾਂ ਨੇ। ਤੇ ਬਸ ਇਦਾਂ ਹੀ ਅਸੀਂ ਰਲ ਮਿਲ ਕੇ ਇਸ ਪਰਿਵਾਰ ਦੇ ਵਿੱਚ ਸੇਵਾ ਕਰਦੇ ਤੇ ਕਰਾਉਂਦੇ ਰਹੀਏ। ਤੇ ਜਿਹੜੇ ਵੀਰ ਸਾਡੇ ਠੀਕ ਹੋ ਗਏ ਨੇ ਉਹ ਸਾਡੇ ਨਾਲ ਸੇਵਾ ਕਰਵਾਉਂਦੇ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ ਰਹੇ। ਸੱਚੇ ਪਾਤਸ਼ਾਹ ਸਾਰਿਆਂ ਨੂੰ ਸਰਬੱਤ ਦਾ ਭਲਾ ਹੋਵੇ ਜੀ। ਤੇ ਆ ਸਾਡੇ ਪਰਿਵਾਰ ਦੇ ਮੈਂਬਰ, ਆ ਵਿੱਕੀ ਵਰਗੇ ਬੱਚੇ ਜਿਹੜੇ ਘਰ ਦੇ ਵਿੱਚ ਆਪਣਾ ਮਲ ਮੂਤਰ ਖਾਣ ਲਈ ਮਜਬੂਰ ਸੀ ਵਿਚਾਰੇ। ਤੇ ਖਾਲਸਾ ਜੀ ਜੋ ਆਪਣੇ ਮਲ ਮੂਤਰ ਨਾਲ ਲੱਥਪੱਥ, ਆਪਣੇ ਪੰਜੇ, ਕਕਾਰ ਤੇ ਚੋਲਾ ਤੇ ਦਸਤਾਰ, ਸਾਰਾ ਕੁਝ ਮਲ ਮੂਤਰ 'ਚ ਲੱਥਪੱਥ ਬੈਠੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਟੇਸ਼ਨ ਦੇ ਉੱਪਰ ਜ਼ਿੰਦਗੀ ਬਤੀਤ ਕਰ ਰਹੇ ਸੀ, ਅੱਜ ਸਾਡੇ ਨਾਲ ਸੇਵਾ ਕਰਾਉਂਦੇ ਨੇ। ਸਾਡੇ ਨਾਲ ਹਰ ਟਾਈਮ ਇੱਕ ਮਿੰਟ ਆਪਣੀ ਜ਼ਿੰਦਗੀ ਦਾ ਸੇਵਾ 'ਚ ਬਤੀਤ ਕਰ ਰਹੇ ਨੇ। ਤੇ ਇਹਨਾਂ ਸਾਰੇ ਵੀਰਾਂ ਨੂੰ ਬਹੁਤ ਧੰਨਵਾਦ। ਆ ਜੇ ਇਹ ਵੀਰ ਦੀ ਅੱਖ ਦੇ ਵਿੱਚ ਕੈਂਸਰ ਆ, ਅੱਖ 'ਚ ਕੀੜੇ ਪੈ ਗਏ ਸੀ, ਐਡਾ ਵੱਡਾ ਹੋਲ ਆ ਇਸ ਅੱਖ 'ਚ, ਪਰ ਫਿਰ ਵੀ ਇਹ ਵੀਰ ਹੁਣ ਸਾਡੇ ਨਾਲ ਸੇਵਾ, ਪ੍ਰਸ਼ਾਦਾ ਛਕਾਉਣਾ, ਮੰਜੇ ਬਿਸਤਰੇ ਲਵਾਉਣੇ, ਹੁਣ ਵਿੱਕੀ ਨੂੰ ਪ੍ਰਸ਼ਾਦਾ ਇਹਨੇ ਛਕਾਉਣਾ, ਵੀਰ ਦੀ ਸੇਵਾ ਲੱਗੀ ਹੋਈ ਆ। ਤੇ ਇਹ ਸਾਡੀਆਂ ਸਾਰੀਆਂ ਰੋਜ਼ਮਰਾ ਦੀਆਂ ਜ਼ਿੰਦਗੀ ਦੀਆਂ
ਉਹ ਆ ਜਿਹੜੀਆਂ ਤੁਹਾਡੇ ਨਾਲ ਅਸੀਂ ਸ਼ੇਅਰ ਕੀਤੀਆਂ ਵਾ। ਤੇ ਸਾਡੇ ਪਰਿਵਾਰ ਦੇ ਮੈਂਬਰਾਂ ਦੇ ਨਾਮ ਜਿਹੜੇ ਹਸਪੀਟਲਾਂ 'ਚ ਦਾਖਲ ਆ ਉਹ ਇੱਥੇ ਹੁੰਦੇ ਨੇ। ਤੇ ਅਪਡੇਟ ਕਰਨ ਲੱਗੇ ਲਿਸਟ ਕਿੰਨੇ ਮੈਂਬਰ ਦਾਖਲ ਨੇ? 8 ਜਣੇ ਦਾਖਲ ਆ ਜੀ। ਇਹ ਸਾਡਾ ਮੈਡੀਕਲ ਦਾ ਹੈਗਾ ਇੱਕ ਛੋਟਾ ਜਿਹਾ ਸਿਸਟਮ ਬਣਾਇਆ ਹੋਇਆ। ਇੱਥੇ ਅਸੀਂ ਦਵਾਈਆਂ ਵਗੈਰਾ ਰੱਖਦੇ ਹਾਂ ਸਾਰਿਆਂ ਦੀਆਂ, ਤੇ ਜਿਵੇਂ ਜਿਵੇਂ ਡਾਕਟਰ ਸਾਨੂੰ ਦਵਾਈਆਂ ਦੱਸਦੇ ਨੇ ਅਸੀਂ ਹਰੇਕ ਬੰਦੇ ਦਾ ਇੱਦਾਂ ਬਾਕਸ ਲਾਏ ਹੋਏ ਨੇ ਡੱਬੇ, ਤੇ ਉਹਨਾਂ ਡੱਬਿਆਂ ਦੇ ਵਿੱਚ ਹਰੇਕ ਬੰਦੇ ਦਾ ਨਾਮ ਲਿਖਿਆ ਹੋਇਆ। ਤੇ ਹੁਣ ਸ਼ਾਮ ਨੂੰ ਇਵੇਂ ਸਾਰਿਆਂ ਡੱਬਿਆਂ ਚੋਂ ਕੱਢ ਕੇ ਦਵਾਈਆਂ ਅਸੀਂ ਵੰਡ ਦੇਣੀਆਂ। ਜਿਵੇਂ ਬਾਪੂ ਨਿਸ਼ਾਨ ਸਿੰਘ ਜੀ ਦੀ ਦਵਾਈ ਆ, ਇਹਦੇ ਤੇ ਲਿਖਿਆ ਹੋਇਆ ਬੰਤ ਸਿੰਘ ਬਾਬਾ, ਸਾਰਿਆਂ ਦੇ ਨਾਮ ਲਿਖੇ ਹੋਏ ਨੇ, ਤੇ ਉਹਨਾਂ ਨੂੰ ਦਵਾਈਆਂ ਡਿਸਟ੍ਰੀਬਿਊਟ ਕਰਦੇ ਆ। ਤੇ ਸਾਡੀ ਇੱਕ ਸੁਪਨਾ ਇਹ ਵੀ ਨਹੀਂ ਸੀ ਲਿਆ ਵੀ ਏਡੀ ਵੱਡੀ ਸੰਸਥਾ ਬਣੂ, ਐਡਾ ਵੱਡਾ ਪਰਿਵਾਰ ਹੋਊ, 200 ਮੈਂਬਰ ਇੱਥੇ ਸਾਡੇ ਕੋਲ ਰਹੂਗਾ ਕਿਸੇ ਟਾਈਮ, ਪਰ ਅੱਜ ਉਹ ਵੀ ਸੱਚੇ ਪਾਤਸ਼ਾਹ ਨੇ ਪੂਰਾ ਕਰਤਾ। ਦੇਖੋ 162 ਮੈਂਬਰ ਨੇ ਟੋਟਲ, 6 ਬੱਚੇ ਨੇ, 18 ਮਾਤਾ ਜੀ ਹੁਣੀ ਨੇ, ਤੇ ਬਾਕੀ ਸਾਰੇ ਵਲੰਟੀਅਰ ਆ ਸਾਡੇ ਕੋਲ 40 ਦੇ ਕਰੀਬ। 207 ਮੈਂਬਰ ਆ ਅਸੀਂ ਇੱਥੇ ਸੁਪਨਿਆਂ ਦੇ ਘਰ 'ਚ ਰਹਿ ਰਹੇ ਹਾਂ ਪਿਛਲੇ 2 ਮਹੀਨਿਆਂ ਤੋਂ। ਲੋਕਡਾਊਨ ਆ ਅਸੀਂ, ਤੇ ਸਾਡਾ ਸੁਪਨਾ ਇੱਕ ਵੀ ਸਾਡਾ ਹਸਪੀਟਲ ਆ ਜਿਹੜਾ ਉਹ ਇੱਥੇ ਇੱਕ ਛੋਟਾ ਜਿਹਾ ਬਣ ਜਾਵੇ ਅੰਦਰ ਹੀ, ਵੀ ਜਿਹੜੀਆਂ ਸਾਡੀਆਂ ਜ਼ਰੂਰਤਾਂ, ਹੁਣ ਸਿਕੰਦਰ ਵੀਰੇ ਦੀ ਡਾਇਲਸਿਸ ਹੁੰਦੀ ਆ, ਹੋਰ ਇੱਕ ਡਾਇਲਸਿਸ ਹੁੰਦੀ ਆ ਮਾਤਾ ਦੀ, ਉਹ ਰੋਜ਼ ਕਰਵਾਉਣ ਜਾਣਾ ਪੈਂਦਾ। ਇਲਾਜ ਲਈ ਸਾਰਿਆਂ ਨੂੰ ਹਸਪਤਾਲ 'ਚ ਲੈ ਕੇ ਜਾਣਾ ਪੈਂਦਾ। ਦਾਖਲ ਹੁਣ 8-10 ਬੰਦੇ ਸਾਡੇ ਇਸ ਟਾਈਮ ਦਾਖਲ ਆ। ਹਰ ਰੋਜ਼ 10-12 ਬੰਦਿਆਂ ਨੂੰ ਚੈੱਕਅਪ ਲਈ ਲੈ ਕੇ ਜਾਂਦੇ ਹਾਂ ਅਸੀਂ ਅਲੱਗ-ਅਲੱਗ ਹਸਪਤਾਲਾਂ 'ਚ ਡਾਕਟਰਾਂ ਦੇ ਕੋਲੇ। ਤੇ ਜੇ ਕੋਈ ਸੱਚੇ ਪਾਤਸ਼ਾਹ ਕਿਸੇ ਮਹਾਰਾਜ ਕਿਰਪਾ ਕਰਨ, ਕਿਸੇ ਵੀਰ ਦੀ ਐਡੀ ਪਹੁੰਚ ਹੋਵੇ, ਐਡੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਸੇ ਨੂੰ ਹਿੰਮਤ ਬਖਸ਼ੀ ਹੋਵੇ, ਤੇ ਇੱਕ ਹਸਪੀਟਲ ਸਾਡਾ ਸੁਪਨਿਆਂ ਦਾ ਹਸਪੀਟਲ ਇਸ ਬਿਲਡਿੰਗ ਦੇ ਵਿੱਚ ਅਸੀਂ ਚਾਹੁੰਦੇ ਹਾਂ ਬਣਾਉਣਾ, ਜਿੱਥੇ ਸਿਰਫ ਸੇਵਾ ਹੋਵੇ, ਕੋਈ ਬਿੱਲ ਪਰਚੀ ਨਾ ਹੋਵੇ ਕਿਸੇ ਦਾ, ਕੋਈ ਕਿਸੇ ਤੋਂ ਪੈਸਾ ਨਾ ਲਿਆ ਜਾਂਦਾ, ਫ੍ਰੀ ਆਫ ਕਾਸਟ ਇਲਾਜ ਹੋਵੇ ਲੋੜਵੰਦ ਤੇ ਗਰੀਬਾਂ ਦਾ। ਤੇ ਇਹ ਸਾਡਾ ਇੱਕ ਸੁਪਨਾ ਛੋਟਾ ਜਿਹਾ, ਵੀ ਇੱਥੇ ਇੱਕ ਅਸੀਂ ਛੋਟਾ ਜਿਹਾ ਹਸਪੀਟਲ ਬਣਾ ਸਕੀਏ। ਤੇ ਇੱਕ ਸਾਡਾ ਛੋਟਾ ਜਿਹਾ ਹੋਰ ਸੁਪਨਾ ਵਾ ਵੀ ਇਸ ਜਿਹੜੀ ਬਿਲਡਿੰਗ ਨੂੰ ਲੈਂਟਰ ਤੇ, ਜਿਹੜੀ ਲੈਂਟਰ ਦੇ ਵਿੱਚ ਜਾਣੀ ਕਿ ਬਿਲਡਿੰਗ ਬਣ ਜਾਏ ਜਿਹਦੇ 'ਚ ਗਰਮੈਸ਼, ਜਿਹੜੀ ਹੁਣ ਲੋਹੇ ਦੀਆਂ ਚਾਦਰਾਂ ਤਪ ਕੇ ਗਰਮ ਹੋ ਜਾਂਦੀਆਂ, ਤੇ ਉਹਦੀ ਤਪਸ਼ ਤੋਂ ਸਾਡਾ ਪਰਿਵਾਰ ਬਚ ਸਕੇ। ਤੇ ਸਾਡੀ ਇਹੀ ਬੇਨਤੀ ਆ, ਪਲੀਜ਼ ਸਾਡੀ ਇਸ ਬੇਨਤੀ ਨੂੰ ਜ਼ਰੂਰ ਕਬੂਲ ਕਰਿਓ। ਤੇ ਤੁਹਾਨੂੰ ਅਸੀਂ ਦਿਖਾਉਂਦੇ ਆ ਸਾਡਾ ਪਰਿਵਾਰ। ਕਰੋ ਸ਼ੁਰੂ, ਪ੍ਰਸ਼ਾਦਾ ਕਰੋ ਵੀਰੇ ਸ਼ੁਰੂ। ਇਧਰ ਸਾਡਾ ਗੇਟ ਲੱਗਿਆ, ਇੱਥੋਂ ਅਸੀਂ ਅੰਦਰ ਕਿਸੇ ਨੂੰ ਨਹੀਂ ਆਉਣ ਦਿੰਦੇ, ਸਾਰੇ ਬੰਦੇ ਲੋਕਡਾਊਨ ਕਰਕੇ ਬਾਹਰ ਹੀ ਨੇ। ਤੇ ਇੱਧਰ ਸਾਹਮਣੇ ਸਾਡਾ ਇੱਕ ਹਾਲ ਆ ਵੱਡਾ, ਅੰਦਰ ਲਾਈਟਾਂ ਜਗਾਇਓ ਕਾਕਾ ਜੀ। ਆ ਗੇਟ ਖੋਲਿਓ। ਤੇ ਇੱਧਰੋਂ ਪ੍ਰਸ਼ਾਦਾ ਛਕਾ ਕੇ ਸਾਡੇ ਮੈਂਬਰ ਗਏ ਨੇ। ਇੱਧਰ ਸਾਰੇ ਪਏ ਨੇ। ਆ ਲੋਹੇ ਦਾ ਸ਼ੈੱਡ ਆ ਜੀ, ਆ ਪੱਖੇ ਤਾਂ ਲੱਗੇ ਹੋਏ ਨੇ ਪਰ ਤਪਸ਼ ਬਹੁਤ ਪੈ ਜਾਂਦੀ ਉੱਪਰੋਂ ਲੋਹੇ ਦੇ ਉੱਤੇ। ਜਦੋਂ ਦੁਪਹਿਰੇ ਤਿੱਖੜ ਦੁਪਹਿਰੇ ਗਰਮੀ ਦੇ ਵਿੱਚ ਇਹ ਸਾਰੀਆਂ ਲੋਹੇ ਦੀਆਂ ਚਾਦਰਾਂ ਤਪ ਜਾਂਦੀਆਂ, ਥੱਲੇ ਫਿਰ ਗਰਮੈਸ਼ ਆ ਜਾਂਦੀ ਹੈ ਬਹੁਤ। ਅਸੀਂ ਪੱਖੇ ਕੂਲਰ ਤਾਂ ਲਾਏ ਹੋਏ ਨੇ, ਪਰ ਫਿਰ ਵੀ ਜਿਹੜੀ ਪ੍ਰਸ਼ਾਦਾ ਛਕਾਤਾ ਇੱਧਰ, ਚਲੋ ਬਹੁਤ ਵਧੀਆ ਕੀਤਾ। ਤੇ ਇਹ ਵੀ ਕਿਸੇ ਦਿਨ ਸੱਚੇ ਪਾਤਸ਼ਾਹ ਜ਼ਰੂਰ ਪੂਰਾ ਕਰਨਗੇ। ਬਾਪੂ ਗੁਰਮੇਲ ਸਿੰਘ ਜੀ ਪਏ ਨੇ, ਬਲਾਈਂਡ ਨੇ, ਟੋਟਲੀ ਦਿਖਦਾ ਨਹੀਂ ਇਹਨਾਂ ਨੂੰ, ਅੱਖਾਂ ਦੀ ਰੋਸ਼ਨੀ ਹੈ ਨਹੀਂ। ਸ਼ੰਕਰ ਤੁਰਿਆ ਜਾਂਦਾ, ਇਹ ਵੀ ਵੀਰ ਬਹੁਤ ਮਾੜੀ ਹਾਲਤ ਸਾਨੂੰ ਮਿਲਿਆ ਸੀਗਾ, ਤੇ ਹੁਣ ਠੀਕ ਆ ਵੀਰ। ਆ ਸਾਹਮਣੇ ਤੁਸੀਂ ਦੇਖੋ ਮਾਤਾ ਜੀ ਝੂਟੇ ਲਈ ਜਾਂਦੇ ਨੇ, ਝੂਲੇ ਦੇ ਉੱਤੇ ਮਾਤਾ ਜੋਗਿੰਦਰ ਕੌਰ ਜੀ ਜਿਹੜੇ ਅੱਖਾਂ ਤੋਂ ਬਲਾਈਂਡ ਸੀ, ਤੇ ਹੁਣ ਬਿਲਕੁਲ ਅੱਖਾਂ ਦੀ ਰੋਸ਼ਨੀ ਠੀਕ ਹੋ ਗਈ, ਦਿਖਦਾ ਇਹਨਾਂ ਨੂੰ। ਤੇ ਇਹਨਾਂ ਨੇ ਇੱਦਾਂ ਝੂਲੇ ਤੇ ਸਾਰਾ ਦਿਨ ਝੂਟੇ ਲਏ, ਮੈਂਟਲੀ ਵੀ ਠੀਕ ਨਹੀਂ ਸੀਗੇ। 10 ਸਾਲਾਂ ਤੋਂ ਅੱਖਾਂ ਤੋਂ ਬਲਾਈਂਡ ਜ਼ਿੰਦਗੀ ਬਤੀਤ ਕਰਦੇ ਸੀ, ਪਿੰਡ ਮੰਡੀਰਾ ਮੋਗਾ ਜ਼ਿਲ੍ਹਾ। ਤੇ ਹੁਣ ਉਹੀ ਬੇਬੇ ਦੀ ਅੱਖਾਂ ਦੀ ਰੋਸ਼ਨੀ ਵੀ ਆ ਗਈ, ਤੇ ਬੇਬੇ ਝੂਲੇ ਤੇ ਸਾਡੀ ਝੂਟੇ ਲੈਂਦੀ ਆ। ਬੇਬੇ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਹੋਰ ਬੇਬੇ ਠੀਕ ਹੋ? ਚਲੋ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰਨ ਬੇਬੇ ਤੇ, ਤੰਦਰੁਸਤੀ ਬਖਸ਼ਣ ਬੇਬੇ ਨੂੰ। ਬੇਬੇ ਠੀਕ ਆ, ਸਰਜੀਤ ਕੌਰ ਮਾਤਾ ਜੀ ਠੀਕ ਨੇ, ਹਸਪੀਟਲ 'ਚ ਹੀ ਨੇ, ਠੀਕ ਆ ਹੁਣ, ਬਹੁਤ ਠੀਕ ਆ। ਅਰਦਾਸ ਕਰਿਓ ਤੁਸੀਂ ਉਹਨਾਂ ਦੀ ਸਿਹਤ ਜਾਬੀ ਵਾਸਤੇ। ਹਾਂ ਹੋ ਜਾਣੀ 2-4 ਦਿਨਾਂ ਛੁੱਟੀ, ਅੱਗੇ ਨਾਲੋਂ ਬਹੁਤ ਫਰਕ ਆ। ਮਾਤਾ ਸਰਜੀਤ ਕੌਰ ਜੀ ਸਾਡੇ, ਜਿਵੇਂ ਤੁਸੀਂ ਸਾਰੇ ਜਾਣਦੇ ਹੋ, ਜਿਨ੍ਹਾਂ ਦਾ ਬੇਟਾ ਪੰਚਾਇਤ ਅਫਸਰ ਆ ਤੇ ਦੀਆਂ ਧੀਆਂ ਲੈਕਚਰਰ ਲੱਗੀਆਂ ਹੋਈਆਂ, ਪਰ ਮਾਂ ਵਿਚਾਰੀ ਸੜਕਾਂ ਤੇ ਰਹਿੰਦੀ ਸੀ, ਬਹੁਤ ਮਾੜੇ ਹਾਲਾਤ 'ਚ ਮਿਲੇ ਸੀ ਸਾਨੂੰ ਮਾਤਾ ਜੀ। ਇਹ ਸਾਡੇ ਪਰਿਵਾਰ ਦੀਆਂ ਮਾਵਾਂ ਤੇ ਭੈਣਾਂ ਦਾ ਘਰ ਆ, ਸਾਡੇ ਸੁਪਨਿਆਂ ਦੇ ਘਰ ਦੇ ਵਿੱਚ ਹੀ। ਬੋਲੇ ਸੋਨਿਹਾਲ, ਸ੍ਰੀ ਅਕਾਲ।
ਪ੍ਰਸ਼ਾਦਾ ਛਕ ਲਿਆ ਜੀ? ਛਕ ਲਿਆ। ਸਤਿ ਸ੍ਰੀ ਅਕਾਲ ਭੈਣੇ। ਰੇਖਾ ਭੈਣ, ਦਰਸ਼ੀ ਭੈਣ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਇੱਧਰ ਮਾਤਾ ਜੀ ਸਤਿ ਸ੍ਰੀ ਅਕਾਲ। ਇਹ ਅਨਨੋਨ ਮਾਤਾ ਜੀ, ਇਹਨਾਂ ਦਾ ਕੁਝ ਨਹੀਂ ਪਤਾ ਸਾਨੂੰ ਕੌਣ ਆ, ਕਿੱਥੋਂ ਆਏ ਨੇ। ਵਾਲੇਕਮ ਸਲਾਮ ਰਿਹਾਨਾ। ਵਾਲੇਕਮ। ਭੋਲੀ ਭੈਣੇ ਸਤਿ ਸ੍ਰੀ ਅਕਾਲ। ਮਾਤਾ ਦਰਸ਼ਨਾ ਸਤਿ ਸ੍ਰੀ ਅਕਾਲ। ਆਸ਼ੂ ਭੈਣੇ ਸਤਿ ਸ੍ਰੀ ਅਕਾਲ। ਇਹ ਦੋਨੋਂ ਮਾਵਾਂ ਧੀਆਂ ਨੇ। ਤੁਸੀਂ ਦੇਖਿਆ ਆਸ਼ੂ ਭੈਣ ਨੂੰ ਤੇ ਦਰਸ਼ਨਾ ਅਰੋੜਾ ਤੇ ਆਸ਼ੂ ਅਰੋੜਾ ਦੋਨਾਂ ਨੂੰ ਕਿਹੜੇ ਹਾਲਾਤਾਂ 'ਚ ਲੈ ਕੇ ਆਏ ਸੀ ਅਸੀਂ, ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਸੀਗੀ। ਤੇ ਇਦਾਂ ਹੀ ਰਿਹਾਨਾ ਭੈਣ ਨੂੰ ਕਿਹੜੇ ਹਾਲਾਤ 'ਚ ਲੈ ਕੇ ਆਏ ਸੀ। ਇਹਦੀ ਇੱਕ ਬਾਂਹ ਹੈ ਨੀ ਗੀ, ਪੂਰੀ ਬਾਂਹ 'ਚ ਕੀੜੇ ਪੈ ਗਏ ਸੀਗੇ। ਸਿਵਲ ਹਸਪਤਾਲ ਦੇ ਵਿੱਚ ਭੈਣ ਜਲੰਧਰ ਸੀਗੇ ਤੇ ਹੁਣ ਠੀਕ ਹੈ। ਇੱਧਰ ਮਾਤਾ ਅਨਨੋਨ ਲੁਧਿਆਣੇ ਤੋਂ ਲੈ ਕੇ ਆਏ ਆਰਤੀ ਚੌਂਕ ਕੋਲੋਂ। ਇਹਨਾਂ ਦਾ ਵੀ ਕੁਝ ਨਹੀਂ ਪਤਾ, ਐਂ ਚੁੱਪ ਰਹਿੰਦੇ ਨੇ, ਇਕੱਲੇ ਬੈਠੇ ਰਹਿੰਦੇ ਨੇ, ਨਾਂ ਨਹੀਂ ਦੱਸਦੇ, ਆਪਣਾ ਨਾਂ ਐਡਰੈਸ ਦੱਸਦੇ ਨੇ ਕੁਝ। ਤੇ ਬੇਬੇ ਤੇਜੋ, ਬੇਬੇ ਸਾਡੀ ਤੇਜੋ ਸਿੰਘਣੀ ਬੇਬੇ ਮੇਰੀ, ਮਾਂ ਸਤਿ ਸ੍ਰੀ ਅਕਾਲ। ਮਾਤਾ ਨੂੰ ਬਰਨਾਲੇ ਤੋਂ ਲੈ ਕੇ ਆਏ ਸੀ ਗੁਰਦੁਆਰਾ ਸਾਹਿਬ ਦੇ ਬਾਹਰ। 1 ਸਾਲ ਤੋਂ ਸੜਕ ਤੇ ਸੌਂਦੀ ਸੀ ਮਾਂ। ਪੁੱਤਾਂ ਧੀਆਂ ਮਾਂ ਪੋਤਾ ਇੰਗਲੈਂਡ 'ਚ ਆ, ਬਹੁਤ ਚੰਗੇ ਪਰਿਵਾਰ ਨੂੰ ਬਿਲੋਂਗ ਕਰਦੇ ਆ, ਪਰ ਬੇਬੇ ਦਾ ਸੁਭਾਅ ਥੋੜਾ ਕੱਬਾ ਸੀਗਾ ਤੇ ਬਸ ਉਹਨਾਂ ਨੇ ਗਲੋਂ ਲਾਤੀ ਬੇਬੇ। ਤੇ ਹੁਣ ਸਾਡੇ ਨਾਲ ਫੋਨ ਤੇ ਲੜੀ ਜਾਂਦੇ ਆ ਵੀ ਤੁਸੀਂ ਸਾਡਾ ਨਾਂ ਕਿਉਂ ਲਿਆ, ਤੁਸੀਂ ਇਹਨੂੰ ਕਾਹਤੋਂ ਲੈ ਕੇ ਆਏ ਉੱਥੋਂ, ਇਹ ਤਾਂ ਹੈ ਹੀ ਗਲਤ ਆ। ਤੇ ਮਾਂ ਤੜਫਦੀ ਆ ਉਹਨਾਂ ਨੂੰ ਮਿਲਣ ਲਈ। ਮਾਂ ਦੇ ਦਿਲ ਦੇ ਵਿੱਚ ਤੜਫ ਆਪਦੇ ਪੁੱਤਾਂ ਨੂੰ, ਆਪਣੀਆਂ ਧੀਆਂ ਨੂੰ ਮਿਲਣ ਦੀ। ਸੱਚੇ ਪਾਤਸ਼ਾਹ ਇਸ ਗੁਰਸਿੱਖ ਮਾਂ ਨੂੰ, ਅੰਮ੍ਰਿਤਧਾਰੀ ਮਾਂ ਨੂੰ ਆਪਣੇ ਬੱਚਿਆਂ ਨਾਲ ਮਿਲਾਉਣ। ਜੋ ਮਾਂ ਨੇ ਸੜਕ ਤੇ ਜ਼ਿੰਦਗੀ ਬਤੀਤ ਕੀਤੀ ਆ ਉਹ ਜਲਦੀ ਭੁੱਲ ਜਾਵੇ ਮਾਂ ਆਪਣੇ ਪੁੱਤ ਪੋਤਿਆਂ 'ਚ ਰਹਿ ਕੇ। ਦਰਸ਼ੀ ਭੈਣ ਨੂੰ ਤੁਸੀਂ ਦੇਖਿਆ ਕੋਟ ਦੰਨੇ ਤੋਂ ਲੈ ਕੇ ਆਏ ਸੀ, ਕਿੰਨੇ ਮਾੜੇ ਹਾਲਾਤ ਸੀ ਉਸ ਟਾਈਮ। ਹੁਣ ਵਾਹਿਗੁਰੂ ਦੀ ਕਿਰਪਾ ਵਾ। ਹਾਂਜੀ ਭੈਣੇ ਸਤਿ ਸ੍ਰੀ ਅਕਾਲ। ਠੀਕ ਹੈ ਤੂੰ ਭੈਣ? ਠੀਕ ਹੈ ਤੇਰੀ ਇਹ ਭੈਣ ਦੀ ਲੱਤ ਹੁਣ ਠੀਕ ਹੈ ਤੇਰੀ? ਅੱਜ ਡਾਕਟਰ ਤੇ ਗਏ ਸੀ, ਕੀ ਕਹਿੰਦਾ ਡਾਕਟਰ? ਅੱਛਾ ਹੈ ਨਹੀਂ ਸੀਗਾ, ਠੀਕ ਹੈ ਠੀਕ ਹੈ। ਤੇ ਇਹ ਭੈਣ ਆਪਣੀ ਛੋਟੀ ਭੈਣ ਨੂੰ, ਛੋਟੀ ਹੈ ਤੇ ਤੋਂ ਆ ਜਾ ਉੱਥੇ ਆ ਜਾ, ਆਪਣੀ ਛੋਟੀ ਭੈਣ ਨੂੰ ਵੀ ਪਾਲਦੀ ਆ। ਇਹ ਭੈਣ ਸੰਭਾਲਦੀ ਆ। ਨਾ ਇਹਦੇ ਘਰ ਦੇ ਵਿੱਚ ਇਹਨਾਂ ਦੇ ਮੰਮੀ ਨੇ ਤੇ ਨਾ ਡੈਡੀ ਨੇ, ਦੋਨੋਂ ਭੈਣਾਂ ਹੀ ਆ। ਤੇ ਇਹ ਭੈਣ ਆ ਜਿਹੜੀ ਛੋਟੀ, ਇਹ ਮੈਂਟਲੀ ਵੀ ਠੀਕ ਨਹੀਂ ਤੇ ਫਿਜ਼ੀਕਲੀ ਵੀ ਠੀਕ ਨਹੀਂ ਸੀਗੀ। ਤੇ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਤੁਰੀ ਫਿਰਦੀ ਹੈ, ਠੀਕ ਆ ਹੁਣ ਨਾ। ਇੰਨੀ ਠੀਕ ਪਹਿਲਾਂ ਹੋਈ ਸੀ ਕਦੇ ਭੈਣੇ? ਇਹ ਕਿੰਨੇ ਸਾਲਾਂ ਤੋਂ ਇਦਾਂ ਹੋਈ ਸੀ? ਇਹ ਜਨਮ ਤੋਂ ਹੀ ਸੀਗੀ ਇਦਾਂ। ਤੇ ਮੰਮੀ ਡੈਡੀ ਕਦੋਂ ਪੂਰੇ ਹੋਏ ਤੁਹਾਡੇ ਭੈਣੇ? ਅੱਛਾ 1.5 ਸਾਲ। ਫਿਰ 1.5 ਸਾਲ ਤੋਂ ਪਹਿਲਾਂ ਤੁਸੀਂ ਦੋਨੇ ਇਕੱਲੀਆਂ ਰਹਿੰਦੀਆਂ ਘਰ 'ਚ? ਤੇ ਉਹ ਜਗਦੀਪ ਵੀਰੇ ਮਦਦ ਕਰਦਾ ਸੀ, ਉਹ ਰਾਸ਼ਨ ਵਗੈਰਾ ਦੇ ਦਿੰਦਾ ਸੀ। ਤੇ ਘਰ ਦਾ ਜਿਵੇਂ ਬਿਜਲੀ ਦਾ ਬਿੱਲ ਜਾਂ ਹੋਰ ਉਹ ਕਿਵੇਂ? ਅੱਛਾ ਤੁਹਾਡਾ ਮਾਫ। ਤੇ ਘਰ ਦੀ ਵੀ ਕਹਿੰਦੇ ਛੱਤ ਛੁੱਤ ਖਰਾਬ ਆ ਨਾ ਸਾਰੇ? ਬਾਲਟੀਆਂ ਨਾਲ ਪਾਣੀ ਕੱਢ ਦਿੰਦੇ। ਪਿੰਡ ਭੈਣੇ ਤੁਹਾਡਾ ਕਿਹੜਾ? ਭਰਥਲਾ ਰੰਧਾਵਾ ਪਿੰਡ, ਜ਼ਿਲ੍ਹਾ ਮਰੇਲਕੋਟਲੇ ਕੋਲੇ ਆ ਨਾ, ਸੰਗਰੂਰ ਜ਼ਿਲ੍ਹਾ ਪਊਗਾ ਨਾ। ਤੇ ਇਹ ਦੋਨੋਂ ਭੈਣਾਂ ਹੀ ਆ ਘਰ 'ਚ, ਮਾਂ-ਬਾਪ ਹੈ ਨਹੀਂ ਇਸ ਦੁਨੀਆ ਤੇ। ਆ ਛੋਟੀ ਭੈਣ ਨੂੰ ਵੱਡੀ ਭੈਣ ਸਾਂਭਦੀ ਆ। ਇਹ ਖੁਦ ਆਪ ਵੀ ਭੈਣ ਠੀਕ ਨਹੀਂ ਸੀ ਇਹਦੀ ਬਾਂਹ। ਆ ਭੈਣ ਦਿਖਾਈ ਪੈਰ ਆਪਦਾ। ਇਹਦਾ ਭੈਣ ਦਾ ਪੈਰ ਟੁੱਟਿਆ ਹੋਇਆ ਸੀ ਇੱਕ, ਆਪਦੇ ਡੈਡੀ ਦੀ ਡੈਥ ਤੋਂ ਪਹਿਲਾਂ ਗਿੱਟਾ ਟੁੱਟ ਗਿਆ ਸੀਗਾ ਤੇ ਉਵੇਂ ਵਿਚਾਰੀ ਤੁਰੀ ਫਿਰਦੀ ਸੀ, ਬਿੰਗਾ ਜੁੜ ਗਿਆ ਸੀ ਗਿੱਟਾ। ਤੇ ਹੁਣ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਰੇਸ਼ਨ ਕਰਾ ਕੇ ਥੋੜਾ ਸਿੱਧਾ ਹੋਇਆ ਵਾ ਗਿੱਟਾ, ਹੁਣ ਠੀਕ ਆ, ਤੁਰਨ ਫਿਰਨ ਹੁਣ ਠੀਕ ਆ ਭੈਣੇ। ਅੰਮ੍ਰਿਤਧਾਰੀ ਭੈਣ, ਅੰਮ੍ਰਿਤ ਛਕਿਆ ਹੋਇਆ ਇਸ ਭੈਣ ਦਾ। ਆਪਣੀ ਛੋਟੀ ਭੈਣ ਨੂੰ, ਡਿਸੇਬਲਡ ਭੈਣ ਨੂੰ ਸਾਂਭ ਰਹੀ ਆ। ਤੇ ਘਰ ਦੇ ਵਿੱਚ ਕੋਈ ਪਿੱਛੇ ਸਪੋਰਟ ਨਹੀਂ, ਕੋਈ ਖਰਚਾ ਨਹੀਂ, ਕੋਈ ਜ਼ਮੀਨ ਨਹੀਂ, ਕੋਈ ਜਾਇਦਾਦ ਨਹੀਂ। ਇੱਕ ਘਰ ਆ, ਉਹਦੀ ਵੀ ਛੱਤ ਡਿੱਗੀ ਪਈ ਆ। ਭਰਥਲਾ ਰੰਧਾਵਾ ਪਿੰਡ ਆ, ਅਮਰੇਲਕੋਟਲੇ ਧੂਰੀ ਦੇ ਕੋਲੇ ਪਿੰਡ ਪੈਂਦਾ। ਤੇ ਸਾਤੋਂ ਐਡਰੈਸ ਲੈ ਸਕਦੇ ਹੋ ਇਸ ਪਰਿਵਾਰ ਦੀ, ਜੇ ਤੁਸੀਂ ਮਦਦ ਕਰ ਸਕਦੇ ਹੋ। ਉੱਥੇ ਇਹਨਾਂ ਦੇ ਪਿੰਡ ਜਾ ਕੇ ਇਹਨਾਂ ਦੀ ਛੱਤ ਚੇਂਜ ਕਰਾ ਦਿਓ, ਘਰ ਦੇ ਵਿੱਚ ਕੋਈ ਮਦਦ ਕਰ ਦਿਓ ਸਿੱਧੀ, ਤੇ ਤਾਂ ਜੋ ਇਹ ਹੁਣ ਦੋਨੋਂ ਭੈਣਾਂ ਠੀਕ ਨੇ। ਅੱਛਾ ਇੱਥੇ ਰਹਿਣਾ? ਇਹੀ ਘਰ ਆ ਹੁਣ ਤੁਹਾਡਾ ਪੱਕਾ? ਮੈਂ ਤਾਂ ਸੋਚਦਾ ਤੈਨੂੰ ਘਰੇ ਭੇਜਾਂਗੇ ਭਾਈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਲੋ ਸੱਚੇ ਪਾਤਸ਼ਾਹ ਤੇਰੀ ਇਸ ਅਰਦਾਸ ਨੂੰ ਪੂਰਾ ਕਰੇ ਅਸੀਂ ਵੀ। ਤੇ ਤੂੰ ਸਾਡੀ ਭੈਣ ਆ ਛੋਟੀ, ਜਦੋਂ ਤੁਸੀਂ ਕਹੋਗੇ, ਕਿਉਂਕਿ ਸਾਨੂੰ ਤੁਸੀਂ ਕਿਹਾ ਸੀ ਨਾ ਪਹਿਲਾਂ ਵੀ ਘਰ ਬਣਾਉਣਾ ਵਾ, ਵੀ ਅਸੀਂ ਘਰੇ ਜਾ ਕੇ ਰਹਿਣਾ ਵਾ, ਤਾਂ ਮੈਂ ਤਾਂ ਗੱਲ ਕਰੀਏ ਭੈਣੇ। ਅੱਛਾ ਤੇ ਅਸੀਂ ਵੀਰ ਜੀ ਨਹੀਂ ਤੁਹਾਡੇ ਫਿਰ? ਤੇ ਸੱਚੇ ਪਾਤਸ਼ਾਹ ਕਿਰਪਾ ਕਰੇ। ਹਾਂ ਬੇਬੇ ਸੰਧਿਆ, ਬੇਬੇ ਸਤਿ ਸ੍ਰੀ ਅਕਾਲ। ਕਿਵੇਂ ਆ ਬੇਬੇ? ਤਕੜੀਆਂ? ਇੱਧਰ ਵੀ ਭੈਣੇ, ਇੱਧਰ ਆ। ਕੀ ਹੋ ਗਿਆ? ਸਿਰ ਤੇ ਚੁੰਨੀ ਬੰਨੀ ਹੈ, ਠੀਕ ਨਹੀਂ?
ਕੰਬਲ ਲਿਆ ਵਾ ਇੰਨੀ ਮੋਟਾ ਗਰਮੀ 'ਚ ਕੀ ਹੋ ਗਿਆ ਬੇਬੇ ਨੂੰ ਕੀ ਹੋ ਗਿਆ ਬੁਖਾਰ ਆ ਚਲ ਹਸਪਤਾਲ ਦਾਖਲ ਕਰਾ ਕੇ ਆਈਏ ਤੈਨੂੰ ਫਿਰ ਚੱਲ ਚੱਲੀਏ ਹਸਪਤਾਲ ਚੱਲੀਏ ਚੱਲ ਕਿਆ ਤਾਂ ਨਹੀਂ ਜਾਂਦੀ ਚੱਲ ਬੇਬੇ ਚੱਲ ਹਸਪਤਾਲ ਚੱਲ ਬੇਬੇ ਹਸਪਤਾਲ ਚੱਲੀਏ ਮੇਰੇ ਨਾਨੀ ਦੀ ਯਾਦ ਆਉਂਦੀ ਹੈ ਮੈਨੂੰ ਇਹਨਾਂ ਨੂੰ ਦੇਖ ਕੇ ਮੇਰੇ ਨਾਨੀ ਜਮੇ ਇਦਾਂ ਦੇ ਸੀਗੇ ਇਹਨਾਂ ਦੀ ਕੱਦ ਕਾਠੀ ਬੋਲਣ ਦਾ ਤਰੀਕਾ ਨਾਨੀ ਮੇਰੇ ਰਣਜੀਤ ਕੌਰ ਜੀ ਸੀਗੇ ਤੇ ਬੇਬੇ ਸਾਡੀ ਸੰਧਿਆ ਦੇਵੀ ਆ ਤੇ ਬਸ ਮੇਰੀ ਨਾਨੀ ਦਿੰਦੀ ਹੈ ਮੈਨੂੰ ਇਹਦੇ ਵਿੱਚ ਸਾਡੇ ਰਿਸ਼ਤੇ ਇਦਾਂ ਦੇ ਬਣੇ ਹੋਏ ਆਪਸ ਵਿੱਚ ਇਹ ਸਾਡੀਆਂ ਮਾਵਾਂ ਭੈਣਾਂ ਆ ਸਾਡੀ ਰਚਨਾ ਹਾਂ ਰਚਨਾ ਕਿਵੇਂ ਆ ਭਾਈ ਤਕੜੀਆਂ ਤੋਂ ਠੀਕ ਹੈ ਰਚਨਾ ਬੱਚੀ ਹੈ ਜੀ ਕਹਿ ਸਕਦੇ ਕਿਉਂਕਿ ਇਹਦੀ ਜਿਹੜੀ ਬ੍ਰੇਨ ਦੀ ਏਜ ਆ ਉਹ 4 ਸਾਲ ਦੇ ਬੱਚੇ ਜਿੰਨੀ ਆ ਜਿਹੜੀ ਇਹਦੀ ਫਿਜ਼ੀਕਲੀ ਲਾਈਫ ਇਹਦੀ ਏਜ ਆ ਜਿਹੜੀ ਉਹ 36 ਸਾਲ ਦੀ ਆ 36 ਉਹ ਤੁਸੀਂ ਸੋਚ ਸਕਦੇ ਹੋ ਵੀ 4 ਸਾਲ ਦੇ ਬੱਚੇ ਨੂੰ ਜਿਹੜਾ 36 ਸਾਲ ਦੀ ਉਮਰ ਦੇ ਸਰੀਰ ਦੇ ਵਿੱਚ ਹੋਵੇ ਤੇ ਉਹਨੂੰ ਸੰਭਾਲਣਾ ਉਹਦੀ ਟਾਇਲਟ ਬਾਥਰੂਮ ਦਾ ਨਹੀਂ ਪਤਾ ਲੱਗਦਾ ਰੋਟੀ ਖਵਾਉਣੀ ਆ ਬਾਥਰੂਮ ਕਰਨਾ ਬਿਸਤਰਾ ਮੰਜਾ ਕੱਪੜੇ ਪਾਉਣੇ ਲਾਲਾਂ ਡਿੱਗੀ ਜਾਂਦੀਆਂ ਸਾਫ਼ ਕਰਨਾ ਸਾਰਾ ਦਿਨ ਇਸ ਭੈਣ ਦੀ ਡਿਊਟੀ ਵਾਹਿਗੁਰੂ ਨੇ ਲਾਈ ਹੋਈ ਹੈ ਇਹ ਭੈਣ ਉਹਦੀ ਸੇਵਾ ਕਰਦੇ ਨੇ ਸਾਰੇ ਰਲ ਕੇ ਸਾਡੇ ਕੋਲੇ ਪਰਿਵਾਰ ਦੇ ਮੈਂਬਰ ਸਾਡੇ ਨਾਲ ਸੇਵਾ ਕਰਵਾਉਂਦੇ ਨੇ ਇੱਧਰ ਨੀਤੂ ਭੈਣ ਆ ਤੁਸੀਂ ਦੇਖਿਆ ਨੀਤੂ ਭੈਣ ਨੂੰ ਨੀਤੂ ਭੈਣ ਦਾ ਬੇਟਾ ਆਦੀ ਆਰੀਅਨ ਕਿਵੇਂ ਆਦੀ ਠੀਕ ਆ ਇਹ ਦੋਨੋਂ ਮਾਂ ਪੁੱਤ ਇੱਥੇ ਰਹਿੰਦੇ ਨੇ ਨੀਤੂ ਭੈਣ ਦਾ ਪਰਿਵਾਰ ਲੱਭ ਗਿਆ ਸੀ ਨੀਤੂ ਭੈਣ ਦੀ ਹੁਣ ਬਿਲਕੁਲ ਠੀਕ ਆ ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਤੇ ਮਾਤਾ ਕਾਲਤਾ ਮਿੱਟੂ ਦਾ ਮੰਜਾ ਤੁਸੀਂ ਦੇਖ ਰਹੇ ਹੋ ਚੰਡੀਗੜ੍ਹ ਵਾਲੀ ਬੇਬੇ ਅੱਜ ਬੋਲ ਨਹੀਂ ਤਾਂ ਵੀਡੀਓ 'ਚ ਰੌਲਾ ਪਾਉਂਦੇ ਹੁੰਦੇ ਨੇ ਉਹ ਹਸਪਤਾਲ ਦਾਖਲ ਨੇ ਉਹਨਾਂ ਨੂੰ ਜਾਣੀ ਕਿ ਕਾਫੀ ਪ੍ਰੋਬਲਮ ਆਈ ਹੋਈ ਸੀਗੀ ਕਿ ਤਾਂ ਮੈਂਟਲੀ ਥੋੜਾ ਜਿਹਾ ਕਾਫੀ ਜ਼ਿਆਦਾ ਇਕੱਲੇ ਹੀ ਗੱਲਾਂ ਕਰੀ ਜਾਂਦੇ ਸੀ ਗਾਲਾਂ ਕੱਢਣ ਲੱਗ ਗਏ ਸੀ ਤੇ ਕਈ ਦਿਨਾਂ ਤੋਂ ਸੌ ਨਹੀਂ ਸੀ ਰਹੇ ਤੇ ਉਹਨਾਂ ਨੂੰ ਹੁਣ ਅਸੀਂ ਸਾਈਕੈਟ੍ਰਿਕ ਡਾਕਟਰ ਦੇ ਅੰਦਰ ਐਡਮਿਟ ਕਰਵਾਇਆ ਅੱਜ ਹੀ ਤੇ ਮਾਤਾ ਸਰਜੀਤ ਕੌਰ ਜੀ ਵੀ ਹਸਪਤਾਲ ਦੇ ਵਿੱਚ ਦਾਖਲ ਨੇ ਤੁਹਾਨੂੰ ਪਤਾ ਵਾ ਪਲੀਜ਼ ਇਹਨਾਂ ਦੋਨਾਂ ਸਾਡੇ ਪਰਿਵਾਰ ਦੇ ਮੈਂਬਰ ਮਾਤਾ ਜੀ ਉਹਨਾਂ ਵਾਸਤੇ ਅਰਦਾਸ ਕਰਿਓ ਵੀ ਛੇਤੀ ਠੀਕ ਹੋ ਕੇ ਇੱਥੇ ਸਾਡੇ ਪਰਿਵਾਰ ਦੇ ਵਿੱਚ ਵਾਪਸ ਆਓ ਮਾਤਾ ਸਾਡੇ ਸ਼ਿਮਲਾ ਦੇਵੀ ਬੇਬੇ ਜੀ ਬੈਠੇ ਨੇ ਢੰਡਰੀਆਂ ਪਿੰਡ ਤੋਂ ਮਾਤਾ ਜੀ ਨੂੰ ਲੈ ਕੇ ਆਏ ਸੀ ਤੁਸੀਂ ਸਾਰਿਆਂ ਨੇ ਦੇਖਿਆ ਸੀਗਾ ਮਾਤਾ ਜੀ ਦਾ ਵੀ ਆਪਰੇਸ਼ਨ ਹੋਇਆ ਪਿੱਛੇ ਜਿਹੀ ਹਰਨੀਆਂ ਦਾ ਇਹ ਵੀ ਬਹੁਤ ਬਿਮਾਰ ਹੋ ਗਏ ਨੇ ਪਰ ਹੁਣ ਬਿਲਕੁਲ ਠੀਕ ਆ ਤੇ ਅਸੀਂ ਬੇਨਤੀ ਕਰਦੇ ਹਾਂ ਮਾਤਾ ਜੀ ਦੇ ਉਹਨਾਂ ਪੁੱਤਾਂ ਨੂੰ ਜਿਹੜੇ ਮਾਤਾ ਜੀ ਦੇ ਮਤਵੰਨੇ ਪੁੱਤ ਬਣੇ ਹੋਏ ਆ ਵਾਰਸ ਬਣੇ ਆ ਮਾਤਾ ਦੀ ਜ਼ਮੀਨ ਦੇ ਮਾਤਾ ਦੀਆਂ ਦੁਕਾਨਾਂ ਦੇ ਮਾਤਾ ਜੀ ਦੇ ਸੋਨੇ ਦੀਆਂ ਇੱਟਾਂ ਦੇ ਇਹ ਮਿਲ ਜੋ ਆ ਕੇ ਯਾਰ ਮਿਲ ਹੀ ਜਾਇਆ ਕਰੋ ਫੋਨ ਹੀ ਕਰ ਲਿਆ ਕਰੋ ਕਿਤੇ ਲਵਲੀ ਉਹਨੀ ਸਾਰੇ ਉਹ ਫੋਨ ਹੀ ਕਰ ਲਿਆ ਕਰੋ ਬਾਈ ਸਾਰਾ ਕੁਝ ਸਾਂਭ ਲਿਆ ਤੁਸੀਂ ਪ੍ਰਾਪਰਟੀ ਸਾਂਭ ਲਈ ਅਸੀਂ ਪ੍ਰਾਪਰਟੀ ਨਹੀਂ ਲੈਣੀ ਅਸੀਂ ਮਾਤਾ ਨੂੰ ਜਿਹੜੀ ਚਾਹੀਦੀ ਛੁੱਟੀ ਤੁਹਾਨੂੰ ਮਿਲ ਜਾਵੇ ਤਾਂ ਅਰਦਾਸ ਕਰਦੇ ਆ ਵੀ ਉਹ ਮਾਤਾ ਦਾ ਪਰਿਵਾਰ ਤਾਂ ਨਹੀਂ ਹਿਲਾ ਸਕਿਆ ਤੁਸੀਂ ਹਿਲਾਵੋ ਪਰ ਪਲੀਜ਼ ਹਾਲ ਤਾਂ ਪੁੱਛ ਲਓ ਉਹਨੂੰ ਹੌਸਲਾ ਤਾਂ ਹੋ ਜਾਵੇ ਥੋੜਾ ਜਿਹਾ ਪਿੱਛੇ ਜੇ ਇੱਕ ਮਾਤਾ ਦਾ ਭਤੀਜਾ ਆਇਆ ਸੀਗਾ ਉਹ ਮਾਤਾ ਨੂੰ ਕਿਤੇ ਪੈਸੇ ਦੇ ਗਿਆ 20 ਰੁਪਏ ਉਹ ਮਾਤਾ ਨੇ ਇੰਨੇ ਸਾਂਭ ਰੱਖੇ ਅੱਜ ਵੀ ਮਾਤਾ ਕਹਿੰਦੀ ਮੇਰੇ ਪੈਸੇ 20 ਰੁਪਏ ਤੁਹਾਡੇ ਕੋਲ ਸੰਭਾਲੇ ਹੋਏ ਆ 200 ਆ ਮੈਂ ਆਹੀ ਚੈੱਕ ਕਰਦਾ ਸੀ ਮੈਂ 200 रुपया दिया थी बहू ਅੱਛਾ 200 ਸੀ 200 की 20 ਸੀਗੇ नहीं जी नहीं थी वो था वो सीगे जो सूट उत्ते 10-10 रुपया वाले ਜਿਹੜੇ ਵੇਚੇ ਸੀ ਸੂਟ वो पैसे अद सीगे ਉਹ ਕਿੰਨੇ ਸੀ अजे थी 60-65 रुपये 6 ਸੂਟ ਵੇਚੇ 60-65 ਰੁਪਏ ਉਹ ਸੀਗੇ ਤੇ 200 ਉਹ ਵੀ ਦੇ ਗਿਆ ਹੈ हाँ ਅੱਛਾ 260 ਸੀ रुपया जिगराओं को थी मुंडा उस लंग दे के गया पाले के सामने अच्छा। पाल के नहीं मिलती ਹਾਂ 100 रुपया और निहाले वाले सरबीरपुर में दे गए थे ਅੱਛਾ ਜੀ और ਇੰਨੇ ਤੁਹਾਨੂੰ ਪਤਾ ਨਹੀਂ ਮੈਨੂੰ ਮੈਂ ਭੁੱਲ ਗਿਆ ਸੀ ਮਾਂ ਸੌਰੀ ਮੇਰੇ ਕੋਲ ਪਏ ਆ ਪੈਸੇ ਤੇਰੇ ਨਹੀਂ ਉਹ ਤਾਂ ਪਏ ਰਹਿੰਦੇ ਤੇ 20,000 ਰੁਪਇਆ ਤੁਸੀਂ ਕਿਹੜਾ ਵਪਾਰੀ ਸੀ ਉਹ ਬੋਲਿਆ ਸੀ ਬਾਹਰ ਵਾਲੇ ਦਿਨ ਹਾਂ ਉਹਦਾ ਨਾਂ ਦਾ ਨਹੀਂ ਮੈਨੂੰ ਪਤਾ ਬਾਹਰ ਵਾਲੇ ਦਿਨ ਕੱਟ ਪੋਸਟ ਉਹਨੂੰ ਬੋਲਿਆ ਸੀ ਤੁਸੀਂ ਹਾਂਜੀ 20,000 ਉਹਨਾਂ ਨੇ ਮੱਕੀ ਦਾ ਆਏ ਨਹੀਂ ਪਤਾ ਮੈਨੂੰ ਨਾਂ ਦਾ ਨਹੀਂ ਤੇ ਪਤਾ ਮਾਤਾ ਤੇਰੇ ਕੋਲ ਤਾਂ ਪੈਸੇ ਹੀ ਬੜੇ ਹੋ ਗਏ ਫਿਰ ਹੁਣ ਮੇਲੇ ਕਿੱਥੋਂ ਗਏ ਮੇਰੇ ਕੋਲੇ ਪੈਸੇ ਤੇਰੇ ਹੀ ਆ ਆਏ ਮੈਂ ਕੀ ਕਰਨੇ ਆਈ ਦੱਸ ਕੀ ਕਰ ਰਹਾ ਬੋਲ ਉਹ ਨਹੀਂ ਲੰਗਰ ਲਾ ਰਹੀ ਤੇਰੇ ਵੱਲੋਂ ਉਹ ਨਹੀਂ ਲੰਗਰ ਦਾ ਰੋਟੀਆਂ ਖਾਣੀਆਂ ਅਗਲੇ ਨੂੰ ਰੋਜ਼ ਦੀ ਰੋਜ਼ ਸਾਰਿਆਂ ਨੂੰ ਖੀਰ ਦਾ ਲੰਗਰ ਛਕਾ ਦਈਏ ਪੂੜੀਆਂ ਦਾ ਉਹ ਨਹੀਂ ਪੂੜੀਆਂ ਛੋਲੇ ਲਾ ਦਈਏ ਉਹ ਨਹੀਂ ਫਿਰ ਦੱਸ ਮੈਂ ਕੀ ਕਰਨਾ ਕੰਜਕਾਂ ਤੇ ਬਿਠਾਉਣਗੇ ਚਲੋ ਪੈ ਜਾ ਹੁਣ ਸੂਟ ਸਾਟ ਵੀ ਆਏ ਪਏ ਆ ਨਹੀਂ ਸੁਣਾ ਤਾਂ ਸੁਣਾਏਗਾ ਸਮਾਲਿਆ ਸੂਟ ਇਹ ਸੋਹਣਾ ਵਾ ਸੂਟ ਫੁੱਲ ਸੋਹਣੇ ਆ ਇਹਦੇ ਵੱਡੇ ਵੱਡੇ ਫੁੱਲਾਂ ਵਾਲਾ ਇਹ ਆਪ ਕੱਪੜਾ ਪਸੰਦ ਕੀਤਾ ਜੀ ਆਏ ਇਹ ਤੇ ਲੂੰ ਤਾਂ ਨਹੀਂ ਉੱਠਦੇ ਨਾ ਨਹੀਂ ਵਧੀਆ ਕੱਪੜਾ ਹੈ ਨਾ
ਤੇ ਦੋ ਨਹੀਂ ਆਏ ਹੁਣ ਸਿਉਂ ਕੇ ਕੀ ਆਇਆ ਨਾਲੇ ਦੋ ਸਮਾਏ ਸੀਗੇ ਉਹ ਤਾਂ ਪਏ ਨੇ ਟਰੰਕ 'ਚ। ਗਰਮੀਆਂ ਵਾਲੇ ਸੂਟ ਦੋ ਨਹੀਂ ਆਏ ਇਹਦਾ ਪਹਿਲਾਂ ਆਈ ਸੀ ਕੱਪੜਾ ਵੀ ਇਹਦਾ ਸਿਉਂ ਕੇ ਦਿੱਤਾ ਹੈਗਾ। ਇਹ ਤੀਜਾ ਸੂਟ ਇਹ ਪਤਲਾ ਵਾ ਠੀਕ ਹੈ ਇਹ ਗਰਮੀਆਂ 'ਚ ਪਾਉਣ ਵਾਲਾ ਹੈਗਾ। ਬਸ ਠੀਕ ਹੈ ਹੋਰ ਵੀ ਇੱਕ ਭੈਣ ਦਾ ਫੋਨ ਆਇਆ ਸੀਗਾ ਉਹਨੇ ਭੇਜਣੇ ਆ ਸੂਟ ਫਿਰ ਆਹੀ ਕੱਪੜਾ ਮੰਗਾ ਲਈਏ ਆਹੀ ਕੱਪੜਾ ਠੀਕ ਆ ਹਾਂ ਆਪੇ ਲੈ ਲੂ ਵਾਲੇ ਨੇ ਜਿੱਥੋਂ ਜਿਹਨੇ ਪਾਣਾ ਹੋਗਾ ਆਪੇ ਨਹੀਂ ਲਿਆਓ। ਆਹੋ ਚਲੋ ਆਪਾਂ ਦੱਸ ਤਾਂ ਦਿਆਂਗੇ ਨਾ ਵੀ ਸਾਨੂੰ ਇਦਾਂ ਦਾ ਕੱਪੜਾ ਪਸੰਦ ਆ ਨਹੀਂ ਉਹ ਬਾਜ਼ਾਰ ਦੀ ਦੁਕਾਨ ਤੇ ਕੀ ਪਤਾ ਇਦੋਂ ਵਧੀਆ ਵਾਲਾ ਪਸੰਦ ਕਰੇ ਵਾਲਾ। ਹਾਂ ਇਹ ਵੀ ਗੱਲ ਸਹੀ ਹੈ ਥੋੜਾ ਮਹਿੰਗਾ ਦੇ ਜਾਵੇ ਕੋਈ ਕਿਹੜੇ ਵਧੀਆ ਸੂਟ ਮਾਤਾ ਤੈਨੂੰ ਸੂਟ ਕਿਹੇ ਜਿਹੇ ਇਹੋ ਜਿਹੇ ਕੱਪੜੇ ਦਾ ਪਸੰਦ ਆ ਜਾਂ ਆਹੇ ਜਿਹੇ ਕਢਾਈ ਵਾਲੇ ਸੂਟ ਪਸੰਦ ਆ ਵਾਲੇ ਆ ਵੀ ਤੇਰੀ ਆ ਮਾਂ ਆ ਤਾਂ ਵਧੀਆ ਕਢਾਈ ਵਾਲੇ ਆ ਮਾਂ ਸੂਟ ਸਲਾਈ ਆ ਗਾਲ ਕਿੰਨਾ ਸੋਹਣਾ ਬਣਾਇਆ ਡਿਜ਼ਾਈਨ ਪਾਦਾ ਉਹਨੇ ਹਨਾ ਬੁੜੀ ਉਹਨੇ ਪਾਇਆ ਭੈਣ ਨੇ ਬਣਾ ਕੇ ਦਿੱਤਾ ਮੁੱਲਾਪੁਰ ਵਾਲੀ ਨੇ ਨਹੀਂ ਇਹਨੇ ਕਿਉਂ ਕੇ ਦਿੱਤਾ ਵਾ ਕਿਹਨੇ ਆ ਖੰਨੇ ਤੋਂ ਮੈਂ ਕਿਉਂ ਜਾਣ ਕੰਨੇ ਬਸ ਬਲਜੀਤ ਬੇਬੇ ਨੇ ਸੋਨੀ ਦੀ ਮੰਮੀ ਨੇ ਹਾਂ ਉਹ ਕੰਨੇ ਵਾਲੀ ਬੇਬੇ ਨੇ ਆਹ ਬੇਬੇ ਆਈ ਮੜਾ ਅੱਛਾ ਫਿਰ ਇਹਨੂੰ ਵੀ ਸਿਲਾਈ ਦੇਣੀ ਪੈਣੀ ਆ 220 ਰੁਪਏ ਸੂਟ ਦੇ ਲਾਈ ਇਹਨੇ ਕੀ ਕਰਨੀ ਹੈ? ਲੈ ਕਹਿੰਦੀ ਇਹਨੇ ਕੀ ਕਰਨੀ ਆ ਇਹਨੇ ਵੀ ਬੇਬੇ ਨੇ ਪੈਸੇ ਜਮ੍ਹਾਂ ਕਰਨੇ ਆਪਦੇ ਸ਼ਿਮਲਾ ਬੇਬੇ ਦਾ ਸੂਟ ਆ ਵੀ ਇਹ ਨਹੀਂ ਸਿਉਂ ਕੇ ਦਿੱਤਾ ਬਲਜੀਤ ਬੇਬੇ ਨੇ ਖੰਨੇ ਇਹ ਤਾਂ ਦੂਸਰਾ। ਵੀ ਫਰਕ ਨਾ ਬੇਬੇ ਐਸੀ ਤਾਂ ਸਪਾਇਆ ਆਇਆ ਉਹ ਤਾਂ ਅਗਰ ਤੁਸੀਂ ਦੋ ਸੂਟ ਦਿੱਤੇ ਅੱਛਾ ਆ ਵੀ ਸੂਟ ਤੇਰਾ ਵਾ ਬੇਬੇ ਉਹ ਕੰਮ ਤੋਂ ਵੀ ਹੱਥ ਦਾ ਹਾਂ ਹਾਂ ਉਹ ਦੇਖੀ ਨਹੀਂ ਵੇਦੀ ਆ ਜੂਗੀ ਕੱਲ ਪਰਸੋਂ ਛੁੱਟੀ ਮਿਲ ਜੂ 2 ਦਿਨ ਰੱਖਣੀ ਹੈ ਡਾਕਟਰ ਆਹ ਦਾ ਕੱਪੜਾ ਸਰੀਰ ਨੂੰ ਖਾਊ ਨਹੀਂ ਜਿਹੜਾ ਗਰਮ ਨਹੀਂ ਕੱਪੜਾ ਹੈ ਸਿੰਥੈਟਿਕ ਹੈ ਤਾਂ ਰੇਟ ਨਹੀਂ ਹੈ। ਹਾਂ ਇਹ ਤਾਂ ਨਹੀਂ ਗਰਮੀਆਂ 'ਚ ਪੈਣਾ ਕਿ ਨਹੀਂ ਮੈਂ ਕਿਹੜਾ ਠੰਡ ਆ ਬਸ ਇਹ ਜੀ ਪਾ ਲਾ ਕਾ ਤੋਲੇ ਕਾ ਪਾ ਅੱਛਾ ਉਹ ਜਿਹੜਾ ਪਹਿਲਾਂ ਪਿਆ ਸੀ ਉਹ ਕੋਈ ਨਾ ਮਾਂ ਆਪਾਂ ਹੋਰ ਸਮਾ ਦਿੰਦੇ ਆ 2-4 ਸੂਟ ਵਧੀਆ ਸਾਰੇ ਕੱਪੜੇ ਤੇ ਬਰਸਾਤਾਂ 'ਚ ਪੈ 2-4 ਸੂਟ ਹੋਰ ਸਮਾ ਦਈਏ ਦੋ ਉਹ ਨਹੀਂ ਮੈਨੇ ਕਰਨੇ ਨੇ ਲੈ ਬੇਬੇ ਕਿਤੇ ਘੁੰਮਣ ਜਾਵਾਂਗੇ ਹੁਣ ਲੋਕਡਾਊਨ ਖੁੱਲੂਗਾ ਖੋਲੇ ਜਾਣਾ ਥੋੜਾ ਮੈਨੂੰ ਸਾਰੇ ਨੂੰ ਐਡ ਵਿੱਚ ਦੋ ਸੂਟ ਆ ਗਏ ਹੋਲੇ ਦੋ ਕਲਾਸ ਸਾਰੇ ਮਿਲ ਕੇ ਤਕਰੀਬਨ ਦੋ ਸਿਉਂ ਤੇ ਸਮਾਏ 2 ਸੂਟ ਮਾਂ ਤੁਹਾਡੇ ਆ ਗਏ ਸੂਟ ਤੁਹਾਨੂੰ ਇਹ ਪੈਨ ਜੇ ਤੁਸੀਂ ਆਦੇ ਸਵਾਲ ਨੂੰ ਨਹੀਂ ਮਾਂ ਹੈਗੇ ਮੇਰੇ ਦੋ ਇਹ ਪੁੱਤ ਵੱਲੋਂ ਆ ਕੋਈ ਨਹੀਂ ਮੈਂ ਇਹ ਬਾਬੇ ਨਾਨਕ ਵੱਲੋਂ ਆ ਪਤਾ ਨਹੀਂ ਕਿਵੇਂ ਕੌਣ ਕਿੱਥੋਂ ਕਿਵੇਂ ਦੇ ਕੇ ਜਾਂਦਾ ਕੋਈ ਨਾ 2 ਸੂਟ ਮੈਂ ਤੈਨੂੰ ਕੱਲ ਨੂੰ ਭੇਜੂਗਾ ਰੰਗ ਪਸੰਦ ਕਰ ਲਿਓ ਮਾਂ ਭੈਣੇ ਤੁਸੀਂ ਵੀ ਆਪਦੇ ਲੈ ਲਿਓ ਆਪੇ ਲੈ ਲਓ। ਮਾਤਾ ਤੁਸੀਂ ਵੀ ਸਾਰੇ 2 ਸੂਟ ਆਪਦੇ ਸਿਆਮਾ ਲਓ ਕੱਲ ਨੂੰ ਸਵੇਰੇ ਦੇਣੇ ਆ ਮੈਨੂੰ ਤੂੰ ਯਾਦ ਕਰਾ ਦੀ ਕਾਕਾ ਠੀਕ ਆ ਪਏ ਆਪਣੇ ਕੋ ਆਏ ਸੂਟ ਨਾ ਮੇਰੇ ਗਰਮ ਆਏ ਗਰਮ ਆ ਕੋਈ ਨਾ ਬੇਬੇ ਠੰਡੇ ਕਰ ਦਾਂਗੇ ਫ੍ਰਿਜ 'ਚ ਰੱਖ ਦਾਂਗੇ ਇਹਨਾਂ ਵਿੱਚ ਕਰ ਠੀਕ ਆ ਸਵੇਰੇ ਲੈ ਲਾਂਗੇ ਮਾਂ ਕਾਹਦੀ ਟੈਨਸ਼ਨ ਲੈਂਦੇ ਰਾਜੂ ਦੀ ਮਾਂ ਪੋਜੀਸ਼ਨ ਜਿਵੇਂ ਪਹਿਲੀ ਹਾਂ ਜਿਵੇਂ ਪਹਿਲਾਂ ਸੀਗੀ ਉਦਾਂ ਹੀ ਆ ਮਾਂ ਤੇ ਕੋਈ ਨਾ ਹੁਣ ਦੇਖੋ ਇਹ ਵਾਹਿਗੁਰੂ ਨੇ ਇੱਥੇ ਤੁਹਾਡੇ ਪੁੱਤਾਂ ਕੋਲ ਭੇਜਤਾ ਨਾ ਹੁਣ ਘਰੇ ਤੁਸੀਂ ਕਿੱਦਾਂ ਸਾਂਭਦੇ ਸੀ ਬਾਪੂ ਜੀ ਤੁਸੀਂ ਕਿੰਨੇ ਔਖੇ ਸੀ ਹੁਣ ਸਾਨੂੰ ਪਤਾ ਸੀ ਦੇਖਦੇ ਆ ਰੋਜ਼ ਅਸੀਂ 4 ਜਾਣੇ ਹੁੰਦੇ ਆ ਹਰ ਟਾਈਮ ਉਹਦੇ ਉੱਤੇ ਹੈ ਨਾ ਜੀ ਦੇਖਦੇ ਕਿੰਨਾ ਜ਼ੋਰ ਲਾਉਂਦਾ ਕੱਪੜੇ ਲਾਹ ਹੁੰਦਾ ਤੇ ਇੱਕ ਆ ਲੋਕਡਾਊਨ ਕਰਕੇ ਹੁਣ ਨਹੀਂ ਤਾਂ ਆਪਾਂ ਡਾਕਟਰਾਂ ਦੇ 2-3 ਡਾਕਟਰਾਂ ਦੇ ਬਦਲ ਕੇ ਟੈਸਟ ਉੱਚ ਕਰਾ ਕੇ ਹੁਣ ਠੀਕ ਹੋ ਜਾਣਾ ਸੀ ਤੇ ਲੋਕਡਾਊਨ ਕਰਕੇ ਆਪਾਂ ਲੈ ਕੇ ਨਹੀਂ ਗਏ ਹਸਪਤਾਲਾਂ 'ਚ ਬਾਹਲਾ ਰੱਬ ਦੇ ਜੀ ਬਿਮਾਰੀ ਨਾਲ ਲੱਗ ਗਈ ਹੁਣ ਕੱਲ ਨੂੰ ਚੈੱਕਅਪ ਕਰਾਉਣ ਲੈ ਕੇ ਜਾਵਾਂਗੇ ਉਹਨੂੰ ਕੋਈ ਨਾ। ਠੀਕ ਹੋ ਜਾਣਾ ਮਾਂ ਫਿਰ ਪੂਰਾ ਟੈਨਸ਼ਨ ਨਾ ਲੈ ਮੇਰੀ ਮਾਂ ਤੂੰ ਮੈਨੂੰ ਪੁੱਤ ਮੰਨਦੀ ਆ ਕਿ ਨਹੀਂ ਮੇਰਾ ਉਹ ਛੋਟਾ ਭਰਾ ਵਾ ਮੈਂ ਤੁਸੀਂ ਫਿਕਰ ਨਾ ਕਰੋ ਮਾਂ ਤਾਂ ਜ਼ਿੰਦਗੀ ਆਖਰੀ ਸਵਾਸ ਤੱਕ ਉਹਦੀ ਸੇਵਾ ਕਰਾਂਗਾ ਮੇਰੀ ਗੱਲ ਸੁਣੋ ਹਾਂਜੀ ਮਾਂ 800 ਰੁਪਿਆ ਲੱਕੜ ਦਾ ਜਿਹੜਾ 3 ਦਿਨ ਬਾਅਦ ਜਿਹੜਾ ਉਹ ਲੱਕੜ ਦਾ ਬਣਿਆ ਹੋਇਆ ਸੀ। ਹਾਂਜੀ ਹਾਂਜੀ 800 ਰੁਪਿਆ ਦੀਪ ਹਸਪਤਾਲ ਦੇ ਸਾਹਮਣੇ ਹਾਂ ਉਹਨੂੰ ਕੁੜੀ ਨੂੰ ਦਿੱਤਾ ਜਿਹੜਾ ਕੁੜੀਆਂ ਫਿਰਦੀਆਂ ਸੀ ਟੀਕਾ ਠੂਕਾ ਲਾਉਂਦੇ ਉਹ ਬੈੱਡ ਪ੍ਰੈਸ਼ਨ ਦਾ ਲੋਡ ਦੇਖਦੀਆਂ ਸੀ ਇਹ ਤੁਸੀਂ ਦਿੱਤਾ ਹੈਂ? ਤੁਸੀਂ ਦਿੱਤਾ ਮੈਂ ਕਹਿੰਦਾ ਰੇੜੇ ਵਾਲੇ ਨੇ ਦਿੱਤਾ ਹੈ। 800 ਰੁਪਏ ਦਿੱਤਾ ਉਹਨਾਂ ਨੂੰ ਹਾਂ ਕੁੜੀਆਂ ਨੂੰ ਹਾਂ ਕਿ ਰੇੜੇ ਤੇ ਬਿਠਾ ਕੇ ਗਿਣਤੀ ਫਿਰ ਦਊਂਗਾ ਕਿ ਥੱਲੇ ਨਹੀਂ ਰੇੜੇ ਤੋਂ ਦਿੰਦਾ ਕਿ ਮੈਂ ਅੱਛਾ 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 ਹਸਪਤਾਲ ਤੋਂ ਬਾਹਰ ਦਊਂਗਾ ਦੀਪਕ ਠੀਕ ਬਾਹਰ ਹੈ ਦਿੱਤਾ। ਜਦੋਂ ਤੂੰ ਦਾਖਲ ਸੀ ਉੱਥੇ ਉਦੋਂ ਆ ਫਿਰ ਦੂਏ ਤੀਏ ਦਿਨ ਮੈਂ ਆ ਗਈ ਸੀ ਅੱਛਾ ਛੁੱਟੀ ਮਿਲ ਗਈ ਸੀ ਅੱਛਾ ਤੁਹਾਨੂੰ ਪਤਾ ਤਾਂ ਨਹੀਂ ਨਹੀਂ ਮੈਨੂੰ ਮੈਂ ਕਿਹੜਾ ਕੋਲੇ ਸੀ ਉੱਥੇ
ਮੈਨੂੰ ਤਾਂ ਤੁਸੀਂ ਅੱਜ ਦੱਸਿਆ ਨਹੀਂ ਕਿੱਦਾਂ ਦੇ ਜੋੜ 1600 ਰੁਪਇਆ ਹੋ ਗਿਆ। ਤੇਰਾ 1600 ਰੁਪਇਆ 1620 ਰੁਪਏ ਸਾਡੇ ਕੋਲ ਪਏ ਆ 1600 ਜਿੱਤ ਕੇ 10 ਰੁਪਈਆਂ ਦਾ ਸੂਟ ਤਾਂ ਉਹ ਲੈ ਗਈ ਸੀ। ਹਾਂ ਇੱਕ 10 ਦਾ ਸੂਟ ਉਹਨੇ ਲਿਆ ਸੀ ਜਿਹੜੀ ਫੂਲਨ ਨੇ ਇੱਕ 10 ਰੁਪਈਆਂ ਨੂੰ ਉਹ ਜਿਹੜਾ ਮਾਮਾ ਸੀ ਉਹਦਾ ਨੋਟ ਸੀ ਉਹਨੇ 5 ਰੁਪਏ ਦਿੱਤੇ ਸੀ। ਹਾਂ ਬੇਬੇ ਨੂੰ ਸਾਰੇ ਯਾਦ ਆ ਆਹੋ ਉਹਨੇ 5 ਦਿੱਤੇ ਜਿਹੜੇ ਪਿਛਲੇ ਸਾਲ ਅਸੀਂ ਸੂਟ ਵੇਚੇ ਸੀਗੇ ਜੀ 10-10 ਰੁਪਏ ਕਾਪਰ ਤੇ ਮਾਤਾ ਨੇ ਕੱਲਾ ਰੁਪਇਆ ਦਿਮਾਗ 'ਚ ਲਿਖਿਆ ਹੋਇਆ ਵੀ ਦਿਮਾਗ ਵਾਲੀ ਡੈਰੀ 'ਚ ਇਹ ਆ ਇਹ ਸੇਠਾਂ ਦੀ ਧੀ ਆ ਇਹ ਸ਼ਾਹੂਕਾਰਾਂ ਦੀ ਨੂੰਹ ਆ ਮੈਂ ਦੁਕਾਨ ਤਾਂ ਨਹੀਂ ਕਰਨੀ ਸਰ ਨਾ ਬੇਬੇ ਦੁਕਾਨਦਾਰੀ ਨਹੀਂ ਕਰਨੀ ਨਹੀਂ ਕਰਨਾ ਨਾ ਕਿੱਦਾਂ ਫੈਲ ਮਾਰਦਾ ਹੈ। ਤੇ ਜੇ ਤੂੰ ਕਰ ਲੈਵੇਂਗੇ ਅਸੀਂ ਤੇਰੇ ਨਾਲ ਨਹੀਂ ਹੁੰਦਾ ਦੁਕਾਨ ਉਹ ਮੈਂ ਸਮਝਾਉਂ ਵੀਰੇ ਨੂੰ ਨਹੀਂ ਉਹ ਦੁਕਾਨ ਨਹੀਂ ਕਰਨਾ ਦੁਕਾਨ ਨਹੀਂ ਕਰਨਾ ਮੰਗ ਕੇ ਰੋਟੀ ਖਾਣੀ ਆ ਬਸ। ਕਿਉਂ ਮੰਗ ਕੇ ਖਾਣੀ ਆ ਬੇਬੇ ਮੰਗ ਕੇ ਖਾਣੀ ਆ ਨਾ, ਨਾ। ਨਹੀਂ ਹਾਲੀ ਸਾਥ ਹਾਂ ਤੁਸੀਂ ਕੰਜਕਾਂ ਦੇ ਵਿੱਚ ਤੁਸੀਂ ਪ੍ਰਸ਼ਾਦਾ ਛਕਾਉਂਦੀ ਹੁੰਦੀ ਸੀ ਤੇਰੇ ਕੋਲ ਤੂੰ ਕੰਜਕਾਂ ਜਾਂਦੀ ਹੁੰਦੀ ਸੀਗੀ ਪ੍ਰਸ਼ਾਦਾ ਛਕ ਕੰਜਕਾਂ ਖਾਂਦੀ ਹੁੰਦੀ ਸੀ ਪੇਕੇ ਜਾਂਦੀ ਸੀ ਮੇਰੇ ਅੱਛਾ ਪੇਕੇ ਉੱਥੇ ਜਾਂਦੀ ਹੁੰਦੀ ਸੀ ਸੋਰੇ ਜਾ ਕੇ ਫਿਰ ਦਾ ਤੂੰ ਤਾਂ ਮੇਰਾ ਪੈਰ ਹਾਂ ਸੋਰੇ ਫਿਰ ਮੈਂ ਖੋਈਆਂ ਅੱਛਾ ਉਹਨਾਂ ਦੁਨੀਆ ਬਣਾਈਆਂ ਗੋਤੇ ਵਾਲੀਆਂ ਉਹ ਵੀ ਦਿਨ ਸੀ ਉਹ ਨਹੀਂ ਆਏ ਤਾਂ ਮਾਂ ਫਿਰ ਵੀਡੀਓ ਕਿੰਨੇ ਭੋਗ ਕਰ ਰਹੇ 156 ਭੋਗ ਲਵਾਉਂਦੇ ਸੀ ਕਿੰਨੇ ਭੋਗ ਲਵਾਉਂਦੇ ਹੁੰਦੇ ਸੀ ਕਿਸੇ ਤਰ੍ਹਾਂ ਦੀਆਂ ਸਬਜ਼ੀਆਂ ਦਾਲਾਂ ਬਣਾਉਂਦੇ ਹੁੰਦੇ ਸੀ ਜਦੋਂ ਕੀ ਬਣਾ ਲਓ ਜਦੋਂ ਜਿਹੜਾ ਆਪਣਾ ਬਣਾ ਕੇ ਵਧੀਆ ਜੋੜੇ ਜੰਮਿਆ ਕਰਕੇ ਉਹਦਾ ਖਰਾਬ ਹੁੰਦਾ ਜੋੜੇ ਜੰਮਿਆ ਕਰਕੇ ਖਰਾਬ ਹੁੰਦੇ ਨੇ ਨਾ ਖਰਾਬ ਤਾਂ ਹੁੰਦੇ ਨੇ ਜਿਹਦੇ ਵਿੱਚ ਉਹਨਾਂ ਨੇ ਨਾ ਤਾਂ ਨਾਲ ਬੇਬੇ ਵੇਲਾ ਜੇ ਤੂੰ ਉੱਥੋਂ ਪਿੰਡੋਂ ਜਦੋਂ ਸੁਨਾਮ ਤੋਂ ਤੂੰ ਵਿਆਹ ਕੇ ਆਈ ਸੀ ਢੰਡਰੀਆਂ ਪਿੰਡ 'ਚ ਜਦੋਂ ਸੋਹਣੀ ਸੇਠ ਦੇ ਘਰੇ ਵਿਆਹ ਹੋਇਆ ਨੂੰ ਆਈ ਭੰਗੜੇ ਪਾਏ ਬੜਾ ਨੱਚੇ ਤੇਰਾ ਦਿਓਰ ਬਹੁਤ ਨੱਚਿਆ ਸੀ ਤੇਰਾ ਭੰਗੜਾ ਤਾਂ ਸਾਰੇ ਜਾਣਦੇ ਹੀ ਨਹੀਂ ਕੋਈ ਕੌਣ ਅੱਛਾ ਅੱਛੇ ਨਹੀਂ ਕੋਈ ਆਉਂਦੇ ਭੰਗੜੇ ਇਹ ਕੀ ਕਰਦੇ ਸੀ ਫਿਰ ਬੇਬੇ ਭਜਨ ਗਾਉਂਦੇ ਸੀ ਭਜਨ ਨਹੀਂ ਹਾਂ। ਭੰਗੜੇ ਖਾਂਦੇ ਕੋਈ ਜਾਂਦੇ ਗਿੱਧਾ ਤਾਂ ਪਾਇਆ ਹੀ ਹੋ ਨਾ ਜਿੱਦਾਂ ਨਹੀਂ ਤੇ ਤੂੰ ਵੀ ਆ ਕੇ ਗਿੱਧਾ ਨਹੀਂ ਪਾਇਆ ਨਾ ਮੈਂ ਨਹੀਂ ਕਰਦਾ ਤੂੰ ਕਿਸੇ ਵੀ ਆਪਣੇ ਰਿਸ਼ਤੇਦਾਰ ਦੀ ਵਿਆਹ ਸ਼ਾਦੀ 'ਚ ਕਦੇ ਗਿੱਧਾ ਨਹੀਂ ਪਾਇਆ ਆਈ ਨਾ ਮੈਂ ਨਹੀਂ ਕਰਦਾ ਕਿਤੋਂ ਦਾ ਖਬਰ ਦੁਆਰ ਹੈ ਤੇ ਫਿਰ ਇੱਥੇ ਸਾਡੇ ਪਰ ਤੂੰ ਇੱਥੇ ਸਾਡੇ ਕੋਲ ਪਾਇਆ ਕਰ ਬੇਬੇ ਪਾਉਂਦੀ ਹੁੰਦੀ ਗਿੱਧਾ ਜੇਂਦਰ ਕਰ ਆਰੇ ਮੇਰੀ ਮਾਂ ਆ ਗਈ ਤੇਜ ਕਰ ਬੇਬੇ ਆਪਣੇ ਜਦੋਂ ਵਿਆਹ ਕੇ ਆਉਂਦੇ ਆ ਇਹ ਕਹਿੰਦੀ ਆਪਾਂ ਵਿਆਹ ਦੀ ਕੁੜੀ ਤੋਂ ਗਿੱਧਾ ਪਾਉਂਦੇ ਆ ਨਾ ਘਰੇ ਆਈ ਤੋਂ ਨਾਲੇ ਦੀ ਉੱਤੇ ਪੁਰਾਣੇ ਬਰਨਾਲੇ ਤੋਂ ਬੇਬੇ ਦੋਨੇ ਇਕੱਠੀਆਂ ਵਗ ਜਾਂਦੀਆਂ ਹਾਂ ਲੈ ਇਹ ਕਹਿੰਦੀ ਮੈਂ ਵੀ ਬਰਨਾਲੇ ਤੋਂ ਹੀ ਇਕੱਠੇ ਨੱਚਦੀ ਨਚਾਉਂਦੇ ਨੇ ਹਾਂ ਨਚਾਉਂਦੇ ਨੇ ਵਿਆਹ ਹੀ ਆਈ ਨੂੰ ਕਿੱਦਾਂ ਕਰਦੀ ਆ ਨਾ ਖਾਂਦੇ ਇੱਥੇ ਬਹਿ ਜਾ ਮਾਂ ਜਦੋਂ ਵਿਆਹ ਕੇ ਆਉਂਦਾ ਨਾ ਘਰੇ ਮੁੰਡਾ ਸਭ ਤੋਂ ਪਹਿਲਾਂ ਨੂੰਹ ਤੋਂ ਗਿੱਧਾ ਪਾਉਂਦੀਆਂ ਸੱਸ ਨੂੰ ਪਾਉਂਦੀਆਂ ਗਿੱਧਾ ਫਿਰ ਉਹ ਤੋਂ ਬਾਅਦ ਫਿਰ ਛਿੱਤਰੀ ਹੁੰਦੀਆਂ ਇੱਥੇ ਬਹਿ ਜਾਓ ਫਿਰ ਦੋਨੋਂ ਨੱਚਦੇ ਇੱਕ ਦੂਜੇ ਦੇ ਸਿਰ ਚੜ ਕੇ ਮੈਨੂੰ ਨਾ ਆਈਡੀਆ ਕੱਟਾ ਕਰਦੇ ਅੱਛਾ ਟਰੰਕ ਕੱਪੜੇ ਪਾਉਣ ਨੂੰ ਟਰੰਕ ਬੇਬੇ ਨੂੰ ਹੁਣੇ ਹੀ ਦੇ ਦਿਓ ਅਲਾਟ ਕਰ ਦਿਓ ਉੱਤੇ ਨਾਂ ਲਿਖ ਦਿਓ ਬੇਬੇ ਦਾ ਤੇਜ਼ ਵੱਡਾ ਬਹੁਤਾ ਵੱਡਾ ਆ ਛੋਟਾ ਟਰੰਕ ਦੇ ਦਿੰਦੇ ਆ ਮਾਂ ਕੋਈ ਨਾ ਜਾ ਤੂੰ ਜਦੋਂ ਉਦੋਂ ਬਰੀਸ਼ ਲੈ ਕੇ ਆਈ ਸੀ ਟਰੰਕ ਖੁੱਦਾ ਦਾ ਅਰੇ ਇਹ ਹੁਣ ਅੱਜ ਕੱਲ ਲੈ ਗਏ ਪਤਾ ਕਰ ਲੈਂਦੀ ਹੋਣੀ ਲੈ ਇਹ ਟਰੰਕ ਜਿਹੜੇ ਉਸ ਟਾਈਮ ਦੇ ਟਰੰਕ ਸੀ ਉਹ ਬਚੇ ਪਏ ਆ ਜਿਹੜੇ ਅੱਜ ਕੱਲ ਦੇ ਟਰੰਕ ਉਹਦਾ ਵੀ ਟੁੱਟ ਜਾਂਦੇ ਆ ਜਿਹੜੇ ਉਦੋਂ ਟਰੰਕ ਹੁੰਦੇ ਸੀ ਲੋਹੇ ਦੇ ਵਧੀਆ ਹੱਥਾਂ ਨਾਲ ਬਣਾਉਂਦੇ ਸੀ ਲੋਕ ਮਜ਼ਬੂਤ ਹੁੰਦੇ ਹੁਣ ਜਿਹੜੀ ਤੇਰੀ ਪੇਟੀ ਪਈ ਆ ਉੱਥੇ ਢੰਡਰੀਆਂ ਕਿੰਨੀ ਮਜ਼ਬੂਤ ਆ ਉਹ ਪੇਟੀ ਉਹ ਬਸ ਬੁਆ ਦੇ ਵਿਆਹ ਵੇਲੇ ਦਿੱਤੀ ਮੇਰਾ ਕਿੱਡੀ ਉਹ ਲੋਹੇ ਪਰ ਲੋਕਾਂ ਨੇ ਤੋੜਤੀ ਵਿੱਚੋਂ ਪੈਸੇ ਇੱਟਾਂ ਕੱਢਣ ਲਈ ਸੋਨੇ ਦੀਆਂ ਤੋੜ ਕੇ ਪਾੜਤੀ ਉਹ ਤੋੜੀ ਪਈ ਦੀ ਉੱਥੇ ਮੈਂ ਦੇਖੀ ਜਾਂਦਾ ਅੱਛਾ ਗੁਰਦੁਆਰੇ ਦੇ ਵਿੱਚ ਮੈਂ ਜਦੋਂ ਤੇਰਾ ਵਿਆਹ ਹੋਇਆ ਸੀਗਾ ਤੇ ਫਿਰ ਉਦੋਂ ਬਰੀ ਦੇ ਵਿੱਚ ਕੀ ਸੋਰੀ ਦਾਜ ਕੀ ਪੇਟੀ ਲਿਆਈ ਸੀ ਤੂੰ ਸੰਦੂਕ ਪੇਟੀ ਦੇ ਸੰਦੂਕ ਸੀਗਾ ਸੰਦੂਕ ਲੱਕੜ ਦਾ ਨਾ ਲੋਹੇ ਦੀ ਪੇਟੀ ਕਿ ਲੱਕੜ ਦੀ ਲੱਕੜ ਦੀ ਪੇਟੀ ਵੱਡੀ ਉਹਦਾ ਲੱਕੜ ਕਿੰਨੇ ਸੂਟ ਕਿੰਨੇ ਬਿਸਤਰੇ ਬਣਾਏ ਸੀ ਬੇਬੇ ਨੇ ਤੁਹਾਡੀ ਨੇ ਮਾਂ ਨੇ ਉਹਨੇ 7 ਸੂਟ ਕਿੰਨੇ ਸੀ ਭੈਣਾ 7 ਸੂਟ 7 ਦਰੀਆਂ ਘਰੇ ਬਣੀਆਂ ਸੀ ਹਾਂ ਮੈਂ ਆਪ ਹੀ ਤਾਣਾ ਵੀ ਅੱਛਾ ਖੇਸ ਵੀ ਖੇਸ ਵੀ ਬੇਬੇ ਉਹ ਵੀ ਬੁਣੀਆਂ ਤੁਸੀਂ ਕਦੇ ਜਿਹੜੀ ਉਹ ਕਹਿੰਦੇ ਫੁਲਕਾਰੀ ਉਹ ਕੱਢ ਦੇ ਕੁੰਨੀਆਂ ਫੁਲਕਾਰੀ ਕੱਢੀ ਆ ਤੁਸੀਂ ਫੁਲਕਾਰੀ ਕਹਿੰਦੇ ਨੇ ਤੁਹਾਡੇ
ਸਰਕਾਰੀਆਂ ਤੁਹਾਡੇ ਕੀ ਕਹਿੰਦੇ ਆ? ਚਾਦਰਾਂ। ਹਾਂ ਚਾਦਰਾਂ ਵੀ ਕਰਦੇ ਤੇ ਮੋਰ ਪਾਉਂਦੇ ਹੁੰਦੇ ਸੀ, ਤੋਤੇ ਬਣਾਉਂਦੇ ਹੁੰਦੇ ਸੀ, ਮੇਰੇ ਵੀ ਘਰੇ ਬਣਾਉਂਦੇ ਹੁੰਦੇ ਮੰਮੀ ਹੋਣੀ। ਮਸਾਈਆਂ ਹੁੰਦੀਆਂ ਹਾਂ ਮਸਾਈਆਂ, ਚਾਦਰਾਂ, ਸਰਾਣਿਆਂ ਦੇ ਗਿਲਾਫ, ਪੱਖੀਆਂ। ਦੇ ਲਾ ਮਾਂ ਕਿੱਧਰ ਗਏ ਉਹ ਦਿਨ? ਅੱਛਾ ਨੂੰਹਾਂ ਘੁਮਾਉਂਦੀਆਂ ਪੱਖੀਆਂ ਤੇਰੇ ਵਾਲੀਆਂ। ਇੱਕ ਮਾਂ ਨੂੰ ਫੋਟੋ ਵੀ ਲਾਉਂਦੇ ਹੁੰਦੇ ਸੀਗੇ ਕਢਾਈ ਨਾਲ ਕਰਕੇ, ਤੋਤੇ ਬਣਾ ਕੇ ਫੋਟੋ ਲਾ ਦਿੰਦੇ ਹੁੰਦੇ ਸੀ ਕਢਾਈ ਦੀ ਬਣਾ ਕੇ, ਸ਼ੀਸ਼ੇ ਲਾ ਕੇ, ਹੈਨਾ? ਤੇਰੇ ਬੇਬੇ ਸੀਗੀ ਸ਼ਿਮਲਾ ਬੇਬੇ ਤੇਰੇ ਘਰ 'ਚ ਇਦਾਂ ਦੀ ਕੋਈ ਚੀਜ਼? ਚਾਦਰਾਂ ਤੂੰ ਬੁਣੀਆਂ ਆਪਦੀਆਂ ਚਾਦਰਾਂ, ਕਢਾਈ ਕੀਤੀ ਸੀ? ਤੇ ਤੇ ਮੈਂ ਦਰੀ ਬੁਣੀ ਕਿਹੜੇ ਤੂੰ ਦਰੀ ਕਿਹੜੀ? ਉਹ ਦੰਦਿਆਂ ਵਾਲੀ ਕਿਹੜੇ? ਕਿੰਨੇ ਦੰਦਿਆਂ ਵਾਲੀ ਹੁੰਦੀ ਸੀ? ਕੀ ਉਹ ਹੱਥਾ ਪੰਜਾ ਐ ਮਾਰ ਦਿੰਦੇ ਸੀ। ਚਰਖਾ ਕਿਤੇ ਕੱਤਿਆ ਤੂੰ ਬੇਬੇ? ਕੱਤਿਆ? ਇੱਕ ਦਿਨ 'ਚ ਕਿੰਨਾ ਸੂਤ ਕਰ ਦਿੰਦੀ ਸੀ ਬੇਬੇ ਤੂੰ? 300 ਗ੍ਰਾਮ ਸੂਤ ਕਰ ਅੱਧਾ ਕਿਲੋ। ਅੱਛਾ ਬੇਬੇ ਉਹ ਤਾਂ ਵਧੀਆ ਦਾ ਰੰਗਿਆ ਤੜਕਾ ਜਿਹੜਾ ਬੇਬੇ ਉਹਦੇ ਕਿੰਨਾ ਰੋਟੀ ਟੁੱਕ ਸਬਰ ਤੇ ਸੰਤੋਖ ਵਾਲਾ ਕੰਮ ਆ। ਸਾਰਾ ਦਿਨ ਕਰੀ ਜਾਣਾ, ਵੱਢੀ ਜਾਣਾ, ਟੱਕਰਾ ਰੰਗਾ ਹੋ ਗਿਆ। ਕੋਈ ਤੱਕਰਾ ਨਹੀਂ ਹਾਂ ਹਾਂ ਵੱਡਾ ਟੋਕਰਾ। ਮੈਂ ਕੱਟ ਮੈਂ ਕੁੜੀਆਂ ਕਹਿ ਰਹੀ ਅਭੀ ਵੀ ਆਪਾਂ ਮੈਨੂੰ ਕੱਟੀ ਜਾਵਾਂਗੇ ਆਪਾਂ ਕੀ ਕੰਮ ਕਰਦੀ ਆ ਇਹ ਨਾ ਗੋਹੇ ਮਤ ਰੱਖਣਾ ਰੋਟੀ ਨਹੀਂ ਉਹ ਕਹਿੰਦੀ ਹਾਂ ਇਹ ਮੈਂ ਗਈ ਹਾਂ ਕੱਟ ਦੇਣਾ ਫੋਟੋ ਕਰਾ ਵਾਹਿਗੁਰੂ ਇੱਕ ਦਿਨ 'ਚ ਇੱਕ ਦਿਨ ਜੀ ਕਰੀ ਸਾਰਾ ਸਭ ਸਿਆਲੋ ਸਿਆਲ ਗਲੋਟੇ ਬਣਾ ਰੱਖਦੇ। ਫਿਰ ਉਹਦਾ ਕੀ ਬਣਿਆ? ਖੇਸ ਕਿ ਦਰੀ? ਫਿਰ ਜਦੋਂ ਗਈ ਰੁੱਤਾ ਜੀ ਸਿਆਲ ਦੀ ਹਾੜ ਦੀ ਹੁਣ ਦਾ ਗਰਮੀਆਂ ਦੀ ਰੁੱਤਾ ਫਿਰ ਗੋਲੇ ਕਰ ਤੇਰ ਆਂਟੀ ਟੇਰਨਾ ਹੁੰਦਾ ਸੀ, ਇੱਕ ਐ ਕਰ ਦਿੰਦੇ ਟੇਰਨੇ ਨਾਲ। ਉਹ ਸਾਡੇ ਘਰੇ ਅੱਜ ਵੀ ਪਿਆ। ਮੈਂ ਉਦੋਂ ਇੱਕ ਜਿਹੜਾ ਅੱਡਾ ਤੁਹਾਡਾ ਆਪਦਾ ਸੀਗਾ, ਜਿਹੜਾ ਦਰੀਆਂ ਬੁਣਨ ਵਾਲਾ ਅੱਡਾ, ਕਿਸੇ ਤੋਂ ਲੈ ਕੇ ਆਉਂਦੇ ਸੀਗੇ? ਉਹ ਤਾਂ ਘਰੇ ਆ ਕਿੱਲੇ ਕੱਢ ਕੇ ਕਈਆਂ ਦੇ ਘਰੇ ਸਾਡੇ ਮੰਗਣ ਆ ਜਾਂਦਾ ਸੀ ਕੋਈ ਨਾ ਕੋਈ। ਹਾਂ ਮੰਜਾ ਜਿਹਾ ਹੁੰਦਾ ਸੀ ਵੱਡਾ ਸਾਰਾ ਮੰਜਾ, ਉਹਦੇ ਪਾਵੇ ਹੁੰਦੇ ਸੀ ਵੱਡੇ ਵੱਡੇ। ਉਹ ਫਿਰ ਥਾਂ ਸਾਡੇ ਮਿਸਤਰੀ ਹੁੰਦਾ ਸੀ ਬੇਬੇ, ਮਿਸਤਰੀ ਭਾਗ ਸਿੰਘ। ਨਾਨਾ ਕਹਿੰਦਾ ਹੁੰਦਾ ਸੀ, ਮੈਂ ਉਹਨੂੰ ਨਾਨਕੀ ਰਿਹਾ ਨਾ, ਮੈਂ ਆਪਦੇ ਦੇਖ ਲਾ ਬੇਬੇ ਉਦੋਂ ਪੈਸਾ ਨਹੀਂ ਸੀ ਹੁੰਦਾ। ਅਸੀਂ ਹਰੇਕ ਸਾਲ ਹਾੜੀ ਸੌਣੀ ਨੂੰ ਕਣਕ ਝੋਨਾ ਦਿੰਦੇ ਸੇਤੀ। ਉਹਨੇ ਦੇਖ ਲਾ ਸਾਡੇ ਸਾਰੇ ਕੰਮ ਕਰਨੇ, ਮਿਸਤਰੀ ਵਾਲੇ ਲੱਕੜ ਦੇ ਮੰਜੇ ਬਣਾਉਣੇ, ਜੋ ਦਾਤੀਆਂ ਨੂੰ ਦੰਦੇ ਲਾਉਣੇ, ਟੋਪੀਆਂ ਨੂੰ ਲਾਉਣੇ। ਜੇ ਕਮਰਾ ਪਾਉਣਾ ਘਰ ਦਾ, ਜਿਵੇਂ ਕਿਸੇ ਨੇ ਮੁੰਡਾ ਵਿਆਹ ਲਿਆ ਕਮਰਾ ਪਾਉਣਾ, ਮਿਸਤਰੀ ਨੂੰ ਪਹਿਲਾਂ ਦੱਸਣਾ ਵੀ ਭਾਈ ਅਸੀਂ ਅਗਲੇ ਸਾਲ ਮੁੰਡਾ ਪਾਉਣਾ। ਉਹਨੇ ਪਹਿਲਾਂ ਹੀ ਘਰ 'ਚ ਕਮਰਾ ਪਾ ਕੇ ਤਿਆਰ ਕਰਦੇ ਨੇ, ਘਰ ਦੀ ਤਿਆਰੀ ਫਰੀ, ਕੋਈ ਦਿਹਾੜੀ ਨਹੀਂ, ਕੋਈ ਪੈਸਾ ਨਹੀਂ, ਬਸ ਹਾੜੀ ਸੌਣੀ ਕਣਕ ਝੋਨਾ ਦਿੰਦੇ ਸੀ। ਉਦੋਂ ਬੇਬੀ ਪਿਆਰ ਹੁੰਦਾ ਸੀ ਲੋਕਾਂ 'ਚ। ਸੇਪੀ ਕਹਿੰਦੇ ਸੀ ਉਹਨੂੰ, ਸੇਪੀ। ਤੇ ਉਦੋਂ ਪੈਸਾ ਨਹੀਂ ਸੀ ਹੁੰਦਾ। ਹੁਣ ਤਾਂ ਲੋਕ ਪੈਸੇ ਤੋਂ ਬਿਨਾਂ ਬੰਦਾ ਇੱਟ ਨਹੀਂ ਚੱਕਦਾ। ਬਾਹਲਾ ਪਿਆਰ ਹੁੰਦਾ ਸੀ। ਜੇ ਕੋਈ ਕਿਸੇ ਦੀ ਕੋਈ ਬੁਰੀ ਨੂੰ ਆਂਟੀਆਂ ਵੀ ਸਾਂਝੀਆਂ ਸੀ ਸਾਰਿਆਂ ਦੀਆਂ ਨੂੰ। ਕਿਸੇ ਦੀ ਕਿਸੇ ਦੀ 3-4 ਹਜ਼ਾਰ ਫਿਰ ਮੈਂ ਤੇਰੇ ਤੇ ਉਹ ਤੇ ਖਾਣਾ ਵੀ ਆਮ ਲੋਕ ਫਿਰ ਕਹਿੰਦੇ ਨੇ ਵੀ ਰੋਟੀ ਖਾਣਾ ਸਾਰੇ ਪਿੰਡ ਦੇ ਸਾਂਝੇ ਹੁੰਦੇ ਸੀ। ਇਹ ਕੋਈ ਨਾ ਪੁੱਤ ਵੱਡੇ ਤੇ ਜੋ ਮੇਰੀ ਸੀ ਉਹ ਨਹੀਂ ਕਹਿੰਦਾ ਐ ਪਿਆਰ ਹੁੰਦਾ। ਹੁਣ ਤਾਂ ਮਾਰ ਥੱਪੜ ਮਾਰਦਾ ਵੀ ਤੂੰ ਕਿੰਨਾ ਦਾ ਭੱਜਿਆ ਇੱਥੋਂ ਸਾਡੇ ਘਰ ਮੂਹਰੇ ਖੜਾ ਕੀ ਕਰਦਾ? ਹੁਣ ਤਾਂ ਦਾਣੇ ਚੁੰਗਲੇ ਹੀ ਆਉਂਦੇ, ਚੁੰਗ ਚ ਦਾਣੇ ਆਉਂਦੇ। ਹਾਂ ਚੁੰਗ ਲੈ ਬੇਬੇ ਨੂੰ ਜਿੱਤੇ। ਅਸੀਂ ਰੋਟੀ ਲੈ ਕੇ ਜਾਣੀ ਹੈ ਹੁਣ ਦਾਣੇ ਪੁਆ ਲੈਂਦੇ ਨੇ, ਤੂੰ ਇੱਥੇ ਰਾਤ ਨੂੰ ਖੜਿਆਗਾ ਰੋਟੀ ਲੈ ਕੇ ਜਾਣੀ ਦਵਾਲ ਤੋਂ ਪਿਆਰ ਨੇ। ਹਾਂ ਪੱਤਾ ਲੈ ਕੇ ਘਰ ਦੇ ਅਗਰ ਜਾਂਦੇ ਨੇ ਅੱਛਾ ਖੇਤ ਰੋਟੀ ਲੈ ਕੇ ਬੋਲੇ ਨੇ। ਫਿਰ ਪਿੰਡ ਦੇ ਮੁੰਡੇ ਕੁੜੀਆਂ ਆਉਂਦੇ ਨਾ ਇੱਕ ਬੇੜਾ ਨਹੀਂ ਕੁੜੀ ਸਾਨੂੰ ਮੁਰੀ ਤੇ ਦੋ ਅਸੀਂ ਸਾਡੇ ਮੰਨ ਜਾਵਾਂਗੇ। ਚਲੋ ਮੂਹਰੇ ਚੱਲ ਬੜੀ ਹੋਗਾ ਵੀ ਅਗਲਾ ਹਰੇਕ ਬੰਦਾ ਆਪਦੀ ਧੀ ਭੈਣ ਨੂੰ ਸਮਝਦਾ। ਜਦੋਂ ਅਸੀਂ ਸਾਰੇ ਘਰ ਨੂੰ ਆ ਜਾਂਦੇ ਫਿਰ ਉਹਨਾਂ ਨੇ ਘਰਾਂ ਜਾਣਾ। ਉਹੀ ਗੱਲ ਆ ਮਾਂ, ਉਦੋਂ ਇੱਕ ਦੂਜੇ ਦੀ ਇੱਜ਼ਤ ਹਰੇਕ ਬੰਦਾ ਆਪਦੀ ਇੱਜ਼ਤ ਸਮਝਦਾ। ਫਿਰ ਨਾਲੇ ਨਾ ਫਿਰ ਕੀ ਕਹਿੰਦੇ
ਸ਼ੱਕਰ ਖਾਣੀ ਹੈ, ਘਿਓ ਖਾਣਾ, ਅੱਜ ਕੜਾਹ ਬਣਾ ਲਾ ਬੇਬੇ, ਅੱਜ ਸੇਵੀਆਂ ਬਣਾ ਲਾ ਪ੍ਰਾਂਤ ਦੀ ਸਾਡੇ ਲਿਸੇਰੀ ਪਿੱਤਲ ਦੀ ਹਾਂ ਉਹੀ ਪਾਣੀ ਚੱਕਰ ਸ਼ੱਕਰ ਵਿੱਚ ਪਾਣੇ ਨੇ ਅਜੇ ਤੱਕ ਕੋਈ ਚੱਕਰ ਦਾ ਘਿਓ ਦਾ ਸਵਾਦ ਫਿਰ ਜਿੰਨੀ ਭਾਈ ਜੀ ਕਰਦਾ ਖਾਈ ਜਾ ਵਾਹਿਗੁਰੂ। ਵਿੱਚ ਬਾਟੀਆਂ ਭਰ ਲੈਂਦੇ ਤੇ ਅੱਜ ਤਾਂ ਬੇਬੇ ਜੇ ਕਿਸੇ ਨੂੰ ਸ਼ੱਕਰ ਖਵਾ ਦਈਏ, ਉਹ ਚੱਕਰ ਖਾ ਕੇ ਡਿੱਗ ਪਵੇ, ਉਹ ਵਾਲੀ ਸ਼ੱਕਰ ਖਾ ਕੇ ਬੰਦੇ ਬਿਮਾਰ ਹੋ ਜਾਣ। ਚਲੋ ਸਾਰਿਆਂ ਨਾਲ ਵਧੀਆ ਮਾਂ ਟੈਨਸ਼ਨ ਨਾ ਲੈ, ਰੱਬ ਨੇ ਕਿਹਾ ਠੀਕ ਆ। ਲਾਲ ਨਹੀਂ ਨਾ ਕਦੇ ਲਾਲਾ ਅਸੀਂ ਦਾ ਮਾਤਾ ਜੀ ਇਹ ਸਾਡੇ ਦੋਨੇ ਮਾਤਾ ਜੀ ਪ੍ਰਸ਼ਾਦੇ ਦੀ ਸੇਵਾ ਸਾਡੇ ਪਿੰਡੋਂ ਹੀ ਨੇ, ਸਾਡੇ ਨਾਲ ਰਹਿ ਕੇ ਕਰਦੇ ਆ ਗਿਆ ਮੈਂ ਇਹ ਦਿਲਪ੍ਰੀਤ ਦੇ ਬੇਬੇ ਦਾਦੀ ਦਿਲਪ੍ਰੀਤ ਦੀ ਅਤੇ ਇਹ ਵੀ ਸਾਡੇ ਨਾਲ ਰਹਿ ਕੇ ਭੈਣ ਸਾਡੇ ਨਾਲ ਸੇਵਾ ਕਰਦੇ ਨੇ। ਹਰਸਿਮਰਨ ਜੀ ਬੇਬੇ ਰਣਜੀਤ ਕੌਰ ਨੂੰ ਵੀ ਮਿਲ ਹੀ ਰਹੇ ਹੋ। ਇਹ ਅਮਨਜੋਤ ਸਾਡੀ ਭੈਣ, ਸਾਡੀ ਬੱਚੀ ਇਹ ਵੀ ਸਾਡੇ ਨਾਲ ਸੇਵਾ ਕਰਾਉਂਦੇ ਆ। ਇਹ ਦਿਲਪ੍ਰੀਤ ਦੀ ਸਿਸਟਰ ਆ ਬੇਬੇ ਜੋਗਿੰਦਰ ਕੌਰ ਨੂੰ ਸਾਰੇ ਜਣੇ ਮਿਲ ਹੀ ਰਹੇ ਹੋ। ਇਹ ਬੇਬੇ ਸਾਡੀ ਝੂਲੇ ਦੇ ਤੁਸੀਂ ਬਾਹਰ ਦੇਖੀਏ, ਸਾਰਿਆਂ ਨੇ ਝੂਲੇ ਤੇ ਸੱਚੇ ਪਾਤਸ਼ਾਹ ਇਦਾਂ ਹੀ ਸਾਡੇ ਮਨੁੱਖ ਆ ਗਏ ਆਂਦਾ ਤਾਂ ਸ਼ੁਰੂ ਹੋ ਗਈ ਤੇ ਸਟੀਵਨ ਮਿਸ਼ਨ ਕਰੀ ਪਹਿਲਾਂ ਇਹ ਦੋ ਰੈਗੂਲਰ ਪੜ੍ਹਨਾ ਚਾਹੁੰਦੇ ਜਾਂ ਪ੍ਰਾਈਵੇਟ ਪੇਪਰ ਦੇ ਦੇਂਗੇ ਫਿਰ ਕਿੱਥੇ ਪਿੰਡ? ਚਲੋ ਮੈਂ ਪਤਾ ਕਰਦਾ ਪਿੰਡ। ਤਾਂ ਹੁਣ ਪਤਾ ਸਕੂਲ ਬੰਦ ਆ ਨਾ ਹਜੇ ਤਾਂ ਬੁਲਵਾ ਲੈਂਦੇ। ਕਾਕਾ ਜੀ ਪਲੱਸ 2 ਦੀਆਂ ਬੁੱਕਸ ਇਹਨੂੰ ਪਹਿਲਾਂ ਤੂੰ ਪਲੱਸ 1 ਕੀਤੀ ਹੋਈ ਹੈ, 10th ਕੀਤੀ ਹੋਈ ਹੈ? 10th ਕਿਹੜੀ ਜਗ੍ਹਾ ਕੀਤੀ ਹੈ? ਉਹਨੇ ਕਿੰਨੀ ਕੀਤੀ 10th? ਫਿਰ ਹੁਣ ਤੋਂ ਤੈਨੂੰ ਪਲੱਸ 1 ਕਰਨੀ ਪਊਗਾ। ਮੇਰਾ ਪੱਕੇ ਸਾਲ ਦਾ ਵਿਆਹ ਨਹੀਂ ਨਾ 2018 ਚ ਕੀਤੀ ਹੋਊਗੀ। ਚਲੋ ਕੋਈ ਨਾ ਮੈਂ ਟੀਚਰ ਨਾਲ ਲੈ ਕੇ ਆਉਂਗਾ। ਇਹ ਦਿਲਪ੍ਰੀਤ ਸਿੰਘ ਜਿਹੜਾ ਬੱਚਾ ਜੀ ਸ਼ੂਗਰ ਸੀਗੀ, ਬਹੁਤ ਬਿਮਾਰ ਸੀ। ਉਹਦੀ ਸਿਸਟਰ ਹੈ, ਉਹਦੇ ਦਾਦੀ ਜੀ ਤੇ ਭੈਣ ਦੋਨੋਂ ਸਾਡੇ ਕੋਲ ਹੀ ਰਹਿੰਦੇ ਨੇ ਇੱਥੇ। ਇੱਕ ਮਿੰਟ ਆਉਣਾ ਭੈਣ ਨਾਲ ਤੇ ਉਹ ਪਲੱਸ 2 ਦਾ ਪੇਪਰ ਦੇਣਾ ਚਾਹੁੰਦੀ, ਬੱਚੀ ਦੀ ਪੜ੍ਹਾਈ ਰੋਕੀ ਸੀ ਕਿਉਂਕਿ ਘਰ ਦੇ ਵਿੱਚ ਹਾਲਾਤ ਇਦਾਂ ਦੇ ਪੈਦੇ ਹੋ ਗਏ ਸੀ ਕਿ ਦਿਲਪ੍ਰੀਤ ਬਿਮਾਰ ਹੋ ਗਿਆ ਸੀ, ਬਹੁਤ ਜ਼ਿਆਦਾ ਸ਼ੂਗਰ ਉਹਨੂੰ ਵੱਧ ਗਈ ਸੀ। ਤੇ ਉਸ ਕਰਕੇ ਪੈਸਾ ਘਰ 'ਚ ਨਹੀਂ, ਦਾਦਾ ਦਾਦੀ ਕੋਲ ਰਹਿੰਦੇ ਨੇ ਦੋਨੇ ਬੱਚੇ, ਕਿਉਂਕਿ ਇਹਦੇ ਘਰ 'ਚ ਏਡੀ ਵੱਡੀ ਟ੍ਰੈਜਡੀ ਹੋਈ ਇਹਨਾਂ ਦੇ। ਇਹ ਬੱਚੀ ਜਿਹਨੂੰ ਤੁਸੀਂ ਮਿਲੇ ਆ ਅਮਨਜੀਤ ਕੌਰ ਇਹਦਾ ਨਾਂ, ਉਹ ਦਿਲਪ੍ਰੀਤ ਨੂੰ ਭੇਜੀ, ਛੋਟਾ ਦਿਲਪ੍ਰੀਤ। ਤੇ ਉਹ ਇਹਨਾਂ ਦੀ ਮਦਰ ਨੇ, ਬੱਚਿਆਂ ਦੀ ਮਦਰ ਨੇ ਨਾ ਆਪਣੇ ਘਰ ਵਾਲੇ ਦਾ ਗਾਲ ਬੱਚਤਾ ਸੀਗਾ। ਤੇ ਅਮਨਜੋਤ ਦਾ ਭੈਣ ਉਦੋਂ ਘਰ ਸੀਗੀ, ਆਪਣੇ ਨਾਨਕੀ ਗਏ ਹੋਏ ਸੀਗੇ। ਤੇ ਜਿਹੜਾ ਅਮਨਜੋਤ ਦਾ ਬ੍ਰਦਰ ਆ ਦਿਲਪ੍ਰੀਤ, ਉਹ ਆਪਣੇ ਡੈਡੀ ਦੇ ਨਾਲ ਸੁੱਤਾ ਪਿਆ ਸੀ ਗੋਦੀ 'ਚ। ਤੇ ਜਦੋਂ ਸਵੇਰੇ ਤੜਕੇ ਉੱਠਿਆ ਤੇ ਉਹਦੇ ਡੈਡੀ ਦਾ ਗਲ ਵੱਢਿਆ ਪਿਆ ਸੀ, ਉਹਦੀ ਮੰਮੀ ਨੇ ਆਪਣੇ ਘਰ ਵਾਲੇ ਨੂੰ ਮਾਰਤਾ ਸੀ। ਤੇ ਦਿਲਪ੍ਰੀਤ ਨੂੰ ਦੁਬਾਰਾ ਫਿਰ ਸ਼ੂਗਰ ਦੇ ਅਟੈਕ ਆਉਣ ਲੱਗ ਗਏ, ਦਿਮਾਗੀ ਦੌਰੇ ਪੈਣ ਲੱਗ ਗਏ ਸੀ ਬੱਚੇ ਨੂੰ। ਤੇ ਉਦੋਂ ਛੋਟਾ ਜਿਹਾ ਸੀ ਦਿਲਪ੍ਰੀਤ। ਤੇ ਹੁਣ ਫਿਰ ਦਿਲਪ੍ਰੀਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਨਾਲ ਜੋੜਿਆ, ਹੁਣ ਸਰਦਾਰ ਦਿਲਪ੍ਰੀਤ ਸਿੰਘ ਬਣ ਗਿਆ। ਕਿਹੜੀ ਕਲਾਸ ਪੜ੍ਹਦਾ ਸੀ ਤੂੰ ਉੱਥੇ? 6ਵੀਂ 'ਚ। ਹੁਣ ਇੱਥੇ ਅਸੀਂ ਐਡਮਿਸ਼ਨ ਕਰਵਾ ਰਹੇ ਹਾਂ, ਹੁਣ ਆਨਲਾਈਨ ਪੜ੍ਹਾਈ ਹੋਣ ਲੱਗ ਗਈ ਇਹਨਾਂ ਦੀ ਸ਼ੁਰੂ। ਤੇ ਇਹਦੇ ਬਿਮਾਰ ਹੋਣ ਕਰਕੇ ਅਮਨਜੋਤ ਦੀ ਪੜ੍ਹਾਈ, ਇਹਦੀ ਭੈਣ ਆ ਜਿਹੜੀ ਵੱਡੀ, ਉਹਦੀ ਪੜ੍ਹਾਈ ਵੀ ਰੁਕ ਗਈ ਸੀਗੀ। ਉਹਨੇ 10ਵੀਂ ਕਰਕੇ ਵਿਚਾਰੀ ਵਿਹਲੀ ਨਹੀਂ ਘਰੇ। ਤੇ ਹੁਣ ਉਹਨੇ ਪਲੱਸ 2 ਦੇ ਪੇਪਰ ਦੇਣਾ ਚਾਹੁੰਦੀ ਆ। ਉਹ ਵੀ ਤੇ ਪਾਤਸ਼ਾਹ ਕਿਰਪਾ ਕਰਨ ਅਸੀਂ ਉਸ ਬੱਚੀ ਨੂੰ ਪੜ੍ਹਾ ਕੇ ਲੈ ਕੇ ਬਣਾ ਸਕੀਏ ਪਾਸੇ ਨੂੰ। ਤੇ ਇਹਨੂੰ ਇੱਕ ਇਹਦੀ ਸਿਹਤ ਹੁਣ ਠੀਕ ਆ, ਅੱਗੇ ਨਾਲੋਂ ਬਹੁਤ। ਇੰਜੈਕਸ਼ਨ ਤਾਂ ਹਜੇ ਵੀ ਲੱਗ, ਕਿੰਨੇ 2 ਲੱਗਦੇ ਇੰਜੈਕਸ਼ਨ ਦੇ ਤੁਹਾਨੂੰ? ਕਿੱਥੇ ਲੱਗਦੇ ਬਹੁਤ? ਢਿੱਲੇ 'ਚ ਇੱਥੇ ਢਿੱਡ ਦੇ ਵਿੱਚ ਹਰ ਰੋਜ਼ 3 ਟੀਕੇ ਲੱਗਦੇ ਆ ਇਸ ਬੱਚੇ ਦੇ ਸ਼ੂਗਰ ਵਾਲੇ। ਇੰਨੀ ਜ਼ਿਆਦਾ ਸ਼ੂਗਰ ਵੱਧਦੀ ਕਿਉਂਕਿ ਟੈਨਸ਼ਨ ਨਾਲ ਸੀਗਾ, ਪਤਾ ਲੱਗਾ ਟੈਨਸ਼ਨ ਦੇ ਨਾਲ ਸ਼ੂਗਰ ਵਧਣ ਲੱਗ ਗਈ ਸੀ ਇਹਦੀ ਬਹੁਤ ਜ਼ਿਆਦਾ। ਤੇ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਅਰਦਾਸ ਕਰਿਓ ਸਾਡੇ ਮੁਕਤਸਰ ਸ਼ੇਰਾ ਪਰਿਵਾਰ ਦੇ ਹਰੇਕ ਮੈਂਬਰ ਵਾਸਤੇ, ਜਿਹਨੂੰ ਵੀ ਅੱਜ ਤੁਹਾਨੂੰ ਅਸੀਂ ਮਿਲਾਇਆ, ਤੇ ਉਹਨਾਂ ਦੀ ਤੰਦਰੁਸਤੀ ਵਾਸਤੇ, ਚੜ੍ਹਦੀ ਕਲਾ ਵਾਸਤੇ। ਸੱਚੇ ਪਾਤਸ਼ਾਹ ਨੂੰ ਅਰਦਾਸ ਕਰਿਓ ਸਾਨੂੰ ਸਮਤ ਬੁੱਧੀ ਬਖਸ਼ਣ, ਅਸੀਂ ਇਸ ਸੇਵਾ ਨੂੰ ਨਿਰੰਤਰ ਇੱਦਾਂ ਹੀ ਸਾਫ਼ ਮਨ ਨਾਲ ਕਰ ਸਕੀਏ। ਜਿੱਦਾਂ ਸ਼ੁਰੂਆਤ ਤੋਂ ਸੱਚੇ ਪਾਤਸ਼ਾਹ ਨੇ ਅਰੁਣ ਕੁਮਾਰ ਸ਼ੁਕਲਾ ਤੋਂ ਸਾਡੀ ਸੇਵਾ ਸ਼ੁਰੂ ਕਰੀ, ਅੱਜ ਇੱਥੇ ਤੱਕ ਪਹੁੰਚ ਗਈ ਆ। ਅੱਗੇ ਵੀ ਵਾਹਿਗੁਰੂ ਨੇ ਆਪਣੇ ਆਪ ਹੀ ਕਰਾਉਣਾ ਸਭ ਕੁਝ, ਕਿਉਂਕਿ ਉਹਨਾਂ ਨੇ ਸੇਵਾ ਸ਼ੁਰੂ ਕਰਾਈ ਹੈ, ਉਹਨਾਂ ਨੇ ਅੱਗੇ ਲੈ ਕੇ ਜਾਣਾ। ਬਸ ਇੱਕ ਇਨਸਾਨ ਹੋਣ ਦੇ ਨਾਤੇ, ਕਲਯੁਗੀ ਇਨਸਾਨ ਹੋਣ ਦੇ ਨਾਤੇ। ਸ਼ੁਕਲੇ ਬਾਬੇ ਆਈ ਉਰੇ ਆਪਣੇ ਸ਼ਰਮੇ ਬਾਬੇ, ਤੇ ਬਸ ਇੱਕ ਫਿਕਰ ਕਰ ਲਈਦਾ, ਇੱਕ ਇੱਦਾਂ ਹੋ ਜਾਂਦਾ ਵੀ ਖਾਣੀ ਅਸੀਂ ਕਰਦੇ ਆ।
ਕਰਤਾ ਹੋ ਰਿਹਾ, ਕਰਾਉਣਾ ਵੀ ਉਹਨੇ ਆਪਣੇ ਆਪ ਹੀ ਹੈ ਸਭ ਕੁਝ। ਬਸ ਇੱਕ ਆਪਦੇ ਆਪ ਨੂੰ ਕਹਿੰਦੀ ਵੀ ਇੱਕ ਦਰਾਸਾ ਦੇ ਇਹਦੇ ਨੂੰ ਹੋਏ ਵੀ ਜਾਨੀ ਅਸੀਂ ਕਰਦੇ ਹਾਂ। ਫਿਕਰ ਕਰ ਲਈਦਾ ਵੀ ਯਾਰ ਉੱਥੇ ਹਸਪਤਾਲ ਦਾ ਬਿੱਲ ਦੇਣ ਵਾਲਾ, ਬਿਲਡਿੰਗ ਬਣਾਉਣ ਵਾਲੀ ਆ, ਹਸਪਤਾਲ ਬਣਾਉਣ ਵਾਲਾ, ਜਿਹਨੇ ਇਹ ਸੰਸਥਾ ਬਣਾਈ ਆ, ਜਿਹਨੇ ਆ 200 ਮੈਂਬਰਾਂ ਨੂੰ ਇੱਥੇ ਇਕੱਠੇ ਕੀਤਾ, ਜਿਹਨੇ ਇਹਨਾਂ ਦਾ ਰੋਟੀ ਪਾਣੀ ਦਵਾਈ ਦਾਰੂ ਦਾ ਇੰਤਜ਼ਾਮ ਕੀਤਾ, ਉਹਨੇ ਗੁਰਦੁਆਰਾ ਸਾਹਿਬ, ਉਹਨੇ ਮੰਦਰ, ਉਹਨੇ ਮਸਜਿਦ, ਉਹਨੇ ਇੱਡੀ ਦੁਨੀਆ ਸਰਜਤੀ। ਇੱਥੇ ਹਸਪਤਾਲ ਦੇ ਵਿੱਚ ਵੀ ਉਹਨੇ ਆਪਣੇ ਆਪ ਹੀ ਬਣਵਾ ਲੈਣਾ ਸਾਰਾ ਕੁਝ। ਸੰਸਥਾ ਦੇ ਵਿੱਚ ਵੀ ਉਹਨੇ ਬਿਲਡਿੰਗਾਂ, ਰਸੋਈਆਂ, ਕਮਰੇ, ਹਸਪਤਾਲ ਸਭ ਕੁਝ ਆਪਣੇ ਆਪ ਬਣਾ ਲੈਣਾ। ਬਸ ਸਾਡੀ ਇੰਨੀ ਕੀ ਬੇਨਤੀ ਆ, ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ, ਇਸ ਬਿਮਾਰੀ ਦਾ ਸਾਨੂੰ ਰਸਤਾ ਦਿਖਾਉਣ, ਬਾਹਰ ਕੱਢਣ ਸਾਨੂੰ ਇਸ ਬਿਮਾਰੀ ਤੋਂ, ਇੱਕ ਨੋਰਮਲ ਜ਼ਿੰਦਗੀ ਜੀਣੀ ਹੈ, ਜਿਹੜੀ ਉਹਦੀ ਬਣਾਈ ਹੋਈ ਰੰਗਲੀ ਦੁਨੀਆ ਦੁਬਾਰਾ ਉਹਨਾਂ ਰੰਗਾਂ 'ਚ ਖੇਡ ਸਕੇ ਜਿਹੜੇ ਪਹਿਲਾਂ ਖੇਡਦੇ ਸੀ। ਬਾਪੂ ਬਾਊ ਸਾਡੇ ਰਮੇਸ਼ ਚੰਦ ਸ਼ਰਮਾ ਬਾਊ ਜੀ ਸਾਡੇ ਚੰਗੀ ਜ਼ਿੰਦਗੀ ਬਤੀਤ ਕਰ ਸਕਣ। ਇੱਥੇ ਸਾਰੇ ਜਣੇ ਜ਼ਰੂਰ ਅਰਦਾਸ ਕਰਿਓ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਬਾਊ ਜੀ ਨੂੰ ਜਿਹੜਾ ਇੱਕ ਸੁਪਨਾ ਦਿੱਤਾ ਇਹਦੇ ਪੁਰਾਣੇ ਮਾਲਕਾਂ ਨੇ, ਜਿਨ੍ਹਾਂ ਨੇ ਇਹਨੂੰ 40 ਸਾਲ ਕੰਮ ਕਰਾਇਆ, ਗੋਹਾ ਹਟਾਇਆ ਤੇ ਇਹਨੂੰ ਕਿਹਾ ਵੀ ਤੇਰਾ ਮੇਮ ਨਾਲ ਵਿਆਹ ਕਰਾ ਦਾਂਗੇ। ਉਹ ਸੁਪਨੇ ਨੇ ਅੱਜ ਬਾਪੂ ਨੂੰ ਬਹੁਤ ਜ਼ਿਆਦਾ ਤੰਗ ਕੀਤਾ ਹੋਇਆ। ਉਦਾਸ ਰਹਿੰਦੇ ਨੇ, ਚੁੱਪ ਰਹਿੰਦੇ ਨੇ, ਕਿਉਂਕਿ ਉੱਥੇ ਹਰ ਰੋਜ਼ ਇਹਨਾਂ ਨੂੰ ਇੱਕ ਜਿਹੜਾ ਕਹਿ ਦਈਏ ਇੱਕ ਸੁਪਨਾ ਦਿਖਾਉਂਦੇ ਸੀ, ਉਹ ਇੱਥੇ ਹੁਣ ਕੋਈ ਦਿਖਾਉਂਦਾ ਨਹੀਂ। ਤੇ ਉਹਦੇ ਕਰਕੇ ਬਾਪੂ ਦਾ ਮਨ ਆ ਜਿਹੜਾ ਅੰਦਰੋਂ ਟੁੱਟ ਰਿਹਾ, ਦਿਲ ਮੁਰਝਾ ਰਿਹਾ ਵੀ ਮੇਰਾ ਹੁਣ ਬਣੂਗੀ। ਪਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਵਾਅਦਾ ਕੀਤਾ ਬਾਪੂ ਨਾਲ, ਠੀਕ ਹੈ ਬਾਪੂ, ਕਿਰਪਾ ਕਰ ਦੇਣੀ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ। ਘਬਰਾਇਆ ਨਾ ਕਰ, ਕਰ ਲੱਗੇ ਕਿੱਦਾਂ ਦੇ ਰੱਬ ਰੂਪੀ ਚਿਹਰੇ ਆ। ਦੇਖੋ ਬਾਪੂ ਗੋਪਾਲ ਨਾ ਗੰਗਾ ਬੋਲਾ, ਨਾ ਸੁਣ ਸਕਦਾ ਨਾ ਬੋਲ ਸਕਦਾ, ਇਹੋ ਜਿਹੇ ਬੰਦਿਆਂ ਤੋਂ ਕੁੱਟ ਕੰਮ ਕਰਾਈ ਗਏ। ਬਾਪੂ ਮੋਹਨ ਸਿੰਘ ਬਰਾੜ ਵਰਗੇ ਸਰਦਾਰ ਯੋਧੇ ਗੱਡੀਆਂ ਕੋਟੀਆਂ ਜ਼ਮੀਨ ਜਾਇਦਾਦਾਂ ਵਾਲੇ, ਉਹਨਾਂ ਨੂੰ ਸਮਰਥ ਬਖਸ਼, ਉਹਨਾਂ ਨੂੰ ਸਬਰ ਸੰਤੋਖ ਬਖਸ਼ ਸੱਚੇ ਪਾਤਸ਼ਾਹ। ਇਹ ਵੀ ਅਸੀਂ ਅਰਦਾਸ ਕਰਦੇ ਹਾਂ। ਇਸ ਵੀਡੀਓ ਨੂੰ ਪਲੀਜ਼ ਸ਼ੇਅਰ ਕਰ ਦਿਓ। ਸਾਡਾ ਇੱਕ ਮੈਸੇਜ ਹਸਪੀਟਲ ਦੇ ਬਿੱਲ ਸਾਡੇ ਕਾਫੀ ਜ਼ਿਆਦਾ ਦੇਣ ਵਾਲੇ ਆ, ਉੱਥੇ ਕਿਸੇ ਆਪਣੇ ਭੈਣ ਭਰਾ ਨੂੰ, ਰਿਸ਼ਤੇਦਾਰ ਨੂੰ, ਦੋਸਤ ਮਿੱਤਰ ਨੂੰ ਭੇਜ ਕੇ ਆਪਣੇ ਹੱਥੀਂ ਉਹਨਾਂ ਮਰੀਜ਼ਾਂ ਦੇ ਬਿੱਲ ਦੇ ਵਿੱਚ ਸਾਡਾ ਹਿੱਸਾ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।